ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਜਿੱਦਾਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜੋ ਕਿ PSSB ਨੇ 2022 ਦੇ ਵਿੱਚ ਜਿੰਨੀਆਂ ਵੀ ਪੋਸਟਾਂ ਦਾ ਅਨਾਉਂਸਮੈਂਟ ਕੀਤੀ ਸੀ ਤੇ ਫਾਰਮ ਭਰੇ ਜਾ ਰਹੇ ਨੇ ਜਾਂ ਕੁਝ ਦੇ ਫਾਰਮ ਭਰੇ ਜਾ ਚੁੱਕੇ ਨੇ, ਉਹਨਾਂ ਸਾਰੀਆਂ ਪੋਸਟਾਂ ਦਾ ਹੀ ਸਿਲੇਬਸ ਲਗਭਗ ਆਊਟ ਹੋ ਚੁੱਕਿਆ ਵਾ। ਅੱਜ ਆਪਾਂ ਉਹ ਸਾਰੀਆਂ ਭਰਤੀਆਂ ਦੇ ਵਿੱਚ ਜੋ ਵੀ ਸਬਜੈਕਟ ਆਪਾਂ ਕਰਵਾ ਰਹੇ ਹਾਂ ਆਪਣੇ ਚੈਨਲ ਦੇ ਉੱਤੇ GK ਤੇ ਪੰਜਾਬ GK ਬਹੁਤ ਚੰਗੀ ਤਰ੍ਹਾਂ ਆਪਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ। ਆਪਾਂ ਉਹ ਤੁਹਾਨੂੰ ਉਹ ਸਾਰੇ ਸਬਜੈਕਟ ਦਾ ਕਿ ਕਿਹੜੇ ਪੇਪਰ ਦੇ ਵਿੱਚ ਕਿੰਨੇ ਨੰਬਰ ਦੀ GS ਆਊਗੀ ਤੇ ਲਗਭਗ ਜਿਨ੍ਹਾਂ ਦਾ ਸਿਲੇਬਸ ਆਲਮੋਸਟ ਸਾਰਿਆਂ ਦਾ ਸੇਮ ਹੀ ਹੈ, ਕੋਈ ਇਹਦੇ ਵਿੱਚ ਜ਼ਿਆਦਾ ਫਰਕ ਨਹੀਂ, ਸਿਰਫ ਨੰਬਰ ਉੱਪਰ ਥੱਲੇ ਕੀਤੇ ਨੇ, ਉਹ ਵੀ ਕੁਝ ਪੋਸਟਾਂ ਦੇ ਵਿੱਚ। ਨਾਰਮਲੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਐਗਜ਼ਾਈਜ਼ ਟੈਕਸੇਸ਼ਨ ਇੰਸਪੈਕਟਰ ਹੋ ਗਈ, PSSB ਕਲਰਕ 735 ਪੋਸਟਾਂ, ਡਾਟਾ ਐਂਟਰੀ ਆਪਰੇਟਰ ਦੀਆਂ 938 ਪੋਸਟਾਂ ਤੇ ਫੋਰੈਸਟ ਗਾਰਡ ਦੀਆਂ, ਇਹਨਾਂ ਲਈ ਇਹਨਾਂ ਨੇ ਸੇਮ ਹੀ ਸਿਲੇਬਸ 50 ਨੰਬਰ ਦਾ ਰੱਖਿਆ, ਜਿਸ 'ਚ 30 ਨੰਬਰ ਦੀ GK ਤੇ 20 ਨੰਬਰ ਦੀ ਆਪਣੀ ਪੰਜਾਬ GK ਆ ਰਹੀ ਆ। ਤੇ ਵੀਡੀਓ ਤੇ ਗ੍ਰਾਮ ਸੇਵਕ ਦੇ ਵਿੱਚ ਸਿਰਫ 25 ਨੰਬਰ ਦੀ GK ਆ ਰਹੀ ਆ ਤੇ ਉਹਦੇ ਨਾਲ ਹੀ 14ਵੀਂ ਸੈਂਚੁਰੀ ਤੋਂ ਬਾਅਦ ਦੀ ਜੋ ਵੀ ਪੰਜਾਬ ਦਾ ਇਤਿਹਾਸ ਆ, ਪੰਜਾਬ ਦੇ ਇਤਿਹਾਸ ਬਾਰੇ ਪੁੱਛਿਆ ਜਾਊਗਾ। ਠੀਕ ਆ, ਸੋ PSSB ਕਲਰਕ ਹੋ ਗਿਆ ਤੇ ਅਕਾਊਂਟ ਕਲਰਕ ਦੇ ਵਿੱਚ ਵੀ 10 ਨੰਬਰ ਦੀ GK ਆਊਗੀ, ਬਹੁਤ ਸੌਖੇ ਲੈਵਲ ਦੀ GK ਆਊਗੀ। ਠੀਕ ਆ, ਇਹਦੇ ਵਿੱਚ ਤੇ PSSB ਦੀਆਂ ਜਿਹੜੀਆਂ ਬਾਕੀ ਟੈਕਨੀਕਲ ਪੋਸਟਾਂ ਵੀ ਨੇ ਜਿਹੜੀਆਂ ਕਿ ਅਲੱਗ ਯੋਗਤਾ ਮੰਗੀ ਸੀ, ਠੀਕ ਆ, ਸਪੈਸ਼ਲ ਡਿਗਰੀ ਵਗੈਰਾ ਕੋਈ ਸਪੈਸ਼ਲ ਐਜੂਕੇਸ਼ਨ ਸਰਟੀਫਿਕੇਟ ਜਾਂ ਕੁਆਲੀਫਿਕੇਸ਼ਨ ਮੰਗੀ ਸੀ, ਉਹਨਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ 10 ਨੰਬਰ ਦੀ GK ਆ ਰਹੀ ਆ। ਹੁਣ ਦੇਖੋ ਜੀ, ਆਪਾਂ ਇਹਦੇ ਵਿੱਚ ਸਿਲੇਬਸ ਨੂੰ ਮੈਂ ਤੁਹਾਨੂੰ ਆਹ ਸਾਰਾ ਸਿਲੇਬਸ, ਠੀਕ ਆ ਜੀ, ਜਿਹੜਾ ਵੀ ਟੌਪਿਕ ਇਹਨਾਂ ਨੇ ਮੈਂਸ਼ਨ ਕੀਤੇ ਨੇ ਸਾਰੇ ਮੈਂ ਤੁਹਾਡੇ ਲਈ ਲੈ ਕੇ ਆਇਆ ਤੇ ਕੱਲੇ ਟੌਪਿਕ ਬਾਰੇ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੀ ਬੁੱਕ ਫੋਲੋ ਕਰਨੀ ਆ ਜੇਕਰ ਤੁਸੀਂ ਬੁੱਕ ਤੋਂ ਕਰਨਾ ਚਾਹੁੰਦੇ ਹੋ, ਤੇ ਆਪਣੇ ਚੈਨਲ ਤੋਂ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਿਤੋਂ ਹੋਰ ਵੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕਿਹੜੇ ਟੌਪਿਕ ਤੁਸੀਂ ਇਹਦੇ ਕਰਨੇ ਨੇ। ਤੇ ਨਾਲ ਹੀ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਜਿਹੜੇ ਟੌਪਿਕ ਆਪਾਂ ਇਹਨਾਂ ਦੇ ਵਿੱਚੋਂ ਕਿਹੜੇ ਟੌਪਿਕ ਆਪਾਂ ਕਰ ਚੁੱਕੇ ਹਾਂ ਤੇ ਕਿਹੜੇ ਅਜੇ ਆਪਣੇ ਪੈਂਡਿੰਗ ਨੇ। ਠੀਕ ਆ, ਸੋ ਸਾਰਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ, ਤੁਹਾਨੂੰ ਜਿੱਥੋਂ ਵੀ ਸਹੀ ਲੱਗੇ। ਜੇਕਰ ਤੁਸੀਂ ਆਪਣੇ ਚੈਨਲ ਤੋਂ ਤਿਆਰੀ ਕਰ ਰਹੇ ਹੋ ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਚੈਨਲ ਤੋਂ ਤਿਆਰੀ ਕਰ ਸਕਦੇ ਹੋ, ਕਿਤੋਂ ਹੋਰ ਤਿਆਰੀ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਮਿਸ ਹੋ ਰਹੀਆਂ ਨੇ ਤਾਂ ਤੁਸੀਂ ਇਸ ਟਾਈਮ ਦੇ ਉੱਤੇ ਟਾਈਮ ਹੈਗਾ ਅਜੇ ਤੁਹਾਡੇ ਕੋਲ। ਅਜੇ ਆਪਾਂ ਨੂੰ ਪੇਪਰ ਦਾ ਕੋਈ ਆਈਡੀਆ ਨਹੀਂ ਕਿ ਕਦੋਂ ਹੋਏਗਾ, 2 ਮਹੀਨਿਆਂ ਨੂੰ ਹੋ ਜਾਵੇ, 3 ਨੂੰ ਹੋ ਜਾਵੇ, ਹੋ ਸਕਦਾ। ਇਹ ਗੌਰਮੈਂਟ ਦਾ ਡਿਪੈਂਡ ਕਰਦਾ ਵਾ ਕਿ ਗੌਰਮੈਂਟ ਨੇ ਇਹਨਾਂ ਨੂੰ ਕੋਈ ਡੈਡਲਾਈਨ ਦਿੱਤੀ ਆ। ਹੁਣ ਬਹੁਤ ਸਾਰੇ ਕੈਂਡੀਡੇਟ ਦੇ ਮੈਸੇਜ ਆ ਰਹੇ ਆ ਕਿ ਸਰ ਇਹਨਾਂ ਦਾ ਪੇਪਰ ਕਦੋਂ ਹੋਵੇਗਾ, ਕਿ ਸਿਲੇਬਸ ਅਨਾਉਂਸ ਕਰਤਾ। ਜੇਕਰ ਸਿਲੇਬਸ ਅਨਾਉਂਸ ਕਰਦਾ, ਸਿਲੇਬਸ ਆਲਮੋਸਟ ਜਦੋਂ ਕਦੇ ਵੀ ਫਾਰਮ ਭਰੇ ਜਾਂਦੇ ਨੇ ਕਿਸੇ ਦੇ ਵੀ ਤੇ ਸਿਲੇਬਸ ਨਾਲ ਹੀ ਆ ਜਾਂਦਾ। ਇਹ ਤਾਂ ਫਿਰ ਵੀ ਕਾਫੀ ਲੇਟ ਆਇਆ ਵਾ, ਲਗਭਗ ਮਹੀਨੇ ਬਾਅਦ ਸਿਲੇਬਸ ਆਇਆ ਵਾ। ਸੋ ਇਹ ਚੀਜ਼ ਮੈਟਰ ਨਹੀਂ ਕਰਦੀ, ਮੈਟਰ ਇਹ ਚੀਜ਼ ਕਰਦੀ ਆ ਕਿ ਗੌਰਮੈਂਟ ਨੇ ਕਿੰਨਾ ਪ੍ਰੈਸ਼ਰਾਈਜ਼ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪਟਵਾਰੀ ਦਾ ਹੋਇਆ ਸੀ, ਪਟਵਾਰੀ ਦੇ ਕਦੋਂ ਫਾਰਮ, ਜਨਵਰੀ ਦੇ ਵਿੱਚ ਫਾਰਮ ਭਰ ਕੇ ਅਗਸਤ ਦੇ ਵਿੱਚ ਪੇਪਰ ਲਿਆ ਸੀਗਾ। ਸੋ ਇਹ ਚੀਜ਼ਾਂ ਹੁੰਦੀਆਂ ਨੇ ਕਿ ਸਰਕਾਰ ਕੀ ਚਾਹੁੰਦੀ ਆ, ਕਿ ਉਹ ਭਰਤੀਆਂ ਨੂੰ ਜਲਦੀ ਪੂਰਾ ਕਰਨੀ ਚਾਹੁੰਦੀ ਆ। ਜੇਕਰ ਸਰਕਾਰ ਚਾਹੁੰਦੀ ਆ ਕਿ ਇਹ ਭਰਤੀਆਂ ਜਿਹੜੀਆਂ ਕਿ ਇਹਨਾਂ ਨੇ 26,000 ਪੋਸਟਾਂ ਨੇ ਜਿਹਦੇ ਵਿੱਚ ਕਿ PSSB ਦੀਆਂ ਕਾਫੀ ਪੋਸਟ ਨੇ, ਜੇਕਰ ਸਰਕਾਰ ਚਾਹੁੰਦੀ ਆ ਕਿ ਇਹੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਕੰਪਲੀਟ ਹੋਣ ਤਾਂ ਇਹਦੇ ਪੇਪਰ ਤੁਸੀਂ ਦੇਖੋਗੇ ਕਿ 2-3 ਮਹੀਨੇ ਦੇ ਵਿੱਚ ਹੀ ਤੁਹਾਨੂੰ ਪਹਿਲਾ ਪੇਪਰ ਦੇਖਣਾ ਨੂੰ ਮਿਲ ਸਕਦਾ ਵਾ। ਠੀਕ ਆ, ਸੋ ਇਹ ਇਹਦੇ ਤੇ ਡਿਪੈਂਡ ਕਰਦਾ ਕਿ ਇਹਨਾਂ ਨੂੰ ਅਗਰ ਬੋਰਡ ਨੂੰ ਕੋਈ ਡੈਡਲਾਈਨ ਦਿੱਤੀ ਆ ਕਿ ਹਾਂ ਇੰਨੀ ਤਰੀਕ ਤੱਕ, ਮੰਨ ਲਓ ਬੋਰਡ ਨੂੰ ਇੱਕ ਡੈਡਲਾਈਨ ਦਿੱਤੀ ਆ ਕਿ 1 ਜਨਵਰੀ ਤੱਕ ਸਾਨੂੰ ਸਾਰੀਆਂ ਦੇ ਇਹ ਰਿਜ਼ਲਟ ਚਾਹੀਦੇ ਆ, 31 ਮਾਰਚ 2023 ਤੱਕ ਸਾਨੂੰ ਕੋਈ ਇਹਦੇ ਰਿਜ਼ਲਟ ਚਾਹੀਦਾ, ਤਾਂ ਹੀ ਬੋਰਡ ਉਸ ਤੋਂ ਅੱਗੇ ਆਪਦਾ ਕੰਮ ਕਰੇਗਾ। ਠੀਕ ਆ, ਸੋ ਇਹ ਇਹਦੇ ਤੇ ਚੀਜ਼ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਵਾ ਕਿ ਕਦੋਂ ਤੱਕ ਇਹਨਾਂ ਨੇ ਇਹ ਕੰਪਲੀਟ ਕਰਨੀ ਆ। ਬਾਕੀ ਬੋਰਡ ਤੇ ਵੀ ਡਿਪੈਂਡ ਕਰਦਾ ਕਿ ਬੋਰਡ ਫ੍ਰੀ ਕਿੰਨਾ ਟਾਈਮ ਆ, ਕਿਉਂਕਿ ਫ੍ਰੀ ਅਗਰ ਆਪਾਂ ਦੇਖੀਏ ਤਾਂ ਪਿਛਲੀਆਂ ਜਿਹੜੀਆਂ ਭਰਤੀਆਂ ਸੀ ਉਹ ਹੁਣ ਕਾਫੀ ਜ਼ਿਆਦਾ ਉਸ ਟਾਈਮ ਦੇ ਉੱਤੇ ਲਗਾਤਾਰ ਭਰਤੀਆਂ ਆ ਗਈਆਂ ਤਾਂ ਫ੍ਰੀ ਨਹੀਂ ਸੀ। ਹੁਣ ਫਿਲਹਾਲ ਇਹ ਸਿਰਫ ਕਲਰਕ ਦੀ ਵੱਡੀ ਭਰਤੀ ਆ ਜਿਹਦਾ ਕਿ ਬੋਰਡ ਦੇ ਕੋਲੇ ਕੰਮ ਪੈਂਡਿੰਗ ਪਿਆ ਵਾ, ਬਾਕੀ ਹੋਰ ਕੋਈ ਵੀ ਕੰਮ ਨਹੀਂਗਾ। ਕਲਰਕ ਦੀ ਭਰਤੀ ਕੰਪਲੀਟ ਹੁੰਦੇ ਸਾਰੀ ਹੋ ਸਕਦਾ ਵਾ ਕਿ ਪੇਪਰ ਲੈਣੇ ਸ਼ੁਰੂ ਕਰ ਦੇਣ। ਠੀਕ ਆ, ਇੱਕ ਕਰਕੇ ਪੇਪਰ ਲਏ ਜਾ ਸਕਦੇ ਨੇ। ਠੀਕ ਆ, ਸੋ ਇਹੀ ਚੀਜ਼ ਆ ਕਿ ਫਿਲਹਾਲ ਤੁਸੀਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਣਾ ਕਿ ਮੇਰਾ ਇਹ ਰਹਿ ਗਿਆ, ਉਹ ਰਹਿ ਗਿਆ। ਉਹ ਤੁਹਾਨੂੰ ਪੇਪਰ ਦੇ ਆਖਰੀ ਦਿਨ ਤੱਕ, ਚਾਹੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਕਿ ਚਾਹੇ ਤੁਹਾਨੂੰ 6 ਮਹੀਨੇ ਵੀ ਹੁਣ ਤੋਂ ਮਿਲ ਜਾਣ, ਚਾਹੇ ਤੁਹਾਨੂੰ 2 ਮਹੀਨੇ ਮਿਲਣਾ, ਠੀਕ ਆ, ਚਾਹੇ ਤੁਹਾਨੂੰ ਇੰਨਾ ਟਾਈਮ ਵੀ ਮਿਲੂਗਾ ਤਾਂ ਵੀ ਤੁਹਾਨੂੰ ਆਖਰ ਤੱਕ ਇਹ ਚੀਜ਼ ਲੱਗੀ ਰਹੂਗੀ ਕਿ ਮੇਰਾ ਇਹ ਟੌਪਿਕ ਰਹਿ ਗਿਆ, ਮੇਰੇ MCQ ਰਹਿ ਗਏ, ਮੇਰਾ ਆਹ ਟੌਪਿਕ ਰਹਿ ਗਿਆ। ਇਹ ਚੀਜ਼ਾਂ ਨੂੰ ਤੁਸੀਂ ਮਾਈਂਡ ਦੇ ਵਿੱਚ ਨਹੀਂ ਰੱਖਣਾ ਵਾ। ਠੀਕ ਆ, ਸੋ ਜੋ ਵੀ ਤਿਆਰੀ ਤੁਸੀਂ ਕਰ ਰਹੇ ਹੋ ਉਹਨੂੰ ਚੰਗੀ ਤਰ੍ਹਾਂ ਕਰਨਾ ਵਾ। ਚਾਹੇ ਤੁਸੀਂ ਘੱਟ ਪੜ੍ਹ ਰਹੇ ਹੋ, ਘੱਟ ਟੌਪਿਕ ਪੜ੍ਹ ਰਹੇ ਹੋ, ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ A to Z ਟੌਪਿਕ ਪੇਪਰ ਦੇ ਵਿੱਚ ਆਉਣਾ ਉਹ ਸਾਰਾ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ, ਕਿ ਸਾਰਾ ਇਹ ਕਰ ਸਕਦੇ ਹੋ। ਸੋ ਇਹ ਚੀਜ਼ ਕਦੇ ਵੀ ਨਹੀਂ ਹੁੰਦੀ ਗੀ। ਠੀਕ ਹੈ ਜੀ, ਸੋ ਤੁਸੀਂ ਜੋ ਵੀ ਚੀਜ਼ਾਂ ਕਰ ਰਹੇ ਹੋ, ਜੋ ਵੀ ਮੇਨ ਟੌਪਿਕ ਜਿਹਦੇ ਤੁਹਾਨੂੰ ਪਤਾ ਵਾ ਕਿ ਪੇਪਰ ਦੇ ਵਿੱਚ ਜ਼ਿਆਦਾ ਵੇਟੇਜ ਰਹਿੰਦੀ ਆ, ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਵਾ ਕਿ ਇਹਦੇ ਵਿੱਚੋਂ ਪੇਪਰ ਪਤਾ ਵਾ ਕਿ ਬਣਨਾ ਹੀ ਬਣਨਾ ਤੇ ਉਹਦੇ ਵਿੱਚੋਂ ਆਪਾਂ ਪੂਰੇ ਨੰਬਰ ਲੈਣੇ ਨੇ। ਠੀਕ ਆ, ਹੁਣ ਮੈਂ ਤੁਹਾਨੂੰ ਕੱਲੀ ਚੀਜ਼ ਦੱਸੂਗਾ, ਇਹਨੂੰ ਵੀਡੀਓ ਨੂੰ ਸਕਿਪ ਨਹੀਂ ਕਰਨਾ, ਪੂਰੀ ਆਖਰ ਤੱਕ ਦੇਖਣੀ ਆ। ਸੋ ਜ਼ਿਆਦਾ ਲੰਬੀ ਵੀਡੀਓ ਨਹੀਂ ਹੋਏਗੀ, ਬਸ ਇੰਨੀ ਕੁ ਹੋਏਗੀ, ਕੱਲਾ ਤੁਹਾਨੂੰ ਟੌਪਿਕ ਆਪਾਂ ਸਮਝਾ ਦਈਏ ਕਿ ਜਦੋਂ ਤੁਸੀਂ ਕਿਤੋਂ ਵੀ ਫੋਲੋ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ। ਹੁਣ ਸਭ ਤੋਂ ਪਹਿਲੀ ਗੱਲ ਤਾਂ
ਪੋਲਿਟੀ ਇਸ਼ੂ ਪਹਿਲਾ ਜਿਹੜਾ ਆਪਣਾ ਹੈਗਾ ਪੋਲੀਟੀਕਲ ਇਸ਼ੂ। ਹੁਣ ਕੁਝ ਕੈਂਡੀਡੇਟ ਨਾ ਪੋਲੀਟੀਕਲ ਇਸ਼ੂ ਦੇਖ ਕੇ ਪਰੇਸ਼ਾਨ ਹੋ ਰਹੇ ਨੇ ਕਿ ਇਹ ਕੀ ਪੋਲੀਟੀਕਲ ਇਸ਼ੂ ਕੋਈ ਹੋਰ ਚੀਜ਼ ਹੈ। ਮਤਲਬ ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਕਿ ਜਰਨਲ ਨੌਲੇਜ ਤੇ ਕਰੰਟ ਅਫੇਅਰ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਦੇ ਹੋਣਗੇ ਇਹਦੇ 'ਚ 30 ਮਾਰਕਸ ਦਾ, ਠੀਕ ਆ। ਸੋ ਕਰੰਟ ਅਫੇਅਰ ਵੀ ਆਉਣਗੇ, ਕਰੰਟ ਦੇ ਨਾਲ ਇਹ ਸਟੈਟਿਕ ਵੀ ਮੈਂਸ਼ਨ ਕਰਨਗੇ, ਠੀਕ ਆ ਵਿੱਚ। ਸੋ ਪਿਛਲੇ ਪੇਪਰਾਂ ਦੇ ਵਿੱਚ ਆਪਾਂ ਦੇਖਿਆ ਸੀ ਕਿ ਜ਼ਿਆਦਾਤਰ ਸਟੈਟਿਕ ਜੀਕੇ ਤੇ ਫੋਕਸ ਕਰਦੇ ਸੀ, ਪਰ ਇਸ ਵਾਰ ਤੁਹਾਨੂੰ ਅਗਰ ਤੁਸੀਂ ਧਿਆਨ ਨਾਲ ਇਹ ਪੇਪਰਾਂ ਦਾ ਸਿਲੇਬਸ ਦੇਖੋਗੇ ਨਾ ਤਾਂ ਇਹ ਸਾਰਾ ਦਾ ਸਾਰਾ ਪੇਪਰਾਂ ਦਾ ਸਿਲੇਬਸ ਪੀਪੀਐਸਸੀ ਦਾ ਕਾਪੀ ਕੀਤਾ ਇਹਨਾਂ ਨੇ। ਸੋ ਹੁਣ ਤੁਹਾਨੂੰ ਲੱਗੇਗਾ, ਦੇਖਣ ਨੂੰ ਸੁਣ ਕੇ ਹੈਰਾਨੀ ਹੋਏਗੀ, ਜੇਕਰ ਤੁਸੀਂ ਹੁਣ 2018 ਤੋਂ ਜੋ ਵੀ ਪੀਪੀਐਸਸੀ ਦੇ ਪੇਪਰ ਹੋ ਰਹੇ ਨੇ ਉਹਦੇ ਵਿੱਚ ਜਰਨਲ ਨੌਲੇਜ 80 ਨੰਬਰ ਦੀ ਆ ਰਹੀ ਆ, ਸੇਮ ਟੂ ਸੇਮ ਸਿਲੇਬਸ ਤੁਸੀਂ ਦੇਖੋਗੇ ਇਹਨਾਂ ਨੇ ਕਾਪੀ ਪੇਸਟ ਕਰਕੇ ਚਿਪਿਆ ਹੋਇਆ ਵਾ। ਜੇਕਰ ਚਾਹੇ ਉਹ 'ਚ ਪੋਲਿਟੀ ਇਸ਼ੂ ਹੋਵੇ, ਚਾਹੇ ਇਕੋਨੋਮਿਕ ਇਸ਼ੂ ਹੋਵੇ, ਚਾਹੇ ਉਹਨਾਂ ਨੇ 1857 ਤੋਂ ਬਾਅਦ ਵਾਲਾ ਜਿਹੜਾ ਆਜ਼ਾਦੀ ਦੀ ਲੜਾਈ ਵਾਲਾ ਹੋ ਜੇ, ਚਾਹੇ 14ਵੀਂ ਸੈਂਚੁਰੀ ਤੋਂ ਬਾਅਦ ਵਾਲਾ ਹੋਵੇ, ਚਾਹੇ ਸਾਇੰਸ ਐਂਡ ਟੈਕਨੋਲੋਜੀ ਹੋਵੇ, ਉਹ ਸਾਰਾ ਦਾ ਸਾਰਾ ਇਹਨਾਂ ਨੇ ਕਾਪੀ ਪੇਸਟ ਕਰਕੇ ਪੀਪੀਐਸਸੀ ਦਾ ਸਿਲੇਬਸ ਮੈਂਸ਼ਨ ਕੀਤਾ ਹੋਇਆ ਵਾ। ਹੁਣ ਦੇਖੋ ਜੀ, ਸ਼ੁਰੂ ਕਰਦੇ ਹਾਂ। ਹੁਣ ਪੀਪੀਐਸਸੀ ਦਾ ਮਤਲਬ ਇਹ ਨਹੀਂ ਕਿ ਜਿਹੜਾ ਹੁਣ ਨਾਇਬ ਤਹਿਸੀਲਦਾਰ ਦਾ ਪੇਪਰ ਹੋਇਆ ਸੀ ਤਾਂ ਉਹੋ ਜਿਹਾ ਪੇਪਰ ਆ ਜਾਏਗਾ। ਇੰਨਾ ਔਖਾ ਪੇਪਰ ਤੁਹਾਡਾ ਕਲੈਰੀਕਲ ਲੈਵਲ ਦੇ ਵਿੱਚ ਨਹੀਂ ਆਏਗਾ, ਠੀਕ ਆ। ਸੋ ਐਗਜ਼ਾਈਜ਼ ਇੰਸਪੈਕਟਰ ਦੇ ਵਿੱਚ ਥੋੜਾ ਜਿਹਾ ਲੈਵਲ ਉਹ ਅਪ ਕਰ ਸਕਦੇ ਆ। ਅਪ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਬਹੁਤ ਜ਼ਿਆਦਾ ਸਟੇਟਮੈਂਟ ਬੇਸਡ ਕੁਐਸਚਨ ਤੁਹਾਨੂੰ ਪਾ ਦੇਣਗੇ। ਕੁਐਸਚਨ PSSS ਵੀ ਜਿੱਦਾਂ ਦੇ ਪੇਪਰ ਦੇ ਵਿੱਚ ਪੁੱਛਾ ਉਦਾਂ ਹੀ ਹੋਣਗੇ, ਥੋੜਾ ਜਿਹਾ ਇਦਾਂ ਕਰ ਦੇਣਗੇ, ਵੇਟੇਜ ਥੋੜੀ ਜਿਹੀ ਵੰਡ ਦੇਣਗੇ। ਜਿੱਦਾਂ ਕਿ ਪਹਿਲਾਂ ਸਟੈਟਿਕ 'ਚੋਂ ਜ਼ਿਆਦਾ ਕੁਐਸਚਨ ਆਉਂਦੇ ਸੀ, ਹੁਣ ਉਹ ਸਾਰਿਆਂ 'ਚੋਂ ਵੰਡ ਕੇ ਕੁਐਸਚਨ ਪਾਉਣਗੇ। ਹੁਣ ਦੇਖੋ ਜੀ, ਹਾਂ ਜੀ, ਪੋਲੀਟੀਕਲ ਇਸ਼ੂ। ਪੋਲੀਟੀਕਲ ਇਸ਼ੂ ਦਾ ਮਤਲਬ ਆਪਾਂ ਨਾ ਪੋਲਿਟੀ ਹੀ ਆ, ਇੰਡੀਅਨ ਪੋਲਿਟੀ ਦੀ ਹੀ ਗੱਲ ਹੋ ਰਹੀ ਹੈ ਇੱਥੇ। ਇਹਦੇ ਵਿੱਚ ਕੋਈ ਵੀ ਤੁਹਾਨੂੰ ਇਹਦੇ ਵਿੱਚ ਦਿਮਾਗ ਦੇ ਵਿੱਚ ਇਹ ਨਹੀਂ ਬੋਝ ਲੈਣਾ ਕਿ ਅਸੀਂ ਕੀ ਪੜ੍ਹੀਏ, ਇਹਦੇ ਤੇ ਪੋਲਿਟੀ ਇਸ਼ੂ ਆ ਗਿਆ, ਠੀਕ ਆ। ਸੋ ਪੋਲੀਟੀਕਲ ਇਸ਼ੂ ਦਾ ਮਤਲਬ ਪੋਲਿਟੀ ਹੀ ਆ, ਇੰਡੀਅਨ ਪੋਲਿਟੀ ਦੀ ਹੀ ਗੱਲ ਹੋ ਰਹੀ ਆ। ਸੋ ਇਸ਼ੂ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਕੋਈ ਨਵੀਂ ਅਮੈਂਡਮੈਂਟ ਹੋਈ ਆ ਆਪਣੀ, ਠੀਕ ਆ, ਨਵੀਂ ਅਮੈਂਡਮੈਂਟ ਹੋਈ ਆ, ਕੋਈ ਮੰਨ ਲਓ ਲਾਅ ਦੇ ਨਾਲ ਰਿਲੇਟਡ ਕੋਈ ਜਜਮੈਂਟ ਆਈ ਆ ਜਾਂ ਕੋਈ ਇਦਾਂ ਦਾ ਹੋਵੇ, ਉਸ ਤਰ੍ਹਾਂ ਦੇ ਨਾਲ ਆਪਾਂ ਕਰੰਟ ਅਫੇਅਰ ਦੇ ਵਿੱਚ ਐਡ ਕਰ ਸਕਦੇ ਹਾਂ। ਤਾਂ ਬਾਕੀ ਸਾਰਾ ਵੈਸੇ ਇਹਦੇ ਵਿੱਚ ਜੋ ਆਪਣੇ ਪੋਲੀਟੀਕਲ ਦੇ ਜੋ ਆਰਟੀਕਲਸ ਨੇ ਇਹਦੇ ਵਿੱਚ ਵੀ ਮੇਨ ਆਪਣਾ ਸੰਵਿਧਾਨ ਆਉਂਦਾ ਵਾ। ਦੇਖੋ ਜੀ, ਇਹਦੇ ਵਿੱਚ ਆਉਂਦਾ ਵਾ ਆਪਣਾ ਸੰਵਿਧਾਨ, ਕਨਸਟੀਟਿਊਸ਼ਨ ਆਫ ਇੰਡੀਆ, ਕਨਸਟੀਟਿਊਸ਼ਨ ਆਫ ਇੰਡੀਆ। ਇਹ ਤੁਸੀਂ ਕਰਨਾ ਵਾ। ਹੁਣ ਇਹ ਕਿੱਥੋਂ ਕਰ ਸਕਦੇ ਹੋ, ਇਹਦੇ ਵਿੱਚ ਵੀ ਤੁਸੀਂ ਕਿਹੜੇ ਟੌਪਿਕ ਦੇ ਉੱਤੇ ਮੇਨ ਫੋਕਸ ਕਰਨਾ। ਦੇਖੋ ਜੀ, ਪੋਲਿਟੀ ਮੇਰੇ ਅਕੋਰਡਿੰਗ ਤੁਸੀਂ ਡੀਪ 'ਚ ਕਰ ਲਓ, ਕਿਉਂਕਿ 5-7 ਕੁਐਸਚਨ ਪੋਲਿਟੀ 'ਚੋਂ ਪੁੱਛ ਸਕਦੇ ਨੇ ਉਹ, ਠੀਕ ਆ। ਸੋ ਪੋਲਿਟੀ ਇਹਨਾਂ ਨੇ ਅਲੱਗ ਤੋਂ ਲਿਖਿਆ, 1 ਨੰਬਰ ਦੇ ਉੱਤੇ ਲਿਖਿਆ ਹੋਇਆ ਤਾਂ ਪੁੱਛ ਸਕਦੇ ਨੇ, ਠੀਕ ਆ। ਸੋ ਪੋਲਿਟੀ ਦੇ ਵਿੱਚ ਤੁਸੀਂ ਕੀ ਕਰਨਾ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਰਟੀਕਲ ਯਾਦ ਕਰਨੇ, ਜਿਹੜੇ ਇੰਪੋਰਟੈਂਟ ਆਰਟੀਕਲ ਨੇ, ਜਿਹੜੇ ਬਹੁਤ ਇੰਪੋਰਟੈਂਟ ਆਰਟੀਕਲ ਨੇ। ਇੱਕ ਤੁਸੀਂ ਕੀ ਯਾਦ ਕਰਨਾ, ਤਾਂ ਇਹਦੇ ਵਿੱਚ ਸੰਵਿਧਾਨ ਬਾਰੇ, ਆਪਣੇ ਕਨਸਟੀਟਿਊਸ਼ਨ ਜਦੋਂ ਬਣਿਆ ਸੀ, ਬਣ ਕੇ ਤਿਆਰ ਹੋਇਆ ਸੀ, ਉਹ ਸਾਰਾ ਡਿਟੇਲ ਦੇ ਵਿੱਚ ਯਾਦ ਕਰਨਾ। ਫਿਰ ਆ ਜਾਓ ਤੁਸੀਂ ਆਪਣੇ ਸੰਵਿਧਾਨ ਦੇ ਉੱਤੇ। ਸੰਵਿਧਾਨ ਦੇ ਵਿੱਚ ਤੁਸੀਂ ਕੀ ਕਰਨਾ, ਪ੍ਰੈਂਬਲ ਕਰਨਾ ਸਭ ਤੋਂ ਪਹਿਲਾਂ, ਮੋਸਟ ਇੰਪੋਰਟੈਂਟ ਮੈਂ ਤੁਹਾਨੂੰ ਦੱਸ ਰਿਹਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਉਸ ਤੋਂ ਬਾਅਦ ਤੁਸੀਂ ਪਾਰਟ ਵਾਈਜ਼ ਚੱਲਣਾ ਵਾ, ਜੋ ਕਿ ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਪੋਲਿਟੀ ਦੇ, ਅਗਰ ਆਪਾਂ ਗੱਲ ਕਰੀਏ ਪੋਲਿਟੀ, ਮੈਂ ਤੁਹਾਨੂੰ ਇੰਨੇ ਚੰਗੇ ਤਰੀਕੇ ਦੇ ਨਾਲ ਕਰਵਾਈ ਹੋਈ ਆ ਕਿ ਪੋਲਿਟੀ ਦਾ ਆਪਣਾ ਪੂਰਾ ਕਵਰ ਹੋ ਜਾਏਗਾ ਤੁਹਾਡੇ ਪੋਲਿਟੀ ਉਹਦੇ ਵਿੱਚ, ਠੀਕ ਆ ਜੀ। ਸੋ 23-24 ਕਲਾਸਾਂ ਹੋ ਚੁੱਕੀਆਂ ਨੇ ਉਹਦੀਆਂ, ਤੇ 5-6 ਕਲਾਸਾਂ ਰਹਿ ਚੁੱਕੀਆਂ। ਪੋਲਿਟੀ ਤੁਹਾਡੀ ਸਾਰੀ ਕਵਰ ਹੋ ਜਾਏਗੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ, ਠੀਕ ਆ। ਆਪਣੀਆਂ ਕਲਾਸਾਂ ਤੁਸੀਂ ਦੇਖ ਸਕਦੇ ਹੋ ਜਾ ਕੇ, ਤੇ ਪ੍ਰੀਵੀਅਸ ਈਅਰ ਪੇਪਰਸ ਚੱਕ ਕੇ ਦੇਖ ਵੀ ਸਕਦੇ ਹੋ ਕਿ ਜਿਹੜੀਆਂ ਕਲਾਸਾਂ ਆਪਾਂ ਕਰਾਈਆਂ ਨੇ, ਚਾਹੇ ਉਹ ਪੀਪੀਐਸਸੀ ਦੇ ਪੇਪਰ ਆ, ਚਾਹੇ PSSB ਦੇ ਪੇਪਰ ਆ, ਚਾਹੇ ਪੰਜਾਬ ਪੁਲਿਸ ਦੇ ਪੇਪਰ ਆ, ਸਾਰਿਆਂ ਦੇ ਵਿੱਚ ਤੁਹਾਨੂੰ ਕੁਐਸਚਨ ਉਹ ਆਪਣੀਆਂ ਕਲਾਸਾਂ ਦੇ ਵਿੱਚੋਂ ਹੀ ਦੇਖਣ ਨੂੰ ਮਿਲਣਗੇ। ਤੁਸੀਂ ਜਾ ਕੇ ਵੈਰੀਫਾਈ ਕਰ ਸਕਦੇ ਹੋ। ਹੁਣ ਦੇਖੋ ਜੀ, ਪੋਲਿਟੀ ਇਸ਼ੂ। ਪੋਲਿਟੀ ਇਸ਼ੂ ਦੇ ਵਿੱਚ ਮੈਂ ਤੁਹਾਨੂੰ ਕਿਹਾ ਪ੍ਰੈਂਬਲ ਕਰਨਾ, ਫੰਡਾਮੈਂਟਲ ਰਾਈਟਸ ਕਰਨੇ ਨੇ, ਠੀਕ ਆ, ਫੰਡਾਮੈਂਟਲ ਡਿਊਟੀਜ਼ ਕਰਨੇ ਨੇ, ਨਾਲ ਤੁਸੀਂ ਡਾਇਰੈਕਟਿਵ ਪ੍ਰਿੰਸੀਪਲ DPSP ਚੋਂ PSSB ਕਾਫੀ ਕੁਐਸਚਨ ਪੁੱਛਦਾ ਵਾ, ਠੀਕ ਆ। DPSP ਕਰਨਾ ਵਾ, ਪ੍ਰੈਜ਼ੀਡੈਂਟ ਕਰਨਾ ਵਾ, ਯੂਨੀਅਨ ਐਗਜ਼ੀਕਿਊਟਿਵ ਚੋਂ ਵਾਈਸ ਪ੍ਰੈਜ਼ੀਡੈਂਟ ਕਰਨਾ ਵਾ, ਠੀਕ ਆ, ਕੌਂਸਲ ਆਫ ਮਿਨਿਸਟਰ ਕਰਨੇ ਨੇ ਤੁਸੀਂ। ਸੋ ਜਿਹੜਾ ਯੂਨੀਅਨ ਦੀ ਜੋ ਆਪਣੀ ਪਾਰਲੀਮੈਂਟ ਹੋ ਗਈ ਉਹ ਕਰਨੀ ਆ, ਸੁਪਰੀਮ ਕੋਰਟ ਕਰਨਾ, ਹਾਈ ਕੋਰਟ ਕਰਨਾ ਵਾ। ਸੋ ਕੰਪਲੀਟ ਪੋਲਿਟੀ ਤੁਸੀਂ ਕਰਨੀ ਆ, ਖਾਸ ਕਰ ਜਿਹੜੇ ਪਹਿਲੇ 6 ਪਾਰਟ ਨੇ, ਪਹਿਲੇ 5 ਤੋਂ 6 ਪਾਰਟ ਤੁਸੀਂ ਚੰਗੀ ਤਰ੍ਹਾਂ ਕਰਨੇ ਆ, ਜਿਹਦੇ ਵਿੱਚ ਕਿ ਸਟੇਟ ਲੈਜਿਸਲੇਚਰ ਆ ਗਿਆ ਆਪਣਾ। ਇਹ ਮੈਂ ਸਾਰਾ ਡਿਟੇਲ ਦੇ ਵਿੱਚ ਗਵਰਨਰ ਤੱਕ ਤੁਹਾਨੂੰ ਸਟੇਟ ਲੈਜਿਸਲੇਚਰ ਤੱਕ ਕਰਵਾਇਆ ਹੋਇਆ ਵਾ। ਤੇ ਇੱਕ ਤੁਸੀਂ ਕੀ ਕਰਨਾ ਜੀ, ਪੰਚਾਇਤੀ ਰਾਜ। ਪੰਚਾਇਤੀ ਰਾਜ ਤੁਸੀਂ ਕਰਨਾ ਵਾ। ਪੰਚਾਇਤੀ ਰਾਜ ਦੀ ਕਲਾਸ, ਆਪਣੀ ਅਗਲੀ ਕਲਾਸ ਪੰਚਾਇਤੀ ਰਾਜ ਦੀ ਹੋਵੇਗੀ, ਪੋਲਿਟੀ ਦੀ। ਪੰਚਾਇਤੀ ਰਾਜ ਕਰਨਾ ਵਾ ਬਹੁਤ ਚੰਗੀ ਤਰ੍ਹਾਂ। ਤਾਂ ਪੰਚਾਇਤੀ ਰਾਜ ਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾਂਦੇ ਨੇ। ਇੱਕ ਸੈਂਟਰ ਤੇ ਸਟੇਟ ਰਿਲੇਸ਼ਨ ਦੇ ਵਿੱਚੋਂ ਵੀ PSSB ਜਾਂ PPSC ਕੁਐਸਚਨ ਪੁੱਛਦਾ ਵਾ, ਠੀਕ ਆ। ਹੁਣ ਦੇਖੋ ਜੀ, ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਕਿ ਜੇਕਰ ਕਲਰਕ ਦਾ ਪੇਪਰ ਹੋਏਗਾ, ਮੇਰੇ ਅਕੋਰਡਿੰਗ ਅਗਰ ਕਲਰਕ ਦਾ ਪੇਪਰ ਹੋਏਗਾ ਤਾਂ ਉਹਦੇ ਵਿੱਚ ਉਹ ਥੋੜਾ ਜਿਹਾ ਸੌਖੇ ਲੈਵਲ ਦੇ ਕੁਐਸਚਨ ਪੁੱਛ ਸਕਦੇ ਨੇ ਪੋਲਿਟੀ ਦੇ। ਤੇ ਜੇਕਰ ਜਿੱਦਾਂ ਕਿ ਐਗਜ਼ਾਈਜ਼ ਇੰਸਪੈਕਟਰ, ਸੋ ਐਗਜ਼ਾਈਜ਼ ਦੇ ਵਿੱਚ ਇਸ ਟਾਈਮ ਤਿਆਰ ਰਹੋ ਐਗਜ਼ਾਈਜ਼ ਇੰਸਪੈਕਟਰ ਲਈ, ਕਿਉਂਕਿ ਇਹਨਾਂ ਨੇ ਜਿਹੜਾ ਸਪੈਸ਼ਲ ਸਿਲੇਬਸ ਸੀਗਾ 40 ਨੰਬਰ ਦਾ ਉਹ ਰਿਮੂਵ ਕਰਤਾ। ਤਾਂ ਤੁਹਾਨੂੰ
ਬਹੁਤ ਵਧੀਆ ਲੈਵਲ ਦੀ ਐਗਜ਼ਾਈਜ਼ ਦੇ ਵਿੱਚ ਜੀਕੇ ਆ ਸਕਦੀ ਆ, ਕਿਉਂਕਿ ਦੂਜਾ ਸਿਲੇਬਸ ਰਿਮੂਵ ਹੋ ਗਿਆ। ਇਸੇ ਤਰ੍ਹਾਂ ਹੁੰਦਾ ਕਿ ਪੇਪਰ ਦੇ ਵਿੱਚ ਇੱਕ ਚੀਜ਼ ਜਦੋਂ ਔਖੀ ਆ ਜਾਂਦੀ ਹੁੰਦੀ ਆ, ਕੋਈ ਸਬਜੈਕਟ ਇਦਾਂ ਦਾ ਐਡ ਹੋ ਜਾਂਦਾ ਹੁੰਦਾ ਵਾ, ਤਾਂ ਦੂਸਰਾ ਸਬਜੈਕਟ ਤੁਹਾਡਾ ਸੌਖਾ ਆ ਜਾਏਗਾ। ਬਟ ਇਸ ਟਾਈਮ ਦੇ ਉੱਤੇ ਤੁਹਾਡੇ ਲਈ ਔਖਾ ਸਬਜੈਕਟ ਜੀਕੇ ਦੇ ਵਿੱਚੋਂ ਥੋੜੇ ਔਖੇ ਨਹੀਂ ਕਹਿ ਸਕਦੇ ਆਪਾਂ, ਥੋੜਾ ਡੀਪ ਜੀਕੇ ਪੁੱਛ ਸਕਦੇ ਨੇ, ਠੀਕ ਆ। ਸੋ ਪੋਲਿਟੀ ਲਈ ਤਿਆਰ ਰਹੋ ਤੁਸੀਂ ਹਰੇਕ ਪੇਪਰ ਲਈ, ਚਾਹੇ ਤੁਸੀਂ ਕਲਰਕ ਦਾ ਦੇਣਾ, ਚਾਹੇ ਤੁਸੀਂ ਵੀਡੀਓ ਦਾ ਪੇਪਰ ਦੇਣਾ, ਚਾਹੇ ਤੁਸੀਂ ਫੋਰੈਸਟ ਗਾਰਡ ਦਾ ਵੀ ਪੇਪਰ ਦੇਣਾ। ਇਦਾਂ ਵਾ ਕਿ ਥੋੜਾ ਜਿਹਾ ਲੈਵਲ ਇਸ ਤਰ੍ਹਾਂ ਦਾ ਹੋ ਸਕਦਾ ਵਾ ਕਿ ਕਿਸੇ ਦੇ ਵਿੱਚੋਂ ਤੁਹਾਨੂੰ ਪੁੱਛ ਲੈਣਗੇ ਕਿ ਇਹਦੇ ਲਈ ਕਿਹੜਾ ਆਰਟੀਕਲ ਆ। ਜਿੱਦਾਂ ਕਿ ਤੁਹਾਨੂੰ ਪੁੱਛ ਲੈਣਗੇ ਫੰਡਾਮੈਂਟਲ, ਸੌਖੇ ਕੁਐਸਚਨ ਦਾ ਮਤਲਬ ਇਹ ਹੁੰਦਾ ਕਿ ਫੰਡਾਮੈਂਟਲ ਰਾਈਟ ਤੁਸੀਂ ਸਾਰਾ ਪੜ੍ਹ ਲਿਆ, ਫੰਡਾਮੈਂਟਲ ਰਾਈਟਸ ਦੇ ਵਿੱਚੋਂ ਇੱਕ ਪੁੱਛ ਲੈਣਗੇ ਹੋ ਗਿਆ ਫੰਡਾਮੈਂਟਲ ਰਾਈਟ ਸੰਵਿਧਾਨ ਦੇ ਕਿਹੜੇ ਪਾਰਟ 'ਚ ਦਰਜ ਆ। 3 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿੰਨੇ ਤੋਂ ਕਿੰਨੇ ਨੰਬਰ ਆਰਟੀਕਲ 'ਚ ਇਹਦੇ ਵਿੱਚ ਦਰਜ ਆ, 12 ਤੋਂ 35 ਤੱਕ। ਇਹ ਚੀਜ਼ ਪੁੱਛ ਲੈਣਗੇ ਤੁਹਾਨੂੰ। ਜੇ ਉਹਨਾਂ ਨੇ ਥੋੜਾ ਜਿਹਾ ਔਖਾ ਪੁੱਛਣਾ ਹੋਊਗਾ ਫਿਰ ਉਹ ਤੁਹਾਨੂੰ ਪੁੱਛਣਗੇ ਕਿ ਇਹਦੇ ਵਿੱਚ ਦੱਸੋ ਜੀ ਇਹਦੇ ਵਿੱਚੋਂ ਕਿਹੜਾ ਆਪਣਾ ਆਰਟੀਕਲ ਕਿਹਦੇ ਨਾਲ ਸੰਬੰਧ ਰੱਖਦਾ ਵਾ, ਕਿਹੜਾ ਆਰਟੀਕਲ ਕਿਹਦੇ ਨਾਲ ਸੰਬੰਧ ਰੱਖਦਾ। 3 ਆਰਟੀਕਲ ਤੁਹਾਨੂੰ ਦੇ ਕੇ ਕਹਿ ਦੇਣਗੇ, 4 ਆਰਟੀਕਲ ਕਿ ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਡੀਪੀਐਸਪੀ ਦਾ ਪਾਰਟ ਨਹੀਂਗਾ, ਕਿਹੜਾ ਫੰਡਾਮੈਂਟਲ ਦਾ ਪਾਰਟ ਨਹੀਂਗਾ। ਥੋੜਾ ਹੋਰ ਔਖਾ ਕਰਨਾ ਹੋਊਗਾ, ਉਹ ਪਾਰਲੀਮੈਂਟ ਦੇ ਵਿੱਚੋਂ ਕੁਐਸਚਨ ਪੁੱਛਣਗੇ, ਸਟੇਟ ਲੈਜਿਸਲੇਚਰ ਦੇ ਵਿੱਚੋਂ ਡੀਪ ਕੁਐਸਚਨ ਪੁੱਛਣਗੇ। ਇਹਦੇ ਵਿੱਚ ਵੀ ਜ਼ਿਆਦਾਤਰ ਇਹੀ ਹੁੰਦਾ ਵਾ ਕਿ ਕੌਣ ਕਿਹਦੀ ਨਿਯੁਕਤੀ ਕਰਦਾ ਵਾ ਜਾਂ ਕੌਣ ਕਿਹਨੂੰ ਰੈਜ਼ਿਗਨੇਸ਼ਨ ਸਬਮਿਟ ਕਰਦਾ ਹੁੰਦਾ। ਮੈਂ ਬਹੁਤ ਚੰਗੀ ਤਰ੍ਹਾਂ ਕਰਾਇਆ ਹੋਇਆ। ਪੋਲਿਟੀ ਲਈ ਤੁਹਾਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ, ਤੁਸੀਂ ਮੇਰੇ ਨੋਟਸ ਕਰ ਲਓ। ਪੋਲਿਟੀ ਤੁਹਾਡੀ ਮੈਂ A to Z ਕਵਰ ਕਰਵਾਵਾਂਗਾ, ਠੀਕ ਹੈ ਜੀ। ਸੋ ਪੋਲਿਟੀ ਲਈ ਤੁਸੀਂ ਆਪਣਾ ਚੈਨਲ ਫੋਲੋ ਕਰ ਸਕਦੇ ਹੋ। ਹੁਣ ਆ ਗਈ ਜੀ ਬੁੱਕ ਲਿਸਟ ਤੇ। ਬੁੱਕ ਲਿਸਟ ਤੁਸੀਂ ਕੀ ਕਰਨੀ ਆ ਜੀ, ਇੱਕ ਤਾਂ ਇਹਦੇ ਲਈ ਜੇਕਰ ਤੁਸੀਂ ਪੂਰੀ ਚੰਗੀ ਤਰ੍ਹਾਂ ਕਰਨੀ ਚਾਹੁੰਦੇ ਆ, ਲక్ష్ਮੀ ਕਾਂਤ ਦੀ ਇੱਕ ਬੁੱਕ ਆਉਂਦੀ ਆ, ਠੀਕ ਹੈ। ਲక్ష్ਮੀ ਕਾਂਤ ਦੀ ਤੁਸੀਂ ਬੁੱਕ ਲੈ ਸਕਦੇ ਹੋ। ਇਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਪੋਲਿਟੀ ਮਿਲ ਜਾਏਗੀ। ਥੋੜਾ ਜਿਹਾ ਤੁਸੀਂ ਅਗਰ ਚਾਹੁੰਦੇ ਹੋ ਕਿ ਹਾਂ ਸਾਰੇ ਸਬਜੈਕਟ ਹੀ ਸਾਡੇ ਕਵਰ ਹੋ ਜਾਣ ਤੇ ਜ਼ਿਆਦਾ ਵੀ ਨਾ ਤੁਹਾਨੂੰ ਡੀਪ ਦੇ ਵਿੱਚ ਪੜ੍ਹਨਾ ਪਵੇ, ਤਾਂ ਤੁਸੀਂ ਕੀ ਕਰਨਾ, ਸੋ ਲక్ష్ਮੀ ਕਾਂਤ ਲਓਗੇ ਤਾਂ ਨਾਲ ਤੁਹਾਡੇ PPSC ਵੀ ਕਵਰ ਹੋ ਜਾਏਗੀ ਇਹਦੇ ਵਿੱਚ। ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣਾ PSSSB ਲਈ ਤੁਸੀਂ ਲੂਸੈਂਟ ਦੀ ਇੱਕ ਬੁੱਕ ਆਉਂਦੀ ਆ ਜਰਨਲ ਨੌਲੇਜ ਦੀ, ਲੂਸੈਂਟ ਲੈ ਲਓ ਚਾਹੇ ਅਰੀਹੰਟ ਦੀ ਲਾ ਲਓ। ਸੋ ਇਹਦੀ ਇੱਕ ਬੁੱਕ ਆਉਂਦੀ ਆ 150 ਜਾਂ 200 ਰੁਪਏ ਦੀ ਬੁੱਕ ਆ ਜਾਏਗੀ, ਦੋਨਾਂ ਚੋਂ ਜਿਹੜੀ ਮਰਜ਼ੀ ਬੁੱਕ ਲੈ ਲਓ। ਇਹਦੇ ਵਿੱਚ ਤੁਹਾਨੂੰ ਸਾਰੇ ਸਬਜੈਕਟ ਮਿਲ ਜਾਣਗੇ, ਇੰਪੋਰਟੈਂਟ ਫੈਕਟ ਇਹਦੇ ਵਿੱਚ ਮੈਂਸ਼ਨ ਹੋਣਗੇ ਤੇ ਕੁਝ ਵਧੀਆ ਗੱਲਾਂ ਵੀ ਇਹਦੇ ਵਿੱਚ ਲਿਖੀਆਂ ਹੋਈਆਂ ਨੇ। ਸਟੈਟਿਕ ਜੀਕੇ ਨਾਲ ਰਿਲੇਟਡ ਵੀ ਬਹੁਤ ਵਧੀਆ ਫੈਕਟ ਦਿੱਤੇ ਹੋਏ ਨੇ, ਇਹ ਤੁਸੀਂ ਕਰ ਸਕਦੇ ਹੋ, ਠੀਕ ਆ। ਸੋ ਅਗਰ ਤੁਸੀਂ ਆਪਣੀ ਕਲਾਸਾਂ ਤੋਂ ਨਹੀਂ ਕਰਨਾ ਚਾਹੁੰਦੇ, ਮੇਰੇ ਨੋਟਸ ਤੋਂ ਨਹੀਂ ਕਰਨਾ ਚਾਹੁੰਦੇ ਜਾਂ ਕਿਤੋਂ ਹੋਰ ਵੀ ਨਹੀਂ ਕਰਨਾ ਚਾਹੁੰਦੇ, ਤੁਹਾਡੀ ਰੀਡਿੰਗ ਹੈਬਿਟ ਬਹੁਤ ਵਧੀਆ ਵਾ, ਤੁਸੀਂ ਪਹਿਲਾਂ ਪੋਲਿਟੀ ਪੜ੍ਹ ਚੁੱਕੇ ਹੋ, ਤਾਂ ਤੁਸੀਂ ਲੂਸੈਂਟ ਤੋਂ ਵੀ ਕਰ ਸਕਦੇ ਹੋ। ਕੋਈ ਇਦਾਂ ਦੀ ਗੱਲ ਨਹੀਂ ਕਿ ਲੂਸੈਂਟ ਤੋਂ ਬਾਹਰ ਕੁਐਸਚਨ ਆਏਗਾ। ਤੁਸੀਂ ਹੁਣ ਖੁਦ ਪ੍ਰੀਵੀਅਸ ਈਅਰ ਪੇਪਰ ਜਾ ਕੇ ਦੇਖ ਲਓ, ਕੁਐਸਚਨ ਉਹਦੇ ਵਿੱਚੋਂ ਇਹਨਾਂ ਬੁੱਕਸ ਦੇ ਵਿੱਚੋਂ ਹੀ ਬਣਦੇ ਹੁੰਦੇ ਨੇ। ਜੇਕਰ ਮੈਂ ਵੀ ਡਾਟਾ ਬਣਾਇਆ ਹੋਇਆ ਤਾਂ ਮੈਂ ਵੀ ਤੁਹਾਨੂੰ ਲక్ష్ਮੀ ਕਾਂਤ ਤੇ ਲੂਸੈਂਟ ਫੋਲੋ ਕਰਕੇ ਹੀ ਡਾਟਾ ਬਣਾਇਆ ਹੋਇਆ। ਬਸ ਇਦਾਂ ਵਾ ਕਿ ਜਿਹੜਾ ਮੇਰਾ ਡਾਟਾ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਮਿਲੇਗਾ ਤੇ ਡਿਟੇਲ ਦੇ ਵਿੱਚ ਮਿਲੇਗਾ। ਡਿਟੇਲ ਦੇ ਵਿੱਚ ਇਦਾਂ ਮਤਲਬ ਕਿ ਨਾਲ ਤੁਹਾਨੂੰ ਫੈਕਟ ਤਾਂ ਮਿਲੇਗੇ ਹੀ ਮਿਲੇਗੇ ਤੇ ਨਾਲ ਦੀ ਨਾਲ ਜੋ ਉਹਨੂੰ ਐਕਸਪਲੇਨੇਸ਼ਨ ਕੀਤੀ ਹੋਈ ਆ ਉਹ ਵੀ ਤੁਹਾਨੂੰ ਨਾਲ ਡਿਟੇਲ 'ਚ ਮਿਲੇਗਾ। ਸੋ ਐਗਜ਼ਾਮੀਨਰ ਜਿੱਦਾਂ ਮਰਜ਼ੀ ਕੁਐਸਚਨ ਘੁਮਾ ਕੇ ਪੁੱਛ ਲਵੇ ਤਾਂ ਉਹ ਤੁਹਾਡਾ ਕਵਰ ਹੋ ਜਾਏਗਾ। ਹੁਣ ਆਪਾਂ ਅਗਲੇ ਤੇ ਚੱਲਦੇ ਹਾਂ, ਠੀਕ ਆ। ਪੋਲਿਟੀ ਕਲੀਅਰ ਹੋ ਗਿਆ। ਮੇਨ ਇਹਨਾਂ ਦੇ ਉੱਤੇ ਮੈਂ ਤੁਹਾਨੂੰ ਉਸੇ ਤਰ੍ਹਾਂ ਲਾਈਨ ਵਾਈਜ਼ ਲਗਾਏ ਹੋਏ ਨੇ ਕਿ ਪਹਿਲਾਂ ਤੁਸੀਂ ਕਿਹੜੀਆਂ ਚੀਜ਼ਾਂ ਕਰਨੀਆਂ ਨੇ। ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਆਫ ਇੰਡੀਅਨ ਫਰੀडम ਮੂਵਮੈਂਟ। ਦੇਖੋ ਜੀ, ਇੰਡੀਆ ਦੀ ਹਿਸਟਰੀ ਇਹਨਾਂ ਨੇ ਪੁੱਛ ਲਈ ਹੋਈ ਆ। ਕੀ ਕਰਨਾ ਜੀ, ਤੁਸੀਂ 1857 ਤੋਂ ਲੈ ਕੇ ਜਿਹੜੇ ਭਾਰਤੀ ਅੰਦੋਲਨ 1947 ਤੱਕ ਸਾਰਾ ਡਿਟੇਲ ਦੇ ਵਿੱਚ ਭਾਰਤ ਦਾ ਇਤਿਹਾਸ ਕਰ ਲਓ। ਬਸ ਇਹ ਸਾਰਿਆਂ ਦੀਆਂ ਮੇਰੀਆਂ ਟੋਟਲ 15 ਕਲਾਸਾਂ ਮੈਂ ਤੁਹਾਨੂੰ ਕਰਵਾ ਚੁੱਕਿਆ। 2 ਕਲਾਸਾਂ ਇਹਦੀਆਂ ਪੈਂਡਿੰਗ ਪਈਆਂ ਨੇ। ਸਿਰਫ 20 ਤੋਂ 25 ਮਿੰਟ ਦੀ ਕਲਾਸ ਆ ਤੁਹਾਡੀ। ਜੇਕਰ ਤੁਸੀਂ ਆਰਾਮ ਨਾਲ ਵੀ ਕਰਨ ਲੱਗੋ ਤਾਂ ਤੁਹਾਡਾ 6 ਘੰਟੇ ਦੇ ਵਿੱਚ ਇਹ ਸਾਰਾ ਤੁਹਾਡਾ ਸੁਤੰਤਰਤਾ ਅੰਦੋਲਨ ਪੂਰੇ ਹੋ ਜਾਣਗੇ। ਥਿਊਰੀ ਪਲੱਸ MCQ ਕੀਤੇ ਹੋਏ ਨੇ ਆਪਾਂ, ਠੀਕ ਹੈ ਜੀ। ਸੋ ਇਹਦੇ ਲਈ ਤੁਸੀਂ ਆਪਣਾ ਚੈਨਲ ਫੋਲੋ ਕਰ ਸਕਦੇ ਹੋ ਤਾਂ ਸਾਰਾ ਤੁਹਾਡਾ ਇਹ ਵੀ ਉਹਦੇ ਵਿੱਚ ਹੀ ਕਵਰ ਹੋ ਜਾਏਗਾ। ਇਹਦੇ ਲਈ ਵੀ ਤੁਹਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਹਿਸਟਰੀ ਲਈ ਵੀ ਮੈਂ ਤੁਹਾਨੂੰ ਕਹਿ ਰਿਹਾ ਕਿ ਆਪਣੇ ਚੈਨਲ ਦੇ ਉੱਤੇ ਮੈਂ ਸਾਰਾ ਕਵਰ ਕਰਵਾਇਆ ਹੋਇਆ। ਜਿਹੜੀਆਂ 2 ਕਲਾਸਾਂ ਪੈਂਡਿੰਗ ਪਈਆਂ, ਜਦੋਂ ਉਹ ਵੀ ਕਵਰ ਹੋ ਗਈਆਂ ਤਾਂ ਹਿਸਟਰੀ ਤੁਹਾਡੀ ਸਾਰੀ ਕਵਰ ਹੋ ਜਾਏਗੀ, ਠੀਕ ਆ। ਥਿਊਰੀ ਦੇ ਵਿੱਚ ਮੈਂ ਕਹਿ ਰਿਹਾ, ਨਾਲ ਮੈਂ ਕੁਝ MCQ ਵੀ ਕਰਵਾਏ ਹੋਇਆ। ਬਾਕੀ ਪੇਪਰ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਹੀ ਹੋਇਆ ਕਿ ਆਪਾਂ ਹਰੇਕ ਸਬਜੈਕਟ ਦੇ 200 MCQ ਜ਼ਰੂਰ ਕਰਾਂਗੇ ਜਿਹੜੇ ਇੰਪੋਰਟੈਂਟ ਹੋਣਗੇ, ਠੀਕ ਆ। ਸੋ ਨੈਕਸਟ ਆਪਾਂ ਕਰਦੇ ਹਾਂ ਜੀ ਹਿਸਟਰੀ ਆਫ ਪੰਜਾਬ, ਠੀਕ ਹੈ ਜੀ। ਇਹ ਇੰਪੋਰਟੈਂਟ ਨੇ, ਉੱਪਰ ਵਾਲੇ ਦੋਨੇ ਤੋਂ ਹੀ ਜ਼ਿਆਦਾ। ਹੁਣ ਆ ਗਈ ਜੀ ਹਿਸਟਰੀ ਆਫ ਪੰਜਾਬ 14ਵੀਂ ਸੈਂਚੁਰੀ ਤੋਂ ਬਾਅਦ ਦੀ। ਹੁਣ 14ਵੀਂ ਸੈਂਚੁਰੀ ਤੋਂ ਬਾਅਦ ਦੀ ਇਹ ਹੋ ਗਈ ਕਿ 1469 ਦੇ ਵਿੱਚ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਠੀਕ ਹੈ। ਪਹਿਲਾਂ ਤਾਂ ਉਹਨਾਂ ਨੇ ਸਿੱਖ ਹਿਸਟਰੀ ਪੁੱਛਣਗੇ, ਫਿਰ ਉਸ ਟਾਈਮ ਦੇ ਉੱਤੇ ਜਿਹੜੇ ਉਸ ਟਾਈਮ ਦੇ ਉੱਤੇ ਸ਼ਾਸਨ ਕਰ ਰਹੇ ਸੀਗੇ, ਠੀਕ ਆ, ਉਹਨਾਂ ਦੇ ਨਾਲ ਰਿਲੇਟਡ ਕੁਐਸਚਨ ਪੁੱਛ ਲੈਣਗੇ। ਸੋ ਜਿਹੜੇ ਆਪਣੇ ਰੂਲਰ ਸੀਗੇ, ਮਹਾਰਾਜਾ ਰਣਜੀਤ ਸਿੰਘ ਹੋ ਗਏ, ਹਰੀ ਸਿੰਘ ਨਲੂਆ ਹੋ ਗਏ, ਠੀਕ ਆ, ਹਰੀ ਸਿੰਘ ਨਲੂਆ ਹੋ ਗਏ, ਇਹ ਸਾਰੇ ਤੁਹਾਡੇ ਇਹਦੇ ਵਿੱਚ ਕਵਰ ਹੋ ਜਾਣਗੇ। ਸਿੱਖ ਮਿਸਲਾਂ ਹੋ ਗਈਆਂ, ਐਂਗਲੋ ਇੰਡੀਅਨ ਜਿਹੜੀਆਂ ਲੜਾਈਆਂ ਹੋਈਆਂ ਸੀਗੀਆਂ, ਆਪਣੀ ਐਂਗਲੋ ਸਿੱਖ ਲੜਾਈਆਂ ਹੋਈਆਂ ਸੀਗੀਆਂ, ਉਹ ਸਾਰਾ ਤੁਹਾਡਾ ਡਿਟੇਲ ਦੇ ਵਿੱਚ ਤੁਹਾਨੂੰ ਪੜ੍ਹਨਾ ਪੈਣਾ। ਇਹਦੇ ਲਈ ਵੀ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵਾਂ, ਠੀਕ ਆ। ਇਹਦੇ ਲਈ ਵੀ ਤੁਸੀਂ ਜੇਕਰ ਤੁਸੀਂ ਬੁੱਕ ਤੋਂ ਕਰਨਾ ਚਾਹੁੰਦੇ, ਮੈਂ ਤੁਹਾਨੂੰ ਉੱਪਰ ਵਾਲੇ ਦੀ ਬੁੱਕ ਦੱਸਣਾ ਭੁੱਲ ਗਿਆ। ਸੋ ਬੁੱਕ ਜੇਕਰ ਤੁਸੀਂ ਕੋਈ ਫੋਲੋ ਕਰਨਾ ਚਾਹੁੰਦੇ ਹੋ, ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ, ਤਾਂ ਇਹਦੇ ਲਈ ਵੀ ਤੁਸੀਂ ਲੂਸੈਂਟ ਦੀ ਹੀ ਬੁੱਕ ਕਰ ਸਕਦੇ ਹੋ। ਲੂਸੈਂਟ ਜਾਂ ਅਰੀਹੰਟ ਦੀ ਜਿਹੜੀ ਥਿਊਰੀ ਦੀ ਬੁੱਕ ਆ ਉਹ ਕਰਿਓ, ਠੀਕ ਆ ਜੀ, ਕਿਉਂਕਿ ਸਿੱਧੇ MCQ ਕਰਨ ਦਾ ਕੋਈ ਫਾਇਦਾ ਨਹੀਂ। MCQ ਕਰੋਗੇ ਤੇ ਜੇ ਪੇਪਰ ਦੇ ਵਿੱਚ ਥੋੜੇ ਜਿਹੇ ਔਖੇ ਕੁਐਸਚਨ ਆ ਗਏ, ਉਹਨਾਂ ਨੇ ਵਧੀਆ ਲੈਵਲ ਦੇ ਕੁਐਸਚਨ ਪਾਤੇ, ਤਾਂ ਤੁਸੀਂ ਉੱਥੇ ਜਾ ਕੇ ਕਲੀਨ ਬੋਲਡ ਹੋ ਜਾਣਾ, ਠੀਕ ਆ। ਸੋ ਇਹਦੀ ਪਹਿਲਾਂ ਥਿਊਰੀ ਕਰਨੀ ਆ, ਫਿਰ ਤੁਸੀਂ ਜਾ ਕੇ ਇਹਦੇ ਫੈਕਟ ਯਾਦ ਕਰਨੇ ਨੇ। ਨੈਕਸਟ, ਠੀਕ ਹੈ ਜੀ। ਹੁਣ ਇਹ ਤੁਹਾਨੂੰ ਮੈਂ ਦੱਸਤਾ ਲੂਸੈਂਟ ਕਰ ਲਓ। ਜੇਕਰ ਤੁਸੀਂ ਪੂਰੀ ਡਿਟੇਲ 'ਚ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇਹਦੇ ਲਈ ਕਾਫੀ ਬੁੱਕਸ ਆਉਂਦੀਆਂ ਨੇ। ਇੱਕ ਸਪੈਕਟਰਮ ਦੀ ਬੁੱਕ ਆਉਂਦੀ ਆ,
ਸਪੈਕਟਰਮ ਦੀ ਆਪਣੀ ਮਾਡਰਨ ਹਿਸਟਰੀ ਦੀ ਆਉਂਦੀ ਆ, ਇੱਕ ਵਿਪਨ ਚੰਦਰਾ ਦੀ ਬੁੱਕ ਆਉਂਦੀ ਆ, ਠੀਕ ਆ। ਇਹਨਾਂ ਤੋਂ ਕੋਈ ਵੀ ਬੁੱਕ ਤੁਸੀਂ ਲੈ ਸਕਦੇ ਹੋ। ਸੋ ਮੇਰੀ ਸੁਜੈਸ਼ਨ ਤੁਹਾਨੂੰ ਇਹੀ ਆ ਕਿ PSSB ਲਈ ਤੁਸੀਂ ਇੰਨੀਆਂ ਬੁੱਕਸ ਬਾਏ ਨਾ ਕਰੋ, ਤੁਸੀਂ ਲੂਸ਼ੈਂਟ ਦੀ ਬੁੱਕ ਜਾਂ ਅਰੀਹੰਟ ਦੀ ਬੁੱਕ ਥਿਊਰੀ ਵਾਲੀ ਬੁੱਕ ਲੈ ਕੇ ਕਰ ਸਕਦੇ ਹੋ ਜੇਕਰ ਤੁਸੀਂ ਬੁੱਕ ਤੋਂ ਤਿਆਰੀ ਕਰਨਾ ਚਾਹੁੰਦੇ ਹੋ। ਇਹਦੇ ਵਿੱਚ ਤੁਹਾਡੇ ਸਾਰੇ ਸਬਜੈਕਟ ਕਵਰ ਹੋ ਜਾਣਗੇ, ਚਾਹੇ ਇਕਨੋਮਿਕਸ ਹੋ ਗਿਆ, ਚਾਹੇ ਤੁਹਾਡਾ ਫਰੀडम ਹਿਸਟਰੀ ਹੋ ਗਿਆ, ਚਾਹੇ ਤੁਹਾਡਾ ਪੋਲਿਟੀ ਹੋ ਗਿਆ। ਨੈਕਸਟ ਕਰਦੇ ਹਾਂ ਜੀ ਆਪਾਂ ਹਿਸਟਰੀ ਆਫ ਪੰਜਾਬ, ਜਿਹੜਾ ਮੈਂ ਤੁਹਾਨੂੰ ਦੱਸਿਆ। ਇਹਦੇ ਲਈ ਤੁਸੀਂ ਕੀ ਕਰਨਾ, ਸਾਡਾ ਪੰਜਾਬ ਬੁੱਕ ਫੋਲੋ ਕਰ ਲਓ, ਬਸ ਸਾਡਾ ਪੰਜਾਬ ਬੁੱਕ ਕਰ ਲਓ। ਜੇਕਰ ਤੁਸੀਂ ਇਹ ਨਹੀਂ ਕਰ ਸਕਦੇ, ਇੱਕ ਨਾ 11ਵੀਂ 12ਵੀਂ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਆਉਂਦੀ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਦੇ ਵਿੱਚ ਪੂਰਾ ਇਤਿਹਾਸ ਡਿਟੇਲ ਦੇ ਵਿੱਚ ਪੰਜਾਬ ਦਾ ਇਤਿਹਾਸ ਦਿੱਤਾ ਹੋਇਆ 14ਵੀਂ ਸੈਂਚੁਰੀ ਤੋਂ ਬਾਅਦ ਦਾ। ਦੇਖ ਲਿਓ ਇੱਕ ਵਾਰ, ਪੰਜਾਬ PSEB ਦੀ ਸਾਈਟ ਦੇ ਉੱਤੇ ਤੁਹਾਨੂੰ ਇਹ ਬੁੱਕਸ ਮਿਲ ਜਾਣਗੀਆਂ, ਪੰਜਾਬੀ 'ਚ ਵੀ ਮਿਲ ਜਾਏਗੀ, ਇੰਗਲਿਸ਼ 'ਚ ਵੀ ਮਿਲ ਜਾਏਗੀ। 11ਵੀਂ ਜਾਂ 12ਵੀਂ ਦੀ ਕਲਾਸ ਦੀ ਤੁਸੀਂ ਇਹ ਕਰਨੀ ਹੈ, ਇਹਦੇ ਵਿੱਚ ਤੁਹਾਡਾ ਸਾਰਾ ਕਵਰ ਹੋ ਜਾਏਗਾ, ਜਾਂ ਤੁਹਾਡਾ ਸਾਡਾ ਪੰਜਾਬ ਦੇ ਵਿੱਚ ਵੀ ਇਹ ਸਾਰਾ ਕਵਰ ਹੋ ਜਾਏਗਾ, ਠੀਕ ਆ। ਸੋ ਇਹਨਾਂ ਤਿੰਨਾਂ ਦੇ ਉੱਤੇ ਪੂਰਾ ਫੋਕਸ ਕੀਤਾ ਹੋਇਆ ਤੁਸੀਂ। ਹੁਣ ਚੌਥਾ ਆ ਗਿਆ ਸਿਨੇਮਾ ਜੀ। ਸਿਨੇਮਾ 'ਚੋਂ PSSB ਕੁਐਸਚਨ ਪੁੱਛਦਾ ਹੀ ਪੁੱਛਦਾ। ਮੈਂ ਬਹੁਤ ਡਿਟੇਲ ਦੇ ਵਿੱਚ ਔਸਕਰ ਅਵਾਰਡ ਹੋ ਗਏ, ਚਾਹੇ ਆਪਣੇ ਹੋ ਗਏ ਆਪਣੇ ਇੰਡੀਅਨ ਦਾਦਾ ਸਾਹਿਬ ਫਾਲਕੇ ਅਵਾਰਡ ਹੋ ਗਏ, ਠੀਕ ਆ, ਚਾਹੇ ਆਪਣੇ ਆਈਫਾ ਅਵਾਰਡ ਹੋ ਗਏ, ਚਾਹੇ ਆਪਣੇ ਨੈਸ਼ਨਲ ਅਵਾਰਡ ਹੋ ਗਏ। ਇਹਦੇ ਨਾਲ ਮੈਂ ਤੁਹਾਨੂੰ ਇਹਨਾਂ ਦੇ ਸਾਰੇ ਸਟੈਟਿਕ ਫੈਕਟ ਵੀ ਸਿਨੇਮਾ ਦੇ ਕਰਾ ਚੁੱਕਿਆ। 1 ਘੰਟੇ ਦੀ ਆਪਣੀ ਵੀਡੀਓ ਆ, ਪੂਰਾ ਸਿਨੇਮਾ ਤੁਹਾਡਾ ਕਵਰ ਹੋ ਜਾਏਗਾ, ਥਿਊਰੀ ਦੇ ਰੂਪ 'ਚ ਕਰਵਾਇਆ ਵਾ ਮੈਂ। ਤੇ ਨਾਲ ਹੀ ਕੁਝ ਕੁਐਸਚਨ ਮੈਂ ਤੁਹਾਨੂੰ MCQ ਪਾ ਕੇ ਪ੍ਰੀਵੀਅਸ ਈਅਰ ਪੇਪਰਾਂ ਦੇ ਮੈਂ ਤੁਹਾਡਾ ਟੈਸਟ ਹੁਣੇ ਉਹਦੇ ਵਿੱਚ ਕਰ ਚੁੱਕਾ ਵਾ, ਠੀਕ ਆ, ਅਪਲੋਡ। ਤਾਂ ਤੁਸੀਂ ਦੇਖਣਾ ਵਾ ਹੁਣ ਇਹ ਚੀਜ਼ ਦੇ ਉੱਤੇ ਤੁਸੀਂ ਮੇਨ ਫੋਕਸ ਰੱਖਣਾ ਕਿ ਇਹਦੇ ਵਿੱਚੋਂ ਸਿਨੇਮਾ ਦੇ ਵਿੱਚੋਂ ਕੁਐਸਚਨ ਪੁੱਛਦੀ ਆ PSSB, ਠੀਕ ਆ ਜੀ। ਸੋ ਇੱਕ ਕਲਾਸ 'ਚ ਆਪਾਂ ਕਵਰ ਕੀਤਾ ਹੋਇਆ ਵਾ, ਨਾਲ ਹੀ ਕਰੰਟ ਪਲੱਸ ਆਪਣਾ ਸਟੈਟਿਕ। ਸੋ ਇਹਦੇ 'ਚੋਂ ਹੋਰ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਏਗੀ, ਇਹ ਆਪਾਂ ਕਰਵਾ ਦਿੱਤਾ ਹੋਇਆ। ਲਿਟਰੇਚਰ ਜੀ ਮੈਂ ਕਾਫੀ ਹੱਦ ਤੱਕ ਕਰਵਾ ਚੁੱਕਿਆ। ਸਾਹਿਤ ਦੀ ਅਗਰ ਆਪਾਂ ਗੱਲ ਕਰੀਏ, ਸਾਹਿਤ ਵੀ ਆਲਰੇਡੀ ਆਪਾਂ ਕਰਵਾ ਚੁੱਕੇ ਹਾਂ, ਠੀਕ ਆ। ਸਾਹਿਤ ਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜਿੱਦਾਂ ਕੋਈ ਅਵਾਰਡ ਹੁੰਦੇ ਆ, ਜਿੱਦਾਂ ਕਿ ਗਿਆਨਪੀਠ ਅਵਾਰਡ ਆਪਾਂ ਕੀਤਾ ਸੀ, ਠੀਕ ਆ। ਸੋ ਸਾਹਿਤੀਆ ਅਕੈਡਮੀ ਅਵਾਰਡ ਹੋ ਗਏ, ਠੀਕ ਆ। ਉਹਨਾਂ ਦੀ ਉਹ ਸਟੈਟਿਕ GK ਵੀ ਪੁੱਛ ਸਕਦੇ ਨੇ, ਜਾਂ ਉਹ ਆਪਣਾ ਕਰੰਟ 'ਚੋਂ ਵੀ ਪੁੱਛ ਸਕਦੇ ਆ ਕਿ 2021-22 ਦੇ ਵਿੱਚ ਕਿਹਨਾਂ ਨੂੰ ਸਾਹਿਤੀਆ ਅਕੈਡਮੀ ਅਵਾਰਡ ਮਿਲਿਆ, ਕਿਹਨਾਂ ਨੂੰ ਗਿਆਨਪੀਠ ਅਵਾਰਡ ਮਿਲਿਆ। ਇਹ ਸਾਰੇ ਅਵਾਰਡ ਮੈਂ ਤੁਹਾਨੂੰ ਕਰਵਾ ਚੁੱਕਿਆ। ਤੁਸੀਂ ਆਪਣੀ ਪੰਜਾਬ GK ਦੀ ਸਾਹਿਤ ਦੀ ਕਲਾਸ ਜਾ ਕੇ ਦੇਖ ਸਕਦੇ ਹੋ, ਉਹਦੇ ਵਿੱਚ ਮੈਂ ਪੂਰਾ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਵਾ ਤੁਹਾਨੂੰ। ਸੋ ਇਹਦੇ ਲਈ ਤੁਸੀਂ ਇੱਕ ਚੀਜ਼ ਇਹ ਫੋਲੋ ਕਰਦੇ ਆ, ਇੱਕ ਲਿਟਰੇਚਰ ਦੇ ਵਿੱਚ ਹੁੰਦਾ ਵਾ ਕਿ ਤੁਸੀਂ ਕਰੰਟ ਅਫੇਅਰ ਦੇ ਨਾਲ ਜੁੜਨਾ ਪੈਂਦਾ ਹੁੰਦਾ। ਕਰੰਟ ਅਫੇਅਰ ਜਦੋਂ ਆਪਾਂ ਕਰਾਂਗੇ ਤਾਂ ਕਰੰਟ ਅਫੇਅਰ ਦੇ ਵਿੱਚ ਮੈਂ ਤੁਹਾਨੂੰ ਜੋ ਵੀ ਇਹਦੇ ਨਾਲ ਰਿਲੇਟਡ ਕੋਈ ਅਵਾਰਡ ਵਗੈਰਾ ਹੋਣਗੇ, ਉਹ ਮੈਂ ਤੁਹਾਨੂੰ ਸਾਹਿਤ ਦੇ ਨਾਲ ਰਿਲੇਟਡ ਕੋਈ ਬੁੱਕ ਆਈ ਆ, ਉਹ ਚੀਜ਼ਾਂ ਦੇ ਉੱਤੇ ਫੋਕਸ ਕਰਕੇ ਤੁਹਾਡੇ ਇਹ ਕਵਰ ਹੋ ਜਾਣਗੇ, ਠੀਕ ਆ। ਇਹ ਜ਼ਿਆਦਾਤਰ ਇਹ ਵਾਲੀ ਜਿਹੜੀਆਂ ਸਾਹਿਤ ਮੈਂ ਤੁਹਾਨੂੰ ਟੌਪਿਕ ਆ, ਇਹ ਜ਼ਿਆਦਾਤਰ ਤੁਹਾਨੂੰ ਕੋਸ਼ਿਸ਼ ਕਰਿਓ ਕਿ ਵੈਸੇ ਤਾਂ ਤੁਹਾਡਾ ਇਹ ਸਾਡਾ ਪੰਜਾਬ ਦੇ ਵਿੱਚ ਵੀ ਤੁਹਾਨੂੰ ਪੰਜਾਬ ਦਾ ਸਾਹਿਤ ਦੇਖਣ ਨੂੰ ਮਿਲ ਜਾਏਗਾ, ਸਾਡਾ ਪੰਜਾਬ ਕਰ ਲਿਓ, ਤੇ ਅਦਰਵਾਈਜ਼ ਨਹੀਂ ਤਾਂ ਤੁਹਾਨੂੰ ਥੋੜੀ ਜਿਹੀ ਆਪ ਹੀ ਇਹਦੇ ਨਾਲ ਰਿਲੇਟਡ ਮਿਹਨਤ ਕਰਨੀ ਪੈਣੀ ਆ ਲਿਟਰੇਚਰ, ਕਿਉਂਕਿ ਇਹ ਬਹੁਤ ਵੱਡਾ ਟੌਪਿਕ ਆ ਜਾਂਦਾ। ਤੇ ਇੱਕ ਇਹਦੇ ਵਿੱਚ ਕਰੰਟ ਅਫੇਅਰ ਤੇ ਥੋੜਾ ਜਿਹਾ ਫੋਕਸ ਕਰ ਲਿਆ, ਕਿਉਂਕਿ ਉਹ ਕਰੰਟ ਅਫੇਅਰ ਪੁੱਛਦੇ ਨੇ, ਠੀਕ ਹੈ ਜੀ, ਸਾਹਿਤ ਦੇ ਵਿੱਚੋਂ। ਨੈਕਸਟ ਆ ਗਿਆ ਸੋ ਸਟੈਟਿਕ ਦਾ ਪੁੱਛਣੀ ਆ, ਸਟੈਟਿਕ ਮੈਂ ਕਰਵਾ ਚੁੱਕਿਆ ਮੈਂ ਤੁਹਾਨੂੰ। ਹੁਣ ਆ ਗਈ ਜੀ ਸਪੋਰਟਸ। ਅਗਲੀ ਕਲਾਸ ਆਪਣੀ ਸਪੋਰਟਸ ਦੀ ਹੋਵੇਗੀ, ਸਟੈਟਿਕ GK ਪਲੱਸ ਕਰੰਟ ਅਫੇਅਰ। ਸਟੈਟਿਕ GK ਤਾਂ ਆਪਾਂ ਕਰਾਂਗੇ ਹੀ ਕਰਾਂਗੇ। ਕਰੰਟ ਅਫੇਅਰ ਦਾ ਮਤਲਬ ਇਹ ਹੁੰਦਾ ਵਾ ਕਿ ਕਰੰਟ ਅਫੇਅਰ ਨਾਲ ਰਿਲੇਟਡ 2021-22 ਦੇ ਵਿੱਚ, ਹੁਣ ਫਿਲਹਾਲ 2022 ਹੀ ਕਰਾਂਗੇ ਆਪਾਂ, 2022 ਚ ਜਿਹੜੇ ਵੀ ਟੂਰਨਾਮੈਂਟ ਹੋ ਚੁੱਕੇ ਨੇ ਜਾਂ ਹੋਣੇ ਨੇ, ਉਹਦੇ ਵੈਨਿਊ ਕਿੱਥੇ ਨੇ। ਹੁਣ ਇਹਦੇ ਵਿੱਚ ਸਪੋਰਟਸ ਦੇ ਵਿੱਚ ਆਪਾਂ ਕੀ ਕਰਨੇ ਹੁੰਦੇ। ਹੁਣ ਇਹਦੇ ਵਿੱਚ ਆਪਾਂ ਓਲੰਪਿਕ ਕਰਨੀਆਂ ਹੁੰਦੀਆਂ, ਜਿਹੜੀਆਂ ਹੋ ਗਈਆਂ ਜਾਂ ਹੋਣ ਵਾਲੀਆਂ, ਕਿੱਥੇ ਹੋਣਗੀਆਂ, ਕਿੱਥੇ ਹੋ ਗਈਆਂ, ਕਿਹਨੂੰ ਮੈਡਲ ਮਿਲਿਆ, ਕਿਹਨੇ 골ਡ ਮੈਡਲ ਜਿੱਤਿਆ, ਭਾਰਤ ਦਾ ਸਥਾਨ ਕੀ ਰਿਹਾ, ਭਾਰਤ ਵੱਲੋਂ ਕਿੰਨੇ ਮੈਡਲ ਜਿੱਤੇ, ਇਹ ਸਾਰਾ ਮੈਂ ਤੁਹਾਨੂੰ ਓਲੰਪਿਕ ਕਰਾਊਂਗਾ। ਕ੍ਰਿਕਟ ਦੀ ਮੈਂ ਤੁਹਾਨੂੰ ਹਿਸਟਰੀ ਵਿਦ ਹਿਸਟਰੀ, ਠੀਕ ਆ। ਇਹਦੀ ਨਾਲ ਸਟੈਟਿਕ ਹਿਸਟਰੀ ਵੀ ਮੈਂ ਤੁਹਾਨੂੰ GK ਦੇ ਵਿੱਚ ਹਿਸਟਰੀ ਵੀ ਕਰਵਾਊਂਗਾ, ਕ੍ਰਿਕਟ ਦੀ ਮੈਂ ਤੁਹਾਨੂੰ ਹਿਸਟਰੀ ਵੀ ਕਰਾਊਂਗਾ, ਤੇ ਕਰੰਟ ਅਫੇਅਰ ਜਿਹੜੇ 2021-22 ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਚੁੱਕੀਆਂ ਨੇ, ਇਵੈਂਟਸ ਹੋ ਚੁੱਕੇ ਨੇ, ਹਾਕੀ ਤੇ ਆਪਾਂ ਸਾਰਾ ਡਿਟੇਲ ਦੇ ਵਿੱਚ ਸਟੈਟਿਕ ਪਲੱਸ ਕਰੰਟ ਕਰਾਂਗੇ। ਤੇ ਨਾਲ ਹੀ ਆਪਾਂ ਜੋ ਇਹਨਾਂ ਦੇ ਵਿੱਚ ਪੁੱਛੇ ਜਾਂਦੇ ਨੇ ਕਿ ਜਿਹੜੇ ਆਪਣੇ ਟੈਨਿਸ ਮੁਕਾਬਲੇ ਹੁੰਦੇ ਨੇ, ਸੋ ਸਾਰਾ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਕਰਵਾਵਾਂਗਾ। ਇਹਦੀ ਜ਼ਿੰਮੇਵਾਰੀ ਤੁਹਾਡੀ ਵੀ, ਮੈਂ ਕਹਿ ਰਿਹਾ ਕਿ ਆਪਣਾ ਚੈਨਲ ਹੀ ਲਵੇਗਾ। ਸੋ ਸਪੋਰਟਸ ਮੈਂ ਪੂਰਾ ਡਿਟੇਲ ਦੇ ਵਿੱਚ ਕਰਵਾਵਾਂਗਾ, ਠੀਕ ਆ। ਹੁਣ ਉੱਪਰ ਤੱਕ ਜਿੰਨੇ ਵੀ ਅਜੇ ਤੱਕ ਹੋਏ ਨੇ, ਠੀਕ ਆ, ਅਜੇ ਪੈਂਡਿੰਗ ਆ, ਠੀਕ ਆ। ਇਹ ਚੀਜ਼ ਯਾਦ ਰੱਖਣੀ ਆ, ਅਜੇ ਪੈਂਡਿੰਗ ਆ। ਜਿਹੜਾ ਮੈਂ ਰੈੱਡ ਯੈਲੋ ਕੀਤਾ, ਇਹ ਪੈਂਡਿੰਗ ਪਈ ਆ ਕਲਾਸ। ਅਗਲੀ ਕਲਾਸ ਇਹੀ ਆ ਆਪਣੀ। ਉੱਪਰ ਵਾਲੇ 5 ਮੈਂ ਤੁਹਾਨੂੰ ਕਰਵਾ ਚੁੱਕਿਆ, ਜਾਂ ਕਲਾਸਾਂ ਚੱਲ ਰਹੀਆਂ ਨੇ, ਮੈਂ ਹੀ ਪੂਰੀਆਂ ਕਰਵਾਊਂਗਾ, ਠੀਕ ਆ ਜੀ। ਚਾਹੇ 1 ਮਹੀਨੇ ਨੂੰ ਪੂਰੀਆਂ ਹੋ ਜਾਣ, ਚਾਹੇ 15 ਦਿਨਾਂ ਨੂੰ ਪੂਰੀਆਂ ਹੋ ਜਾਣ ਇਹ ਕਲਾਸਾਂ। ਹੁਣ ਕਰੰਟ ਅਫੇਅਰ ਮੈਂ ਸ਼ੁਰੂ ਕਰਨ ਜਾ ਰਿਹਾ ਤੁਹਾਡੇ ਤੋਂ ਜੂਨ ਦੇ 1 ਜੂਨ ਤੋਂ ਸ਼ੁਰੂ ਕਰਾਂਗਾ, ਠੀਕ ਆ। ਹਰੇਕ ਸੰਡੇ ਤੁਹਾਡੀ ਕਲਾਸ ਹੋਇਆ ਕਰੂਗੀ। ਹੁਣ ਪਹਿਲਾਂ ਇੱਕ ਵਾਰੀ ਆਪਾਂ ਥੋੜਾ ਤੇਜ਼ੀ ਨਾਲ ਕਰਾਂਗੇ, ਚਾਹੇ ਆਪਾਂ 7 ਦਿਨ ਦੇ ਕਰ ਲਿਆ ਕਰਾਂਗੇ, ਚਾਹੇ ਆਪਾਂ 10 ਦਿਨ ਦੇ ਕਰ ਲਿਆ ਕਰਾਂਗੇ। ਸੋ ਕਰੰਟ ਅਫੇਅਰ ਦੇ ਵਿੱਚ ਵੀ ਜ਼ਿਆਦਾ ਆਪਾਂ ਕੀ ਧਿਆਨ ਰੱਖਣਾ ਹੁੰਦਾ ਵਾ। ਕਰੰਟ ਅਫੇਅਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਬਹੁਤ ਵੱਡੀਆਂ ਮੈਗਜ਼ੀਨਾਂ PSSB ਲਈ ਪੜ੍ਹਨੀਆਂ। ਮੈਗਜ਼ੀਨ ਪੜ੍ਹਨ ਦੀ ਤੁਹਾਨੂੰ PSSB ਲਈ ਨਹੀਂ ਲੋੜਗੀ। ਕੀ ਕਰਨਾ ਵਾ ਤੁਸੀਂ ਕਰੰਟ ਅਫੇਅਰ ਲਈ, ਜੇਕਰ ਤੁਸੀਂ ਕਰੰਟ ਅਫੇਅਰ PSSB ਵੈਸੇ ਘੱਟ ਕੁਐਸਚਨ ਪੁੱਛਦਾ, ਪਰ ਇਹਨਾਂ ਨੇ ਹੁਣ 30 ਨੰਬਰ ਦਾ ਹੀ GK ਪਾਈ ਹੋਈ ਆ ਕੱਲੀ ਤਾਂ ਕਰੰਟ ਅਫੇਅਰ ਦੇ ਤੁਹਾਨੂੰ 4-5 ਕੁਐਸਚਨ ਐਕਸਪੈਕਟਡ ਨੇ ਕਿ ਆਉਣਗੇ ਹੀ ਆਉਣਗੇ, ਕਿਉਂਕਿ ਥੋੜਾ ਜਿਹਾ ਉਹ ਕਰਨਗੇ, ਠੀਕ ਆ ਜੀ। ਹੁਣ ਇਹਦੇ ਵਿੱਚ ਕਰੰਟ ਅਫੇਅਰ ਦੇ ਵਿੱਚ ਮੰਨ ਲਓ ਕਿਸੇ ਦੀ ਨਵੀਂ ਅਪੁਆਇੰਟਮੈਂਟ ਹੋਈ ਆ, ਠੀਕ ਆ ਜੀ,
ਕੋਈ ਅਪਾਇੰਟਮੈਂਟ ਹੋਈ ਆ ਇਹਦੇ ਤੋਂ ਆਊਗਾ, ਸਪੋਰਟਸ ਤੋਂ ਕੁਐਸਚਨ ਆਉਣਗੇ, ਠੀਕ ਆ, ਕਰੰਟ ਅਫੇਅਰ ਦੇ ਵਿੱਚ। ਹੁਣ ਇਹਦੇ ਵਿੱਚ ਮੰਨ ਲਓ ਕਿਸੇ ਦੀ ਵੀ ਕੋਈ ਡੈਥ ਹੁੰਦੀ ਆ, ਉਹਦੇ ਬਾਰੇ ਆਪਾਂ ਪੜ੍ਹਨਾ ਵਾ, ਠੀਕ ਆ, ਉਹਦੇ ਵਿੱਚ ਕਰੰਟ ਅਫੇਅਰ ਦੇ ਵਿੱਚ ਪੁੱਛ ਲੈਂਦੇ ਨੇ, ਉਹਦੀ ਲਾਈਫ ਬਾਰੇ, ਜੀਵਨੀ ਬਾਰੇ ਪੁੱਛ ਲੈਣਗੇ ਉਹ। ਸੋ ਕਰੰਟ ਅਫੇਅਰ ਦੇ ਵਿੱਚ ਮੇਨ ਫੋਕਸ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਕਰਨਾ ਹੁੰਦਾ। ਵੈਸੇ ਵੀ ਆਪਾਂ ਸਾਰਾ ਕਰਨਾ ਹੁੰਦਾ ਵਾ ਕਿ ਕਿਹੜੇ ਕਿਹੜੇ ਮੋਸਟ ਇੰਪੋਰਟੈਂਟ ਬਣਦੇ ਆ। ਇੱਕ ਇਹਦੇ ਵਿੱਚ ਨਾ ਡੇਜ਼ ਜ਼ਰੂਰ ਪੁੱਛਦੇ ਆ ਸਟੈਟਿਕ ਫੈਕਟ ਦੇ ਵਿੱਚ, ਕਿ ਡੇਜ਼ ਤੇ ਥੀਮ। ਇਹਦੀ ਕਲਾਸ ਮੈਂ ਆਲਰੇਡੀ ਤੁਹਾਡੀ ਆਪਣੀ YouTube ਦੇ ਉੱਤੇ ਅਪਲੋਡ ਕੀਤੀ ਹੋਈ ਆ, 2 ਪਾਰਟਸ ਦੇ ਵਿੱਚ, ਪੂਰੇ ਸਾਲ ਦੇ ਡੇਟਸ ਪਲੱਸ ਜਿਨ੍ਹਾਂ ਦੀਆਂ ਥੀਮਸ ਅਨਾਉਂਸ ਹੋ ਚੁੱਕੀਆਂ ਨੇ, ਡਿਟੇਲ ਦੇ ਵਿੱਚ ਕੀਤੀ ਹੋਈ ਆ। ਤੁਸੀਂ ਜਾ ਕੇ ਆਪਣੀਆਂ ਸਟੈਟਿਕ ਜੀਕੇ ਦੀ ਕਲਾਸ ਦੇਖ ਸਕਦੇ ਹੋ, ਠੀਕ ਹੈ ਜੀ। ਬਾਕੀ ਮੈਂ ਕਰੰਟ ਅਫੇਅਰ ਸ਼ੁਰੂ ਕਰਨ ਲੱਗਿਆ। ਕਰੰਟ ਅਫੇਅਰ ਪਹਿਲਾਂ ਆਪਾਂ ਜੂਨ ਤੋਂ ਕਰਾਂਗੇ, ਉਸ ਤੋਂ ਬਾਅਦ ਜੇਕਰ ਤੁਹਾਡਾ ਪੇਪਰ ਅਗਸਤ ਸਤੰਬਰ ਦੇ ਵਿੱਚ ਹੁੰਦਾ ਵਾ ਤਾਂ ਮੈਂ ਪਿਛਲੇ ਤੁਹਾਨੂੰ ਫਟਾਫਟ ਜਿਹੜੇ 2-3 ਮਹੀਨੇ ਦੇ ਹੋਣਗੇ ਉਹ ਮੈਂ ਕਰਵਾ ਦੇਵਾਂਗਾ, ਕਿਉਂਕਿ ਅਜੇ ਆਪਾਂ ਨੂੰ ਫਿਲਹਾਲ ਕੁਝ ਪਤਾ ਨਹੀਂਗਾ ਕਿ ਪੇਪਰ ਕਦੋਂ ਹੋਵੇਗਾ, ਕਿ 2 ਮਹੀਨੇ ਨੂੰ ਹੋਵੇਗਾ, 3 ਮਹੀਨੇ। ਇੱਕ ਵਾਰ ਡੇਟ ਅਨਾਉਂਸ ਹੋ ਗਿਆ, ਕਿਉਂਕਿ ਡੇਟ ਵੀ ਅਨਾਉਂਸ ਹੋ ਗਈ ਤਾਂ ਵੀ ਤੁਹਾਨੂੰ 1 ਮਹੀਨੇ ਦਾ ਟਾਈਮ ਤਾਂ ਘੱਟੋ ਘੱਟ ਉਹ ਦੇਣਗੇ ਹੀ ਦੇਣਗੇ। 1 ਮਹੀਨਾ ਪਹਿਲਾਂ ਡੇਟ ਅਨਾਉਂਸ ਕਰ ਦੇਣਗੇ ਕਿ ਇਦਾਂ ਤੁਹਾਡਾ ਇਹ ਪੇਪਰ ਆ, ਠੀਕ ਆ। ਆਲਮੋਸਟ 1 ਮਹੀਨਾ ਹਰੇਕ ਪੇਪਰ ਲਈ ਦਿੱਤਾ ਹੀ ਹੈ ਇਹਨਾਂ ਨੇ ਪਿਛਲੀ ਵਾਰ ਵੀ, ਠੀਕ ਹੈ ਜੀ। ਸੋ ਕਰੰਟ ਅਫੇਅਰ ਮੈਂ ਕਰਵਾਊਂਗਾ, ਠੀਕ ਹੈ ਜੀ, ਚੈਨਲ ਦੇ ਉੱਤੇ ਕਰਾਊਂਗਾ। ਬਾਕੀ ਜੇਕਰ ਤੁਸੀਂ ਕੁਝ ਹੋਰ ਵੀ ਫੋਲੋ ਕਰਨਾ ਚਾਹੁੰਦੇ ਹੋ, ਇੱਕ ਗਿਆਨਮ ਦੀ ਮੈਗਜ਼ੀਨ ਆਉਂਦੀ ਆ, ਤੁਸੀਂ ਕਰ ਸਕਦੇ ਹੋ ਫੋਲੋ, ਠੀਕ ਆ। ਕੋਈ ਹੋਰ ਮੈਗਜ਼ੀਨ ਵੀ ਜੇਕਰ ਤੁਹਾਨੂੰ ਕੋਈ ਵਧੀਆ ਲੱਗਦੀ ਹੈ ਜਿਹਦੇ ਵਿੱਚ ਵਧੀਆ ਫੈਕਟ ਦਿੱਤੇ ਹੋਏ ਨੇ 2022 ਦੇ, ਠੀਕ ਆ, ਉਹ ਤੁਸੀਂ ਕਰ ਸਕਦੇ ਹੋ। ਬਸ ਗਿਆਨਮ ਦੀ ਜਿਹੜੀ ਮੈਗਜ਼ੀਨ ਆਉਂਦੀ ਆ ਉਹ ਸ਼ਾਇਦ ਇਹ 1 ਮਹੀਨਾ ਜਾਂ 2 ਮਹੀਨਾ ਪਿੱਛੇ ਆਉਂਦੀ ਆ, ਸੋ ਇਹ ਤੁਹਾਨੂੰ ਥੋੜਾ ਜਿਹਾ ਪ੍ਰੋਬਲਮ ਹੋ ਸਕਦੀ ਹੈ। ਬਾਕੀ ਤੁਸੀਂ ਚੈੱਕ ਕਰ ਦਿਓ, ਮੈਨੂੰ ਪੱਕਾ ਨਹੀਂ ਪਤਾ ਕਿ 1 ਮਹੀਨਾ ਇਹ ਪਿੱਛੇ ਆਉਂਦੀ ਆ 2 ਮਹੀਨੇ ਕਿ ਨਹੀਂ, ਇੱਕ ਵਾਰ ਤੁਸੀਂ ਚੈੱਕ ਕਰ ਲੈਣਾ। ਜੇਕਰ ਤੁਹਾਨੂੰ ਇਹ ਮਿਲਦੀ ਹੋਈ ਤਾਂ ਇਹਦੇ ਵਿੱਚ ਵੀ ਤੁਹਾਡਾ ਕਰੰਟ ਅਫੇਅਰ ਸਾਰਾ ਕਵਰ ਹੋ ਜਾਏਗਾ, ਠੀਕ ਹੈ, ਗਿਆਨਮ ਦੀ ਮੈਗਜ਼ੀਨ ਦੇ ਵਿੱਚ। ਜਾਂ ਤੁਸੀਂ ਕੋਈ ਹੋਰ ਮੈਗਜ਼ੀਨ ਜਾਂ ਕੋਈ ਹੋਰ ਤੁਸੀਂ ਚੈਨਲ ਵੀ ਫੋਲੋ ਕਰ ਰਹੇ ਹੋ, ਠੀਕ ਆ। ਹੋਰ ਦੇਖੋ, ਹੁਣ ਇੱਕ ਚੈਨਲ ਹੋਰ ਆ ਆਪਣਾ ਸਟੱਡੀ ਆਈਕਿਊ ਚੈਨਲ ਤੋਂ ਵੀ ਤੁਸੀਂ ਕਰ ਸਕਦੇ ਹੋ, ਜੇਕਰ ਤੁਹਾਨੂੰ ਇਹਨਾਂ ਦਾ ਆਪਣਾ ਡਾਕਟਰ ਗੌਰਵ ਗਰਗ ਕੋਈ ਇਦਾਂ ਕਰਕੇ ਨੇ, ਠੀਕ ਹੈ ਜੀ। ਸਟੱਡੀ ਆਈਕਿਊ ਤੋਂ ਤੁਸੀਂ ਆਪਣਾ ਕਰ ਸਕਦੇ ਹੋ, ਠੀਕ ਹੈ ਜੀ, ਕਰੰਟ ਅਫੇਅਰ। ਨੈਕਸਟ ਆ ਗਿਆ ਜੀ ਸਾਡਾ ਇਕੋਨੋਮਿਕ ਇਸ਼ੂ ਵੀ ਤੁਹਾਨੂੰ ਮੈਂ ਕਵਰ ਕਰਾਵਾਂਗਾ। ਅਜੇ ਫਿਲਹਾਲ ਜਿਹੜੇ ਉੱਪਰ ਵਾਲੇ ਸਬਜੈਕਟ ਜਿਹੜੇ ਮੈਂ ਤੁਹਾਨੂੰ ਕਹੇ ਨੇ, ਠੀਕ ਆ, ਉਹ ਆਪਣੇ ਚੱਲ ਰਹੇ ਨੇ। ਸਭ ਤੋਂ ਪਹਿਲਾਂ ਮੈਂ ਉਹ ਕਵਰ ਕਰਾਉਣੇ ਨੇ ਆ 7 ਨੰਬਰ ਤੱਕ, ਜਿਹੜੇ ਮੈਂ ਤੁਹਾਨੂੰ ਦੱਸ ਚੁੱਕਿਆ ਵਾਂ। ਇਹ ਜਿਹੜੇ ਸਿਲੇਬਸ ਦੇ ਅਕੋਰਡਿੰਗ ਹੋ ਗਿਆ, ਇਹ 7 ਨੰਬਰ ਤੱਕ ਪੂਰੇ ਹੋਣਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਇਨਵਾਇਰਨਮੈਂਟ ਇਕੋਨੋਮਿਕਸ ਸਟਾਰਟ ਕਰਾਵਾਂਗਾ। ਹੁਣ ਜੇਕਰ ਤੁਸੀਂ ਇਕੋਨੋਮਿਕਸ ਦੇ ਵਿੱਚ ਕੀ ਪੜ੍ਹਨਾ, ਇਹਦੇ ਵਿੱਚ ਕੀ ਪੜ੍ਹਨਾ ਹੁੰਦਾ ਵਾ ਨਾ, ਮੇਨ ਤੁਸੀਂ ਧਿਆਨ ਰੱਖਣਾ ਹੁੰਦਾ ਇਹਦੇ ਵਿੱਚ। ਇਕੋਨੋਮਿਕਸ ਦੇ ਵਿੱਚ ਇੱਕ ਤਾਂ ਤੁਸੀਂ ਜੇਕਰ ਕੋਈ ਬੁੱਕ ਫੋਲੋ ਕਰਨਾ ਤਾਂ 11ਵੀਂ 12ਵੀਂ ਦੀ NCERT ਤੁਸੀਂ ਫੋਲੋ ਕਰ ਸਕਦੇ ਹੋ। ਇਹਦੇ ਵਿੱਚ ਵੀ ਕੀ ਹੁੰਦਾ ਵਾ ਕਿ ਇਹਦੇ ਵਿੱਚ ਤੁਹਾਡੀ ਇੰਡੀਆ ਦੀਆਂ ਜਿਹੜੀਆਂ ਇਕੋਨੋਮਿਕ ਡਿਵੈਲਪਮੈਂਟ ਹੋਈਆਂ ਨੇ, ਠੀਕ ਆ, ਇਕੋਨੋਮਿਕ ਡਿਵੈਲਪਮੈਂਟ ਹੋਈਆਂ ਨੇ ਜਿਹੜੀਆਂ ਕਿ ਮੰਨ ਲਓ 5 ਈਅਰ ਪਲਾਨ ਹੋ ਗਏ, ਜਾਂ ਉਹਦੇ ਵਿੱਚ ਕਦੋਂ ਮਾਡਰਨਾਈਜੇਸ਼ਨ ਹੋਇਆ ਸੀ, ਇੰਡਸਟਰੀਜ਼ ਦਾ ਮਾਡਰਨਾਈਜੇਸ਼ਨ ਹੋਇਆ ਸੀ, ਕਿਹੜੇ ਸਾਲ ਦੇ ਵਿੱਚ ਕਿਹੜੇ ਪਲਾਨ ਆਇਆ, 5 ਈਅਰ ਪਲਾਨ, ਹੌਲੀਡੇ ਪਲਾਨ ਕਦੋਂ ਆਇਆ, ਠੀਕ ਆ। ਸੋ ਇਹ ਸਾਰਾ ਤੁਹਾਡਾ ਕਵਰ ਹੋ ਜਾਏਗਾ ਇਹਦੇ ਵਿੱਚ। ਤੇ ਹੋਰ ਕੀ ਤੁਸੀਂ ਇਹਦੇ ਵਿੱਚ ਮਾਡਰਨ ਹਿਸਟਰੀ ਆਪਣੀ ਇਕੋਨੋਮਿਕਸ ਦੇ ਵਿੱਚ ਹੋਰ ਤੁਸੀਂ ਕੀ ਕਰ ਸਕਦੇ ਹੋ, ਇੱਕ ਇਹ 'ਚ ਮਾਈਕਰੋ ਇਕਨੋਮੀ ਤੇ ਮੈਕਰੋ ਇਕਨੋਮੀ ਵੀ ਤੁਸੀਂ ਕਰਨੀ ਆ। ਤੇ ਇੱਕ ਇਹਦੇ ਵਿੱਚ ਤੁਸੀਂ ਕੀ ਕਰਨਾ ਵਾ, ਨੀਤੀ ਆਯੋਗ। ਚੰਗੀ ਤਰ੍ਹਾਂ ਕਰ ਲਿਓ ਇਹਨੂੰ, ਕਿਉਂਕਿ ਐਗਜ਼ਾਈਜ਼ ਦੇ ਪੇਪਰ ਦੇ ਵਿੱਚ ਇਕੋਨੋਮਿਕ ਜ਼ਿਆਦਾ ਆਏਗੀ, ਠੀਕ ਆ। ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਕਿ ਐਗਜ਼ਾਈਜ਼ ਦੇ ਪੇਪਰ ਦੇ ਵਿੱਚ ਇਕੋਨੋਮਿਕ ਜ਼ਿਆਦਾ ਆਏਗੀ। ਸੋ ਇਕਨੋਮਿਕਸ ਤੁਹਾਡੀ ਇਹਦੇ ਵਿੱਚ ਐਗਜ਼ਾਈਜ਼ ਦੇ ਪੇਪਰ ਦੇ ਵਿੱਚ ਕਵਰ ਹੋ ਜਾਏਗੀ। ਸੋ ਦੂਜੇ ਵਿੱਚ ਵੀ ਆਏਗੀ, ਇਦਾਂ ਕਿ ਨਹੀਂ ਆਏਗੀ, ਉਹਦੇ ਵਿੱਚ ਸ਼ਾਇਦ ਘੱਟ ਆਵੇ। ਤੇ ਇਹਦੇ ਵਿੱਚ ਤੁਹਾਡੇ 3-4-5 ਕੁਐਸਚਨ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ, ਠੀਕ ਆ, ਇਹਨਾਂ 30 ਨੰਬਰ ਦੇ ਵਿੱਚੋਂ। ਸੋ ਇਕੋਨੋਮਿਕਸ ਤੁਹਾਨੂੰ ਉਹਦੇ ਲਈ ਜ਼ਿਆਦਾ ਇੰਪੋਰਟੈਂਟ ਰਹੇਗੀ। ਹੁਣ ਦੇਖੋ ਜੀ, ਇਕੋਨੋਮਿਕਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਹੋਰ ਇਹਦੇ ਵਿੱਚ ਤੁਸੀਂ ਕੀ ਫੋਲੋ ਕਰ ਸਕਦੇ ਹੋ। ਬੁੱਕਸ ਦੇ ਵਿੱਚ ਜੇਕਰ ਤੁਸੀਂ ਵੈਸੇ ਲੂਸ਼ਨ ਤੇ ਅਰੀਹੰਟ ਦੇ ਵਿੱਚ ਵੀ ਬਹੁਤ ਵਧੀਆ ਫੈਕਟ ਦਿੱਤੇ ਹੋਏ ਨੇ, ਜਿਹੜੀ ਆਪਣੀ ਥਿਊਰੀ ਬੁੱਕ ਆ, ਇਹ ਵੀ ਤੁਸੀਂ ਕਰ ਸਕਦੇ ਹੋ, ਠੀਕ ਆ। ਉਹਦੇ ਵਿੱਚੋਂ ਵੀ ਤੁਹਾਡੇ ਕਵਰ ਹੋ ਜਾਣਗੇ। 5 ਈਅਰ ਪਲਾਨ ਵੀ ਉਹਨਾਂ ਨੇ ਦਿੱਤੇ ਹੋਏ ਆ। ਨੀਤੀ ਆਯੋਗ ਅਲੱਗ ਤੋਂ ਤੁਸੀਂ ਕਰੰਟ ਨਾਲ ਰਿਲੇਟ ਕਰਕੇ ਪੜ੍ਹਨਾ ਵਾ, ਠੀਕ ਆ, ਕਰੰਟ ਆਯੋਗ, ਠੀਕ ਆ, ਨੀਤੀ ਆਯੋਗ ਦੇ ਆ, ਕਿਉਂਕਿ ਇਹਦੀਆਂ ਜਿਹੜੀਆਂ ਸੂਚੀਆਂ ਜਾਰੀ ਹੁੰਦੀਆਂ ਨੇ ਉਹ ਆਪਾਂ ਕਰੰਟ ਦੇ ਵਿੱਚ ਮੈਂ ਵੈਸੇ ਤੁਹਾਨੂੰ ਕਰਵਾ ਦੂੰਗਾ। ਪਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਤੇ ਜਿਹੜੇ ਮੈਂ ਸਬਜੈਕਟ ਸ਼ੁਰੂ ਕੀਤੇ ਹੋਏ ਨੇ, ਆ 7 ਜਿਹੜੇ ਮੈਂ ਤੁਹਾਨੂੰ ਉੱਪਰ ਵਾਲੇ ਦੱਸੇ ਨੇ, ਠੀਕ ਆ, ਇਹਨਾਂ ਚੋਂ ਕੁਛ ਆਪਾਂ ਕਰ ਚੁੱਕਾ, 5 ਨੰਬਰ ਤੱਕ ਆਪਾਂ ਕਰ ਚੁੱਕੇ ਹਾਂ। ਸਪੋਰਟਸ ਰਹਿੰਦਾ ਤੇ ਕਰੰਟ ਅਫੇਅਰ ਮੈਂ ਪਹਿਲਾਂ ਇਹ ਕੰਪਲੀਟ ਕਰਾਵਾਂਗਾ ਤੇ ਫਿਰ ਮੈਂ ਅਗਲੇ ਟੌਪਿਕ ਦੇ ਉੱਤੇ ਜਾਵਾਂਗਾ, ਠੀਕ ਆ। ਕਿਉਂਕਿ ਆਪਣਾ ਪੋਲਿਟੀ ਦੇ ਵੀ 6-7 ਲੈਕਚਰ ਅਜੇ ਪੈਂਡਿੰਗ ਪਏ ਨੇ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ 6-7 ਲੈਕਚਰ ਆਪਣੇ ਪੋਲਿਟੀ ਦੇ ਪੈਂਡਿੰਗ ਪਏ ਨੇ, ਮੈਂ ਉਹ ਕੰਪਲੀਟ ਕਰਾਵਾਂਗਾ। ਕਰੰਟ ਅਫੇਅਰ ਮੈਂ ਸ਼ੁਰੂ ਕਰਨ ਲੱਗਿਆ ਵਾਂ। ਕਰੰਟ ਅਫੇਅਰ ਨਾਲ ਦੀ ਨਾਲ ਆਪਣੇ ਚੱਲੀ ਜਾਣਗੇ, ਉਹਦੀ ਕੋਈ ਇਸ਼ੂ ਨਹੀਂਗਾ। ਉਹਦਾ ਨਾਲ ਦੀ ਨਾਲ ਆਪਣੀ ਸੰਡੇ ਕਲਾਸ ਹੋਇਆ ਕਰੂਗੀ। ਇੱਕ ਕਲਾਸ ਦੇ ਵਿੱਚ ਆਪਾਂ ਵੀਕਲੀ ਕਰ ਲਿਆ ਕਰਾਂਗੇ। ਤੇ ਇਹ ਆਪਾਂ ਸਿਨੇਮਾ ਵੀ ਕਰ ਲਿਆ ਹੋਇਆ ਵਾ, ਠੀਕ ਆ। ਸੋ ਆਹ ਜਿਹੜਾ ਮਾਡਰਨ ਹਿਸਟਰੀ ਦੀਆਂ 2 ਕਲਾਸਾਂ ਪਈਆਂ ਨੇ, ਇਹ ਵੀ ਮੈਂ ਤੁਹਾਨੂੰ ਕਰਵਾ ਦੇਵਾਂਗਾ, ਠੀਕ ਆ। ਸੋ ਇਹਦੀ ਜ਼ਿੰਮੇਵਾਰੀ ਵੀ ਮੇਰੀ ਆ। ਸੋ ਪਹਿਲਾਂ ਮੈਂ ਇਹ ਪੂਰੀਆਂ ਕਰਾਵਾਂਗਾ, ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਇਹ ਇਕਨੋਮਿਕ ਇਸ਼ੂ ਮੈਂ ਸ਼ੁਰੂ ਕਰਾਵਾਂਗਾ। ਹੁਣ ਇਨਵਾਇਰਨਮੈਂਟ ਇਸ਼ੂ ਦੇ ਵਿੱਚ ਤੁਸੀਂ ਕੀ ਚ ਪੜ੍ਹਨਾ ਵਾ। ਇੱਕ ਤਾਂ ਤੁਸੀਂ ਇਹਦੇ ਲਈ ਕਰੰਟ ਅਫੇਅਰ ਤਿਆਰ ਕਰੋ,
ਕਰੰਟ ਅਫੇਅਰ ਤਿਆਰ ਕਰ ਲਓ। ਕਰੰਟ ਅਫੇਅਰ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ ਇਕਨੋਮਿਕਸ এনवायरमेंट ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਆ। ਹੁਣ ਹੋਰ ਤੁਸੀਂ ਇਹਦੇ ਵਿੱਚ ਕਿਹੜੇ ਤੁਸੀਂ ਸਟੈਟਿਕ ਦੇ ਵਿੱਚ ਜਾਂ ਵੈਸੇ ਤੁਸੀਂ ਕੀ ਕਰ ਸਕਦੇ ਹੋ ਹੋਰ ਇਹਦੇ ਵਿੱਚ এনवायरमेंट ਦੇ ਨਾਲ ਰਿਲੇਟਡ ਤੁਸੀਂ ਇੱਕ ਤਾਂ ਇਕੋਲੋਜੀ ਪੜ੍ਹਦੀਆਂ ਤੁਸੀਂ, ਠੀਕ ਆ, ਇਕੋਲੋਜੀ ਪੜ੍ਹਦੀਆਂ। ਇੱਕ ਤੁਸੀਂ ਕੀ ਪੜ੍ਹਦੀਆਂ ਇਹਦੇ ਵਿੱਚ ਕਿ ਬਾਇਓਡਾਇਵਰਸਿਟੀ ਹੁੰਦਾ ਵਾ ਇੱਕ ਟੌਪਿਕ, ਠੀਕ ਆ, ਬਾਇਓਡਾਇਵਰਸਿਟੀ, ਇਹ ਤੁਸੀਂ ਪੜ੍ਹਨਾ ਵਾ, ਠੀਕ ਆ। ਸੋ ਬਾਕੀ ਵੀ ਜਿੰਨੇ ਵੀ ਹੋਣਗੇ ਉਹ ਤੁਹਾਨੂੰ ਜਦੋਂ ਤੁਸੀਂ এনवायरमेंट ਓਪਨ ਕਰੋਗੇ, ਠੀਕ ਆ, ਸਬਜੈਕਟ ਦਾ, ਉਹਦੇ ਵਿੱਚ ਤੁਹਾਨੂੰ ਹੋ ਜਾਏਗੀ, ਠੀਕ ਆ। ਵੈਸੇ ਇਹਦੇ ਵਿੱਚ ਬਹੁਤ ਕਿਤਾਬਾਂ ਹੁੰਦੀਆਂ ਨੇ, ਤਾਂ ਇਹ ਤੁਸੀਂ ਦੇਖ ਕੇ ਆਪਦਾ, ਜਾਂ ਤੁਸੀਂ ਸਰਚ YouTube ਦੇ ਉੱਤੇ ਕੋਈ ਵੀ ਚੈਨਲ ਤੁਸੀਂ ਸਰਚ ਮਾਰੋਗੇ ਤਾਂ ਤੁਹਾਨੂੰ এনवायरमेंट ਇਸ਼ੂ ਦੇ ਉੱਤੇ ਮਿਲ ਜਾਏਗਾ। ਮੈਂ ਅਜੇ ਫਿਲਹਾਲ এনवायरमेंट ਇਸ਼ੂ ਨਹੀਂ ਕਰਵਾ ਰਿਹਾ ਕਿਉਂਕਿ ਜ਼ਿਆਦਾ ਵੇਟੇਜ ਆਪਣੇ ਨਹੀਂ ਹੁੰਦੀ ਕਿ ਫੋਰੈਸਟ ਗਾਰਡ ਦੇ ਪੇਪਰ ਦੇ ਵਿੱਚ এনवायरमेंट ਦੇ ਵਿੱਚੋਂ ਕੁਐਸਚਨ ਬਣ ਸਕਦੇ ਨੇ। ਸੋ ਫੋਰੈਸਟ ਗਾਰਡ ਦੀ ਤਿਆਰੀ ਜਿਨ੍ਹਾਂ ਨੇ ਕਰਨੀ ਆ ਉਹ ਥੋੜਾ ਜਿਹਾ এনवायरमेंट ਨੂੰ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਕਰ ਲੈਣ, ਠੀਕ ਆ, ਕਿਉਂਕਿ ਬਣ ਸਕਦੇ ਆ, ਕਿਉਂਕਿ ਫੋਰੈਸਟ ਗਾਰਡ ਦਾ ਤਾਲੁਕਾਤ ਵੀ ਅਗਰ ਆਪਾਂ ਗੱਲ ਕਰੀਏ ਤਾਂ এনवायरमेंट ਦੇ ਨਾਲ ਰਿਲੇਟਡ ਉਹ ਪੁੱਛ ਸਕਦੇ ਨੇ ਜ਼ਿਆਦਾ ਕੁਐਸਚਨ। ਸੋ ਬਾਕੀਆਂ ਦੇ ਵਿੱਚ ਵੀ ਆ ਸਕਦੇ ਨੇ, ਠੀਕ ਆ। ਸੋ ਉਹਨਾਂ ਨੇ ਇਸ ਟਾਈਮ ਦੇ ਉੱਤੇ ਇੰਨੇ ਜ਼ਿਆਦਾ ਸਬਜੈਕਟ ਦਿੱਤੇ ਹੋਏ ਨੇ ਤੁਹਾਨੂੰ ਨਾਲ ਕਿ ਇਸੇ ਲਈ ਕਹਿੰਦੇ ਆ ਕਿ ਜੀਕੇ ਬਹੁਤ ਵਾਸਟ ਆ। ਪਹਿਲਾਂ ਆਪਾਂ ਉਹ ਚੀਜ਼ਾਂ ਕਰਨੀਆਂ ਜਿੱਦਾਂ ਮੈਂ ਤੁਹਾਨੂੰ ਉੱਪਰ ਵਾਲੀਆਂ 7 ਦੱਸਤੀਆਂ ਹੋਈਆਂ ਨਾ, ਜਾਂ 8, ਖਾਸ ਕਰ 8 ਪਹਿਲੇ 8 ਦਾ ਤੁਸੀਂ ਪੂਰੇ ਚੰਗੀ ਤਰ੍ਹਾਂ ਕਰਦੇ ਆ। 9 ਤੇ 10 ਵਾਲਾ ਜਿਹੜਾ ਵਾ, ਠੀਕ ਆ, ਆਹ ਵਾਲੇ 2 ਇਹ ਤੁਸੀਂ ਆਖਰ ਦੇ ਉੱਤੇ ਕਰ ਸਕਦੇ ਹੋ, ਠੀਕ ਆ, ਕਿਉਂਕਿ ਇਹ ਥੋੜੇ ਜਿਹੇ ਸਬਜੈਕਟਿਵ ਇਦਾਂ ਦੇ ਨੇ ਕਿ ਜਿਹੜੇ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਮਝ ਕੇ ਹੀ ਹੋਣਗੇ, ਉੱਦਾਂ ਤੁਹਾਡੇ ਦਾ ਇਹ ਨਹੀਂ ਹੋਣਗੇ। ਸੋ ਉੱਪਰ ਵਾਲੇ 8 ਦੇ ਵਿੱਚੋਂ ਜ਼ਿਆਦਾ ਵੇਟੇਜ ਰਹੇਗੀ। ਸੋ ਉੱਪਰ ਵਾਲੇ 8 ਤੁਸੀਂ ਚੰਗਾ ਤਰ੍ਹਾਂ ਕਰਨੇ ਆ, ਠੀਕ ਹੈ ਜੀ। ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ, ਵਿਗਿਆਨ ਤੇ ਤਕਨੋਲੋਜੀ ਦੇ ਵਿੱਚੋਂ ਤੁਸੀਂ ਕੀ ਕਰ ਸਕਦੇ ਹੋ। ਇਹਦੇ ਵਿੱਚੋਂ ਦੇਖੋ ਜੀ, ਟੈਕਨੋਲੋਜੀ ਦੇ ਵਿੱਚੋਂ ਵੀ ਉਹ ਪੁੱਛਣਗੇ ਕੁਐਸਚਨ, ਕਰੰਟ ਦੇ ਨਾਲ ਰਿਲੇਟਡ ਪੁੱਛਣਗੇ ਤੇ ਸਟੈਟਿਕ ਦੇ ਨਾਲ। ਜਿੱਦਾਂ ਕਿ ਆਪਣੇ ਪਹਿਲਾਂ ਆਪਾਂ ਸਾਇੰਸ ਦੀ ਗੱਲ ਕਰਦੇ ਹਾਂ, ਸਾਇੰਸ ਦੇ ਵਿੱਚੋਂ ਕੀ ਪੁੱਛ ਸਕਦੇ ਆ। ਸਾਇੰਸ ਦੇ ਵਿੱਚੋਂ ਨਾ ਮੇਨ ਫੋਕਸ ਬਾਇਓਲੋਜੀ ਦੇ ਉੱਤੇ ਕਰਦੇ ਨੇ, PPSC ਵੀ ਬਾਇਓਲੋਜੀ ਦੇ ਉੱਤੇ ਹੀ ਜ਼ਿਆਦਾਤਰ ਪੁੱਛਿਆ। ਹੁਣ ਇਹਦੇ ਵਿੱਚ ਵੀ ਅੱਗੇ ਜਾ ਕੇ ਕੀ ਪੜ੍ਹਦੇ ਆ, ਸੈਲਸ ਹੋ ਗਏ ਜਿੱਦਾਂ, ਠੀਕ ਹੈ, ਸੈਲਸ ਹੋ ਗਏ। ਨੈਕਸਟ ਅਗਰ ਆਪਾਂ ਗੱਲ ਕਰੀਏ ਡਿਜ਼ੀਜ਼ਿਸ ਹੋ ਗਈਆਂ, ਠੀਕ ਹੈ, ਡਿਜ਼ੀਜ਼ਿਸ ਹੋ ਗਈਆਂ ਜਿਹੜੀਆਂ ਬਿਮਾਰੀਆਂ ਆਪਾਂ ਕਹਿੰਦੇ ਆ ਕਿ ਕਿਹਦੇ ਨਾਲ ਕਿਹੜੀ ਬਿਮਾਰੀ ਹੁੰਦੀ ਆ, ਕਿੱਦਾਂ ਹੁੰਦੇ ਨੇ। ਵਿਟਾਮਿਨ, ਸਾਰੇ ਵਿਟਾਮਿਨ ਤੁਸੀਂ ਚੰਗੀ ਤਰ੍ਹਾਂ ਕਰ ਲਿਓ, ਠੀਕ ਆ। ਤੇ ਨੈਕਸਟ ਆਪਣਾ ਹੋ ਗਿਆ ਜਿੱਦਾਂ ਫਿਰ ਅੱਗੇ ਅਗਰ ਆਪਾਂ ਕੈਮਿਸਟਰੀ ਦੀ ਅਗਰ ਆਪਾਂ ਜਾਂ ਕੈਮੀਕਲ ਦੇ ਨੇਮਸ ਦੇ ਨਾਮ ਪੁੱਛਣਗੇ, ਠੀਕ ਆ, ਉਹ ਜਾਂ ਜਿਵੇਂ ਗੈਸਸ ਹੋ ਗਈਆਂ ਕਿ ਕਿਹੜੀ ਮੇਜਰ ਗ੍ਰੀਨ ਹਾਊਸ ਗੈਸ ਆ ਜਾਂ ਕਿਹੜੀ ਗੈਸ ਆ, ਇਹ ਵਾਲੇ ਟੌਪਿਕ ਤੁਸੀਂ ਚੰਗੀ ਤਰ੍ਹਾਂ ਕਰਨੇ ਆ। ਸਾਰੀ ਸਾਇੰਸ ਕਰਨ ਦੀ ਜ਼ਰੂਰਤ ਨਹੀਂ, ਠੀਕ ਆ। ਇੱਕ ਯੂਨਿਟਾਂ ਬਾਰੇ ਪੁੱਛਦੇ ਹੁੰਦੇ ਆ ਕਿ ਦੱਸੋ SI ਯੂਨਿਟ ਇਹਦੀ ਕੀ ਆ, ਸਾਊਂਡ ਦੀ ਕਿਹੜੀ ਆ, ਉਹਦੀ ਕਿਹੜੀ ਆ। ਸੋ ਇਹ ਸਾਰੀਆਂ ਤੁਸੀਂ ਇਹਦੇ ਵਿੱਚ ਸਾਇੰਸ ਦੇ ਵਿੱਚ ਕਰ ਸਕਦੇ ਹੋ। ਸੋ ਇਹ ਵਾਲੇ ਤੁਹਾਨੂੰ ਟੌਪਿਕ ਕਿੱਥੇ ਮਿਲਣਗੇ, ਇਹ ਸਾਇੰਸ ਟੌਪਿਕ ਚਾਹੇ ਤਾਂ ਤੁਸੀਂ NCERT ਦੇ ਵਿੱਚੋਂ ਵੀ ਕਰ ਸਕਦੇ ਹੋ। ਜੇਕਰ ਤੁਸੀਂ ਬੁੱਕ ਫੋਲੋ ਕਰਨੀ ਆ ਤਾਂ ਬੁੱਕ ਦੇ ਵਿੱਚੋਂ ਵੀ ਤੁਹਾਨੂੰ ਕਾਫੀ ਹੱਦ ਤੱਕ ਡਾਟਾ ਮਿਲ ਜਾਏਗਾ, ਲੂਸ਼ਨ ਜਾਂ ਅਰੀਹੰਟ ਦੇ ਵਿੱਚੋਂ ਹੀ, ਠੀਕ ਹੈ ਜੀ। ਸੋ ਜ਼ਿਆਦਾ ਡੀਪ ਕਰਨ ਦੀ ਜ਼ਰੂਰਤ ਨਹੀਂ ਗੀ, ਇਹ ਤੁਹਾਨੂੰ ਠੀਕ ਕਰ ਲਿਓ ਤੁਸੀਂ। ਜਿਹੜੇ ਮੈਂ ਤੁਹਾਨੂੰ ਹੁਣ 6-7 ਟੌਪਿਕ ਦੱਸੇ ਨੇ ਉਹ ਕਰਨੇ ਆ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਮੈਂ ਕਿ ਜਿੰਨਾ ਟਾਈਮ ਮੇਰੇ ਆਹ ਵਾਲੇ ਸਬਜੈਕਟ ਪੂਰੇ ਨਹੀਂ ਹੁੰਦੇ, ਸਭ ਤੋਂ ਪਹਿਲਾਂ ਮੈਂ ਇਹ 7 ਪੂਰੇ ਕਰਨੇ ਆ, ਉੱਪਰ ਵਾਲੇ 6 ਪੂਰੇ ਕਰਨੇ, ਜਿਹਦੇ ਕਾਫੀ ਹੱਦ ਤੱਕ ਹੋ ਵੀ ਚੁੱਕੇ ਨੇ, ਠੀਕ ਆ। ਸੋ ਪੇਪਰ ਅਗਰ ਅਗਸਤ ਦੇ ਵਿੱਚ ਹੁੰਦਾ ਵਾ ਜਾਂ ਸਤੰਬਰ ਦੇ ਵਿੱਚ ਹੁੰਦਾ ਤਾਂ ਥੋੜੀ ਜਿਹੀ ਮਿਹਨਤ ਤੁਹਾਨੂੰ ਖੁਦ ਨੂੰ ਵੀ ਕਰਨੀ ਪੈਣੀ ਆ। ਹਰੇਕ ਚੀਜ਼ ਲਈ ਤੁਸੀਂ ਕਿਸੇ ਦੇ ਉੱਤੇ ਰਿਲਾਇਬਲ ਨਹੀਂ ਰਹਿ ਸਕਦੇ, ਤਾਂ ਕੁਛ ਮਿਹਨਤ ਤੁਹਾਨੂੰ ਆਪ ਕਰਨੀ ਪੈਣੀ ਆ। ਤਾਂ ਬਾਕੀ ਤਾਂ ਮੈਂ ਤੁਹਾਡੇ ਨਾਲ ਪਹਿਲਾਂ ਜੋ ਵੀ ਮੈਂ ਪ੍ਰੋਮਿਸ ਕੀਤਾ ਵਾ ਕਿ ਜੋ ਮੈਂ ਤੁਹਾਨੂੰ ਸਬਜੈਕਟ ਕਰਾਵਾਂਗਾ ਉਹ ਮੈਂ ਤੁਹਾਨੂੰ A to Z ਕੰਪਲੀਟ ਕਰਾਵਾਂਗਾ। ਇੱਦਾਂ ਨਹੀਂ ਕਿ ਮੈਂ ਇਹ ਛੱਡ ਦੇਵਾਂਗਾ, ਇਕਨੋਮਿਕ ਇਸ਼ੂ ਜਿੱਦਾਂ ਹੋ ਗਿਆ ਕਿ ਇੱਦਾਂ ਨਹੀਂ ਮੈਂ ਕਹਿ ਰਿਹਾ ਕਿ ਇਹ ਮੈਂ ਛੱਡ ਦੇਵਾਂਗਾ, ਪਰ ਜੇਕਰ ਪੇਪਰ ਤੋਂ ਪਹਿਲਾਂ ਇਹ ਕੰਪਲੀਟ ਨਾ ਹੋਇਆ, ਇਹਦੀ ਮੈਂ ਕੋਈ ਵੀ ਗਾਰੰਟੀ ਨਹੀਂ ਲੈ ਰਿਹਾਗਾ ਇਸ ਟਾਈਮ ਦੇ ਉੱਤੇ ਕਿ ਇਹ ਪੂਰਾ ਹੋ ਜਾਏਗਾ। ਕਿਉਂਕਿ ਪੇਪਰ ਦਾ ਕੀ ਆ, ਸਤੰਬਰ ਦੇ ਵਿੱਚ ਪੇਪਰ ਹੋ ਜਾਵੇ ਤਾਂ ਉਦੋਂ ਤੱਕ ਤਾਂ ਆਪਣੇ ਉੱਪਰ ਵਾਲੇ ਸਬਜੈਕਟ ਹੀ ਅਗਸਤ ਤੱਕ ਕੰਪਲੀਟ ਹੋਣਗੇ, ਕਿਉਂਕਿ ਅਜੇ ਆਪਣੀ ਪੰਜਾਬ GK ਦੇ ਵੀ ਕੁਝ ਸਬਜੈਕਟ ਪਏ ਨੇ। ਸੋ ਇਸੇ ਲਈ ਮੈਂ ਕਹਿੰਦਾ ਵਾਂ ਕਿ ਥੋੜਾ ਜਿਹਾ ਤੁਹਾਨੂੰ ਖੁਦ ਵੀ ਮਿਹਨਤ ਕਰਨੀ ਪੈਣਾ। ਟੌਪਿਕ ਮੈਂ ਤੁਹਾਨੂੰ ਦੱਸਦੇ ਹੋਏ ਆ, ਪਹਿਲਾਂ ਤੁਸੀਂ 7 ਕਰਨੇ ਆ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅੱਜ ਤਿਆਰੀ ਕਰਨ ਲੱਗੇ ਹੋ ਤਾਂ ਪਹਿਲਾਂ ਤੁਸੀਂ ਚੱਕ ਕੇ ਇਕਨੋਮਿਕ ਪੜ੍ਹਨ ਲੱਗ ਜਾਓ ਤੇ এনवायरमेंट ਪੜ੍ਹਨ ਲੱਗ ਜਾਓ ਤੇ ਸਾਇੰਸ ਐਂਡ ਟੈਕਨੋਲੋਜੀ ਪੜ੍ਹਨ ਲੱਗ ਜਾਓ। ਇਹ ਨਹੀਂ ਪਹਿਲਾਂ ਕਰਦੇ, ਇਹਨੂੰ ਮੈਂ ਸਟੈਪ ਵਾਈਜ਼ ਹੀ ਦਿੱਤਾ ਹੋਇਆ। ਪਹਿਲਾਂ ਉੱਪਰ ਵਾਲੇ 7 ਕਰੋ, ਫਿਰ 8ਵਾਂ ਕਰੋ, ਫਿਰ 9ਵਾਂ ਕਰੋ, ਫਿਰ 10ਵਾਂ ਕਰੋ, ਠੀਕ ਆ। ਇਹ ਕਰਨੇ ਆ। ਬਾਕੀ ਆਪਾਂ ਨਾਲ ਜਿਹੜੀ ਇਹ ਚੀਜ਼ਾਂ ਨੇ, ਇਹ ਕਰੰਟ ਅਫੇਅਰ ਦੇ ਨਾਲ ਤਾਂ ਮੈਂ ਇਹ ਚੀਜ਼ਾਂ ਕਰਵਾਈ ਜਾਊਂਗਾ, ਠੀਕ ਆ। ਚਾਹੇ ਉਹ এনवायरमेंट ਇਸ਼ੂ ਆ, ਚਾਹੇ ਇਕਨੋਮਿਕ ਇਸ਼ੂ ਹੋ ਜਾਵੇ, ਚਾਹੇ ਆਪਣੇ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਰਿਲੇਟਡ ਕੋਈ ਵੀ। ਹੁਣ ਟੈਕਨੋਲੋਜੀ ਦੇ ਵਿੱਚ ਉਹ ਕੁਝ ਵੀ ਪੁੱਛ ਸਕਦੇ ਨੇ, ਠੀਕ ਆ। ਜਿੱਦਾਂ ਕਿ ਕੋਈ ਆਪਣੀਆਂ ਏਜੰਸੀਆਂ ਨੇ, ਠੀਕ ਆ, ਸਪੇਸ ਹੋ ਗਈ, ਠੀਕ ਆ ਜੀ, ਸਪੇਸ ਏਜੰਸੀ ਹੋ ਗਈ, ਜਿਵੇਂ ਆਪਣੀ ISRO ਹੋ ਗਈ, ISRO ਬਾਰੇ ਪੁੱਛ ਸਕਦੇ ਨੇ ਉਹ, ਉਹਦੇ ਪੂਰੇ ਡਿਟੇਲ ਦੇ ਵਿੱਚ ਕਿ ਇਹਦੇ ਚੀਫ ਕੌਣ ਨੇ, ਹੁਣੇ ਕਿਹੜੀ ਚੀਜ਼ ਲਾਂਚ ਕੀਤੀ ਆ ਆਪਣੇ। ਜਿੱਦਾਂ ਕਿ ਹੁਣ ਹੁੰਦੇ ਨੇ ਕਿ ਕੋਈ ਸ਼ਿਪ ਲਾਂਚ ਕੀਤੀ ਆ, ਕੋਈ ਸ਼ਿਪ ਹੋਈ ਆ, ਕੋਈ ਮਿਜ਼ਾਈਲ ਲਾਂਚ ਕੀਤੀ ਆ, ਕੋਈ ਰੌਕਟ ਲਾਂਚ ਕੀਤਾ ਵਾ, ਠੀਕ ਆ, ਕਿਹੜੀ ਸ਼ਿਪ ਦਾ ਕਿਹੜਾ ਨਾਮ ਆ, ਠੀਕ ਆ। ਇਦਾਂ ਦੀਆਂ ਚੀਜ਼ਾਂ ਟੈਕਨੋਲੋਜੀ ਦੇ ਵਿੱਚੋਂ ਉਹ ਪੁੱਛ ਸਕਦੇ ਨੇ, ਠੀਕ ਆ। ਸੋ ਜ਼ਿਆਦਾਤਰ ਜਿਹੜੀ ਟੈਕਨੋਲੋਜੀ ਦੇ ਵਿੱਚੋਂ ਤੁਹਾਨੂੰ ਕਰੰਟ ਅਫੇਅਰ ਦੇ ਹੀ ਕੁਐਸਚਨ ਦੇਖਣ ਨੂੰ ਮਿਲਣਗੇ, ਠੀਕ ਆ ਜੀ, ਜ਼ਿਆਦਾਤਰ, ਠੀਕ ਆ ਜੀ। ਮੋਸਟ ਆਫ ਦੀ ਕੁਐਸਚਨ ਤੁਹਾਨੂੰ ਕਰੰਟ ਅਫੇਅਰ ਦੇ ਦੇਖਣ ਨੂੰ ਮਿਲਣਗੇ। ਸੋ ਸਾਇੰਸ ਦੇ ਵਿੱਚੋਂ ਅਗਰ ਮੈਂ ਗੱਲ ਕਰਾਂ ਤਾਂ ਸਾਇੰਸ ਦੇ ਵਿੱਚੋਂ ਥੋੜੇ ਜਿਹੇ ਕੁਐਸਚਨ ਜਿਹੜੇ ਮੈਂ ਤੁਹਾਨੂੰ ਉੱਪਰ ਟੌਪਿਕ ਦੱਸਦੇ ਆ ਤਾਂ ਇਹੋ ਤੁਸੀਂ ਕਰ ਸਕਦੇ ਹੋ। ਸੋ ਇਹਨਾਂ ਦਾ ਨਿਚੋੜ ਇਹੀ ਨਿਕਲਿਆ ਇਹ ਵਾਲੇ 10 ਦੇ 10 ਸਬਜੈਕਟ ਦਾ ਕਿ ਤੁਸੀਂ ਲੂਸ਼ਨ ਜਾਂ ਅਰੀਹੰਟ ਦੀ ਬੁੱਕ ਕਰ ਸਕਦੇ ਹੋ। ਜੇਕਰ ਤੁਸੀਂ ਐਕਸਟਰਾ ਆਪਣੇ ਨੋਟਸ ਤੋਂ ਬਗੈਰ ਵੀ ਕੁਝ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਸਬਜੈਕਟ ਮੈਂ ਤੁਹਾਨੂੰ ਕਹਿਤਾ ਕਿ ਇਹ ਵਾਲੇ ਸਬਜੈਕਟ ਤੁਹਾਨੂੰ ਆਪ ਸ਼ੁਰੂ ਕਰ ਦਿਓ, ਪਰ ਉਹ ਸ਼ੁਰੂ ਤਾਂ ਕਰਨੇ ਆ ਜੇਕਰ ਤੁਸੀਂ ਉੱਪਰ ਵਾਲੇ ਸਾਰੇ ਕਰ ਚੁੱਕੇ ਹੋ, ਤੁਹਾਡੇ ਕੋਲ ਸਮਾਂ ਬਚਦਾ। ਮੰਨ ਲਓ ਕਿ ਤੁਹਾਡੇ ਕੋਲ ਸਮਾਂ ਬਚ ਰਿਹਾ, ਤੁਸੀਂ 7 ਇਹ ਕਰ ਚੁੱਕੇ ਹੋ, 6 ਸਪੋਰਟਸ ਤੱਕ ਮੰਨ ਲਓ ਤੁਸੀਂ ਕਰ ਚੁੱਕੇ ਹੋ, ਤਾਂ ਤੁਹਾਡੇ ਕੋਲ ਸਮਾਂ ਬਚ ਰਿਹਾ, ਤਾਂ ਤੁਸੀਂ ਫੇਰ ਜਾ ਕੇ ਕਰੰਟ ਅਫੇਅਰ ਦਾ ਕਰਨੇ ਆ। 7 ਤਾਂ ਬਹੁਤ ਜ਼ਰੂਰੀ ਹੈ, ਇਹ 7 ਤਾਂ ਤੁਸੀਂ ਛੱਡਣੇ ਹੀ ਨਹੀਂ ਜਿਹੜੇ ਮੈਂ ਉੱਪਰ ਵਾਲੇ ਕਹੇ ਨੇ, ਠੀਕ ਆ।
ਤਾਂ ਜਿਹੜੇ ਨੀਚੇ ਵਾਲੇ ਜਿਹੜੇ ਮੈਂ 8 9 10 ਮੈਂ ਤੁਹਾਨੂੰ ਕਿਹਾ ਇਹ ਵੀ ਇੰਪੋਰਟੈਂਟ ਨੇ। ਇਕਨੋਮਿਕ ਇਸ਼ੂ ਤੁਸੀਂ ਫੇਰ ਕਰ ਲਿਓ, এনवायरमेंट ਇਸ਼ੂ ਵੀ ਬਿਲਕੁਲ ਐਂਡ ਤੇ ਕਰ ਲਿਓ, ਚਾਹੇ এনवायरमेंट ਇਸ਼ੂ ਐਂਡ ਤੇ ਕਰ ਲਿਓ, ਸਾਇੰਸ ਐਂਡ ਟੈਕਨੋਲੋਜੀ ਉਸ ਤੋਂ ਪਹਿਲਾਂ ਕਰ ਲਿਓ, ਠੀਕ ਆ, ਕਿਉਂਕਿ ਸਾਇੰਸ ਐਂਡ ਟੈਕਨੋਲੋਜੀ ਤੋਂ ਕੁਐਸਚਨ ਪੁੱਛੇ ਜਾਂਦੇ ਨੇ। ਸੋ ਇਹ ਤੁਸੀਂ ਕਰ ਸਕਦੇ ਹੋ। ਤਾਂ ਲੂਸ਼ਨ ਦੀ ਬੁੱਕ ਜਿਹੜੀਆਂ ਬਾਕੀ ਮੈਂ ਤੁਹਾਨੂੰ ਸਟੈਂਡਰਡ ਬੁੱਕ ਦੱਸੀਆਂ ਤੁਸੀਂ ਉਹ ਤੋਂ ਵੀ ਫੋਲੋ ਕਰ ਸਕਦੇ ਹੋ। YouTube ਦੇ ਉੱਤੇ ਜਿਹੜੇ ਮੈਂ ਤੁਹਾਨੂੰ ਟੌਪਿਕ ਦੱਸਦੇ ਆ ਤੁਸੀਂ ਸਰਚ ਮਾਰੋਗੇ, ਜੇਕਰ ਤੁਹਾਨੂੰ ਇਦਾਂ ਵਾ ਕਿ ਤੁਸੀਂ ਇਸ ਟਾਈਮ ਦੇ ਉੱਤੇ ਪੇਡ ਕੋਰਸ ਜਾਂ ਕੋਈ ਵੀ ਤੁਸੀਂ ਪੇਡ ਮੰਨ ਲਓ ਬੁੱਕਸ ਵਗੈਰਾ ਅਫੋਰਡ ਨਹੀਂ ਕਰ ਸਕਦੇਗਾ, ਤੁਸੀਂ ਕੀ ਕਰਨਾ ਵਾ, ਤੁਸੀਂ YouTube ਦੇ ਉੱਤੇ ਸਰਚ ਮਾਰ ਸਕਦੇ ਹੋ, ਤੁਹਾਨੂੰ ਬਹੁਤ ਵਧੀਆ ਵਧੀਆ ਟੀਚਰ ਤੁਹਾਨੂੰ ਫ੍ਰੀ ਦੇ ਵਿੱਚ ਕਰਵਾਉਣ ਵਾਲੇ ਇਹ ਸਾਰੇ ਸਬਜੈਕਟ ਮਿਲ ਜਾਣਗੇ, ਚਾਹੇ ਸਾਇੰਸ ਐਂਡ ਟੈਕਨੋਲੋਜੀ ਹੋ ਚਾਹੇ এনवायरमेंट ਇਸ਼ੂ ਹੋ ਗਿਆ, ਠੀਕ ਹੈ। ਸੋ ਤੁਸੀਂ ਇਹ ਉੱਥੋਂ YouTube ਦੇ ਉੱਤੋਂ ਕਰ ਸਕਦੇ ਹੋ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਦੇ ਹਾਂ ਜੀ ਪੰਜਾਬ ਹਿੱਸੇ। ਸੋ ਕਿਤੇ ਵੀ ਜੇਕਰ ਤੁਸੀਂ ਇਹੀ ਕਹਿ ਰਹੇ ਹੋ ਕਿ ਜਿੱਦਾਂ ਕਿ ਇਹ 10 ਆਪਣੇ ਟੌਪਿਕ ਨੇ, ਜੇਕਰ ਤੁਹਾਨੂੰ ਲੱਗਦਾ ਕਿ 30 ਕੁਐਸਚਨ ਇਹਦੇ ਵਿੱਚੋਂ ਆ ਰਿਹਾ, ਤਾਂ ਜੇਕਰ ਕੋਈ ਇੰਸਟੀਟਿਊਟ ਵੀ ਤੁਹਾਨੂੰ ਕਹਿ ਰਿਹਾ, ਕੋਈ ਚੈਨਲ ਵੀ ਕਹਿ ਰਿਹਾ ਕਿ 30 ਚੋਂ 30 ਕੁਐਸਚਨ ਉਹਦੇ ਨੋਟਸ ਦੇ ਵਿੱਚੋਂ ਆਉਣਗੇ ਜਾਂ ਉਹਦੇ ਕੋਰਸ ਦੇ ਵਿੱਚੋਂ ਆਉਣਗੇ, ਠੀਕ ਆ, ਤਾਂ ਉਹ ਝੂਠ ਬੋਲ ਰਿਹਾ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਉਹ ਝੂਠ ਬੋਲੇਗਾ ਕਿ GS ਦੇ ਵਿੱਚੋਂ ਇਹ ਬਹੁਤ ਵੱਡੀ ਦਿੱਕਤ ਆਉਂਦੀ ਆ ਕਿ GS ਦੇ ਵਿੱਚੋਂ ਪੂਰਾ ਇੱਕ ਜਗ੍ਹਾ ਤੁਹਾਨੂੰ ਸਿਲੇਬਸ ਨਹੀਂ ਮਿਲੇਗਾ, ਤੁਹਾਨੂੰ ਖੁਦ ਨੂੰ ਮਿਹਨਤ ਕਰਨੀ ਹੀ ਪੈਣੀ ਆ। ਤੁਸੀਂ ਰਿਲਾਇਬਲ ਨਹੀਂ ਰਹਿ ਸਕਦੇਗੇ। ਹੁਣ ਮੰਨ ਲਓ ਕੋਈ ਇੰਸਟੀਟਿਊਟ ਨੇ ਤੁਹਾਨੂੰ 1000 ਰੁਪਏ ਦੇ ਵਿੱਚ GS ਦਾ ਕੋਰਸ ਵੇਚਿਆ ਹੋਇਆ, 1500 ਰੁਪਏ ਦਾ ਕੋਰਸ ਤੁਹਾਨੂੰ ਮਿਲਿਆ ਹੋਇਆ ਵਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਵਿੱਚੋਂ ਤੁਹਾਡਾ 50 ਦੇ 50 ਨੰਬਰ ਦੇ ਕੁਐਸਚਨ ਉਹਦੇ ਵਿੱਚੋਂ ਕਵਰ ਹੋ ਜਾਣਗੇ। ਤੁਹਾਨੂੰ ਥੋੜਾ ਬਹੁਤ ਖੁਦ ਵੀ ਸਰਚ ਕਰਨੀ ਪੈਣੀ ਆ। ਤੁਹਾਨੂੰ ਦੇਖਣਾ ਪੈਣਾ ਕਿ ਜਿਹੜਾ ਸਿਲੇਬਸ ਦੇ ਵਿੱਚ ਚੀਜ਼ਾਂ ਮੈਂਸ਼ਨ ਹੈ, ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਨੂੰ ਤੁਹਾਨੂੰ ਐਨਾਲਾਈਜ਼ ਕਰਨਾ ਪੈਣਾ ਵਾ ਕਿ ਕਿਹੜੇ ਕਿਹੜੇ ਕੁਐਸਚਨ ਬਣੇ ਹੋਏ ਆ। ਉਹ ਟੌਪਿਕ ਵਾਈਜ਼ ਤੁਸੀਂ ਉਹ ਚੀਜ਼ਾਂ ਕਰ ਸਕਦੇ ਹੋ, ਠੀਕ ਹੈ। ਸੋ ਹਰੇਕ ਚੀਜ਼ ਲਈ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਚਾਹੇ ਉਹ ਫ੍ਰੀ ਚੈਨਲ ਆ ਚਾਹੇ ਪੇਡ ਚੈਨਲ ਆ, ਤਾਂ ਤੁਹਾਨੂੰ ਖੁਦ ਵੀ ਥੋੜੀ ਬਹੁਤ ਮਿਹਨਤ ਨਾਲ ਦੀ ਨਾਲ ਥੋੜੀ ਬਹੁਤ ਕਰਨੀ ਪੈਣੀ ਆ ਜੇਕਰ ਤੁਹਾਡੇ ਕੋਲ ਸਮਾਂ ਬਚਦਾ ਵਾ। ਤਾਂ ਸਮਾਂ ਬਚਣ ਦੀ ਗੱਲ ਹੁੰਦੀ ਆ ਕਿ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਮੇਰੇ ਬਾਕੀ ਸਬਜੈਕਟ, ਕਿਉਂਕਿ ਬਾਕੀ ਸਬਜੈਕਟ ਵੀ ਤੁਸੀਂ ਪੜ੍ਹਨੇ ਆ, ਜੇਕਰ 50 ਨੰਬਰ ਦੀ ਇਹ ਆ ਰਹੀ ਆ ਤਾਂ 70 ਨੰਬਰ ਦੇ ਬਾਕੀ ਸਬਜੈਕਟ ਵੀ ਨੇ। ਤੁਸੀਂ ਮੈਥ ਵੀ ਕਰਨਾ, ਰੀਜ਼ਨਿੰਗ ਵੀ ਕਰਨੀ ਆ, ਤੇ ਨਾਲ ਤੁਸੀਂ ਆਪਣਾ ਦੂਸਰੇ ਇੰਗਲਿਸ਼ ਪੰਜਾਬੀ ਹੋ ਗਏ, ਕੰਪਿਊਟਰ ਵੀ ਕਰਨਾ ਵਾ ਤੁਸੀਂ, ਤਾਂ ਇਹ ਵੀ ਸਬਜੈਕਟ ਤੁਸੀਂ ਨਾਲ ਦੀ ਨਾਲ ਕਰਨੇ ਆ ਨਾ। ਸੋ ਇੱਕ ਚੀਜ਼ ਦਾ ਪੰਜਾਬੀ ਗ੍ਰਾਮਰ ਹੋ ਗਈ, ਸਾਰੇ ਤੁਸੀਂ ਕਰਨੇ ਨੇ। ਤਾਂ ਇਸੇ ਲਈ ਮੈਂ ਕਹਿੰਦਾ ਮੈਂ ਕਿ ਪੂਰੀ ਤਰ੍ਹਾਂ ਨਾਲ GS ਦੇ ਉੱਤੇ ਓਨਾ ਹੀ ਧਿਆਨ ਦੇਣਾ ਜਿੰਨਾ ਪੇਪਰ 'ਚ ਆਉਂਦਾ। ਜਿੰਨੇ ਵੱਧ ਤੋਂ ਵੱਧ ਨੰਬਰ ਤੁਸੀਂ ਸਮਾਰਟ ਟੈਸਟ ਵੇ ਦੇ ਨਾਲ ਪੜ੍ਹੋਗੇ ਉਨੇ ਹੀ ਤੁਹਾਡੇ ਵਧੀਆ ਨੰਬਰ ਆਉਣਗੇ। ਬਾਕੀ ਜੇ ਤੁਹਾਨੂੰ ਇਦਾਂ ਲੱਗਦਾ ਕਿ 10 ਸਬਜੈਕਟ ਨੇ, ਮੈਂ 10 ਦੇ 10 ਦਾ ਸਾਰਾ ਸਿਲੇਬਸ, ਸਾਰੀਆਂ ਮੈਂ ਬੁੱਕਸ ਇਹ ਪੂਰੀ ਮੈਂ ਲੂਸੈਂਟ ਅਰੀਹੰਟ ਪੜ੍ਹ ਲੂੰਗਾ, ਤੁਸੀਂ ਲੂਸੈਂਟ ਅਰੀਹੰਟ ਸਾਰੀ ਵੀ ਪੜ੍ਹ ਲਓ, ਫਿਰ ਵੀ ਮੈਂ ਗਰੰਟੀ ਨਾਲ ਕਹਿੰਦਾ ਕਿ ਆਹ 10 ਦੇ ਵਿੱਚੋਂ ਤੁਹਾਡੇ ਪੂਰੇ ਨੰਬਰ ਨਹੀਂ ਆਉਣਗੇ। ਪੂਰੀ ਤੁਸੀਂ ਪੜ੍ਹ ਲਓ, ਪੂਰੀ ਡਟ ਲਓ। ਲੂਸੈਂਟ ਤੇ ਅਰੀਹੰਟ ਜਿਹੜੀ ਕਿ ਮੇਨਲੀ ਬੈਸਟ ਬੁੱਕ ਦੱਸੀ ਜਾਂਦੀ ਆ ਕਿ ਹਾਂ ਇਹ ਬਹੁਤ ਬੈਸਟ ਬੁੱਕ ਆ, ਕਿ ਇਹ ਜੇਕਰ ਕੋਈ ਵੀ ਕੈਂਡੀਡੇਟ ਕਰ ਲੈਂਦਾ ਵਾ ਤਾਂ ਇਹਦੇ ਤੋਂ ਬਾਹਰ ਕੋਈ ਕੁਐਸਚਨ ਨਹੀਂ ਜਾਂਦਾ। ਮੈਂ ਤੁਹਾਨੂੰ ਇਹ ਕਹਿ ਰਿਹਾ ਜੇਕਰ ਤੁਹਾਨੂੰ ਪੂਰੀ 30/30 ਤੁਹਾਨੂੰ ਪੂਰੀ ਲੂਸੈਂਟ ਤੇ ਅਰੀਹੰਟ ਵੀ ਤੁਸੀਂ ਯਾਦ ਕਰਦੀ ਤਾਂ ਵੀ ਤੁਹਾਡੇ ਪੂਰੇ ਨੰਬਰ ਨਹੀਂ ਆਉਣਗੇ, ਠੀਕ ਆ। ਸੋ ਇਹਦੇ ਲਈ ਤੁਹਾਨੂੰ ਥੋੜਾ ਜਿਹਾ ਅਲੱਗ ਤੋਂ ਕਰਨਾ ਪੈਣਾ, ਕਰੰਟ ਅਫੇਅਰ ਕਰਨੇ ਪੈਣੇ ਆ, ਥੋੜੀ ਬਹੁਤ ਤੁਹਾਨੂੰ ਹੋਰ ਵੀ ਆਸੇ-ਪਾਸੇ ਗੂਗਲ ਤੋਂ ਖੁਦ ਵੀ ਸਰਚ ਕਰਨਾ ਪਵੇਗਾ ਕੁਝ ਚੀਜ਼ਾਂ, ਉਹ ਵੀ ਤੁਸੀਂ ਤਾਂ ਕਰ ਸਕੋਗੇ ਜੇਕਰ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਪੇਪਰਾਂ 'ਚ ਕੁਐਸਚਨ ਕਿਹੋ ਜਿਹੇ ਬਣੇ ਨੇ, ਠੀਕ ਹੈ ਜੀ। ਸੋ ਇਹ ਚੀਜ਼ਾਂ ਆਪਣੀਆਂ ਹੋ ਗਈਆਂ ਹੋਈਆਂ। ਸੋ ਜ਼ਿਆਦਾ ਔਖਾ ਕੁਐਸਚਨ ਮੇਰੇ ਅਕੋਰਡਿੰਗ ਆਉਣ ਦੀ ਸੰਭਾਵਨਾ ਨਹੀਂਗਾ। ਟੌਪਿਕ ਵੈਸੇ ਬੇਸਿਕ ਕੁਐਸਚਨ ਬਣਨਗੇ ਬਟ ਡਿਵਾਈਡ ਹੋ ਕੇ ਬਣਨਗੇ, ਠੀਕ ਆ। ਜਿੱਦਾਂ ਕਿ 5 ਕੁਐਸਚਨ ਉਹਦੇ ਆ ਗਏ, 3 ਉਹਦੇ ਆ ਗਏ, 3-5 ਉਹ ਮਾਡਰਨ ਹਿਸਟਰੀ ਦੇ ਪਾ ਦੇਣਗੇ, 2-3-4 ਕੁਐਸਚਨ ਤੁਹਾਡੇ ਉਹ 14 ਸੈਂਚੁਰੀ ਦੇ ਵਿੱਚੋਂ ਪਾ ਦੇਣਗੇ, 2 ਕੁਐਸਚਨ ਤੁਹਾਡੇ এনवायरमेंट ਇਸ਼ੂ ਦੇ ਪਾ ਦੇਣਗੇ, 2 ਕੁਐਸਚਨ ਉਹ ਤੁਹਾਡੇ ਸਾਇੰਸ ਐਂਡ ਟੈਕਨੋਲੋਜੀ ਦੇ ਪਾ ਦੇਣਗੇ, 2-3 ਕੁਐਸਚਨ ਉਹ ਤੁਹਾਡੇ ਚੱਕ ਕੇ ਆਪਣੇ ਜੋ ਕਿ ਕਰੰਟ ਸਟੈਟਿਕ ਜੀਕੇ ਦੇ ਕੁਝ ਟੌਪਿਕ ਬਣਦੇ ਨੇ ਉਹਦੇ ਵਿੱਚ ਕਰਵਾ ਦੇਣਗੇ, ਠੀਕ ਹੈ ਜੀ। ਸੋ ਸਟੈਟਿਕ ਜੀਕੇ ਦੇ ਵਿੱਚ ਮੈਂ ਤੁਹਾਨੂੰ ਕਿਹਾ ਉਹ ਵੀ ਆਪਾਂ ਕਰਨਾ। ਇਹਦਾ ਮਤਲਬ ਇਹ ਨਹੀਂ ਕਿ ਅਵਾਰਡ ਐਂਡ ਆਨਰ ਦੇ ਵਿੱਚੋਂ ਕੁਐਸਚਨ ਨਹੀਂ ਬਣਨਗੇ, ਜਾਂ ਬਾਕੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਿਹਾ ਜਿੱਦਾਂ ਕਿ ਨੋਬਲ ਪ੍ਰਾਈਜ਼ ਹੋ ਗਏ ਜਾਂ ਬਾਕੀ ਜਿਹੜੇ ਮੈਂ ਸਟੈਟਿਕ ਜੀਕੇ ਦੇ ਤੁਹਾਨੂੰ ਟੌਪਿਕ ਦੱਸਿਆ, ਕਿਉਂਕਿ ਇਹ ਟੈਂਟੇਟਿਵ ਸਿਲੇਬਸ ਮੈਂ ਤੁਹਾਨੂੰ ਬਾਰ-ਬਾਰ ਕਿਹਾ ਟੈਂਟੇਟਿਵ ਹੁੰਦਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਦੇ ਵਿੱਚੋਂ ਹੀ ਕੁਐਸਚਨ ਆਉਣਗੇ, ਤੁਹਾਡੇ ਇਹੀ ਸਬਜੈਕਟ ਪੜ੍ਹੋਗੇ ਇਹਦੇ ਵਿੱਚੋਂ ਹੀ ਕੁਐਸਚਨ ਆਉਣਗੇ। ਸੋ ਥੋੜਾ ਜਿਹਾ ਸਿਲੇਬਸ ਵਾਈਡ ਵੀ ਹੁੰਦਾ, ਥੋੜੇ ਜਿਹੇ ਇਹਨਾਂ ਨੇ ਕਾਪੀ ਪੇਸਟ ਕਰਕੇ ਪਿਛਲੇ ਪੇਪਰਾਂ ਦੇ ਵੀ ਪਾਏ ਹੁੰਦੇ ਨੇ ਜਿਹਦਾ ਕਿ ਸਿਲੇਬਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ। ਸੋ ਉਹ ਜਿਹੇ ਕੁਐਸਚਨ ਹਰੇਕ ਪੇਪਰ 'ਚ ਆਉਂਦੇ ਨੇ। ਸੋ ਉਹਦੇ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਕਈ ਵਾਰ ਕੋਈ ਕੁਐਸਚਨ ਇਦਾਂ ਦਾ ਵੀ ਹੁੰਦਾ ਕਿ ਬਹੁਤ ਔਖੇ ਲੈਵਲ ਦਾ ਜਿਹੜਾ ਤੁਸੀਂ ਕਦੇ ਦੇਖਿਆ ਵੀ ਨਹੀਂ ਹੁੰਦਾ, ਬਟ ਉਹ ਸਾਰਿਆਂ ਲਈ ਔਖਾ ਹੁੰਦਾ, ਸਿਰਫ ਤੁਹਾਡੇ ਲਈ ਔਖਾ ਨਹੀਂ। ਸੋ ਇਸ ਟਾਈਮ ਦਾ ਤੁਸੀਂ ਪੈਨਿਕ ਨਹੀਂ ਕਰਨਾ, ਬਹੁਤ ਵਧੀਆ ਤਰੀਕੇ ਨਾਲ ਆਪਾਂ ਤਿਆਰੀ ਕਰ ਰਹੇ ਹਾਂ। ਥੋੜੀ ਬਹੁਤ ਮਿਹਨਤ ਤੁਸੀਂ ਖੁਦ ਕਰੋ, ਜੇਕਰ ਤੁਹਾਡੇ ਕੋਲ ਸਮਾਂ ਬਚਦਾ ਵਾ ਤਾਂ ਤੁਸੀਂ ਪੇਪਰ ਦੇ ਵਿੱਚੋਂ ਬਹੁਤ ਵਧੀਆ ਨੰਬਰ ਲਾਓਗੇ, ਠੀਕ ਆ। ਤਾਂ ਨੈਕਸਟ ਆਪਣਾ ਆ ਗਿਆ ਪੰਜਾਬ ਹਿਸਟਰੀ ਦੇ 20 ਨੰਬਰਾਂ ਦੀ। ਪੰਜਾਬ ਹਿਸਟਰੀ ਦੇ ਵਿੱਚ ਮੈਂ ਆਲਮੋਸਟ ਸਾਰਾ ਸਿਲੇਬਸ ਕਵਰ ਕਰ ਚੁੱਕਿਆ ਵਾਂ। ਇਹਦੇ ਵਿੱਚ ਪਹਿਲਾਂ ਆ ਗਿਆ ਤੁਹਾਡਾ ਫਿਜ਼ੀਕਲ ਫੀਚਰ ਆਫ ਪੰਜਾਬ ਤੇ ਇਹਦੀ ਪੁਰਾਤਨ ਇਤਿਹਾਸ। ਹੁਣ ਫਿਜ਼ੀਕਲ ਫੀਚਰ ਦੇ ਵਿੱਚ ਮੈਂ ਤੁਹਾਨੂੰ ਆਰਾਮ ਨਾਲ ਪਹਿਲਾਂ ਇਹ ਪੱਕੇ ਨੰਬਰ ਨੇ, ਇਹ 20 ਦੇ ਵਿੱਚੋਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਇਹ 20 ਦੇ ਵਿੱਚੋਂ ਤੁਸੀਂ 17-18 ਨੰਬਰ ਆਰਾਮ ਨਾਲ ਲੈ ਸਕਦੇ ਹੋ, ਸਿਰਫ ਜੋ ਮੈਂ ਕਰਵਾ ਰਿਹਾ। ਇਹਦੇ ਲਈ ਜੇਕਰ ਹੁਣ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲੀ ਵਾਰ ਤੁਹਾਨੂੰ ਮੈਂ ਬੁੱਕ ਦੱਸ ਦਿੰਦਾ। ਇੱਕ ਬੁੱਕ ਆਉਂਦੀ ਹੈ ਜੀ ਸਾਡਾ ਪੰਜਾਬ ਬੁੱਕ ਤੁਸੀਂ ਚੰਗੀ ਤਰ੍ਹਾਂ ਕਰ ਲਓ ਤਾਂ ਉਹਦੇ ਵਿੱਚੋਂ ਤੁਹਾਡਾ ਸਾਰਾ ਕਵਰ ਹੋ ਜਾਏਗਾ। ਜੇਕਰ ਤੁਸੀਂ ਆਪਣੀਆਂ ਕਲਾਸਾਂ ਜਾਂ ਨੋਟਸ ਨਹੀਂ ਕਰਨਾ ਚਾਹੁੰਦੇਗੇ, ਠੀਕ ਆ, ਸਾਡਾ ਪੰਜਾਬ ਤੁਸੀਂ ਫੋਲੋ ਕਰ ਸਕਦੇ ਹੋ। ਜਾਂ ਤੁਸੀਂ ਇਹਦੇ ਲਈ ਕੁਝ 11ਵੀਂ-12ਵੀਂ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ। ਉਹਦੇ ਵਿੱਚ ਵੀ ਹਿਸਟਰੀ ਤੇ ਸਾਹਿਤ ਬਾਰੇ ਬਹੁਤ ਵਧੀਆ ਨੌਲੇਜ ਡਿਟੇਲ ਦੇ ਵਿੱਚ ਡੀਪ ਦਿੱਤੀ ਹੋਈ ਹੈ, ਠੀਕ ਆ, ਨੌਲੇਜ ਉਹ ਵੀ ਤੁਸੀਂ ਕਰ ਸਕਦੇ ਹੋ। ਹੁਣ ਤੁਹਾਨੂੰ ਬੁੱਕ ਪਤਾ ਲੱਗ ਗਈ, ਹੁਣ ਇਹ ਤੁਹਾਡੇ ਦਾ ਤੁਸੀਂ ਬੁੱਕ ਤੋਂ ਕਰਨਾ, ਚੈਨਲ ਤੋਂ ਕਰਨਾ ਵਾ, ਜਾਂ ਤੁਸੀਂ ਆਪਣਾ ਆਪ ਖੁਦ ਸੈਲਫ ਸਟੱਡੀ ਕਰਕੇ ਕੋਈ ਹੋਰ ਸੋਰਸ ਜਾਂ ਕਿਸੇ ਹੋਰ ਚੈਨਲ ਤੋਂ ਵੀ ਕਰਨਾ, ਤੁਸੀਂ ਉਹ ਵੀ ਕਰ ਸਕਦੇ ਹੋ, ਕੋਈ ਗੱਲ
ਗੱਲ नहीं। ठीक है जी, नैक्सट देखो जी, ਫਿਜ਼ੀਕਲ ਫੀਚਰ 'ਚ ਮੈਂ ਤੁਹਾਨੂੰ ਭੂਗੋਲ ਭਾਰਤ ਦਾ ਪੰਜਾਬ ਦਾ ਕਰਵਾ ਚੁੱਕਿਆ, ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਜਿੱਦਾਂ ਦੇ ਵੀ ਪੇਪਰ ਦੇ ਵਿੱਚ ਕੁਐਸਚਨ ਬਣਦੇ ਨੇ ਤੁਸੀਂ ਆਪਣੀ 1 ਨੰਬਰ ਕਲਾਸ ਜਾ ਕੇ ਦੇਖ ਲਓ, ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਵਾਇਆ ਹੋਇਆ ਵਾ। ਠੀਕ ਆ, ਸੋ ਇਹਦੇ ਵਿੱਚ ਜ਼ਿਆਦਾ ਜੇ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਵਿੱਚ ਵੀ ਤੁਸੀਂ ਉਲਝ ਜਾਓਗੇ। ਠੀਕ ਆ, ਪੁਰਾਤਨ ਇਤਿਹਾਸ ਕੇ ਪੰਜਾਬ ਦੇ ਵਿੱਚ ਜਿੱਦਾਂ ਕਿ ਪੰਜਾਬ ਨੂੰ ਪੁਰਾਣੇ ਸਮਿਆਂ ਦੇ ਵਿੱਚ ਕਿਹੜੇ ਨਾਮ ਦੇ, ਰਿਗਵੇਦਾ 'ਚ ਕਿਹੜਾ ਨਾਮ ਲਿਆ ਜਾਂਦਾ ਸੀ, ਆਪਣੇ ਯੂਨਾਨੀ ਲੋਕ ਕੀ ਨਾਮ ਲੈਂਦੇ ਹੁੰਦੇ ਸੀਗੇ, ਰਮਾਇਣ ਦੇ ਵਿੱਚ ਕੀ ਨਾਮ ਲੈਂਦੇ ਸੀ ਪੰਜਾਬ ਦਾ। ਸੋ ਇਦਾਂ ਦੇ ਕੁਐਸਚਨ ਪੇਪਰ 'ਚ ਬਣਦੇ ਨੇ, ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਇਆ ਹੋਇਆ। ਤੁਸੀਂ ਆਪਣੀ ਪੰਜਾਬ ਜੀਕੇ ਦੀ 1 ਨੰਬਰ ਕਲਾਸ ਜਾ ਕੇ ਦੇਖ ਸਕਦੇ ਹੋ, ਉਹਦੇ ਵਿੱਚ ਤੁਹਾਡਾ ਇਹ ਕਵਰ ਹੋ ਜਾਏਗਾ। ਠੀਕ ਆ, ਸੋ ਇਹ ਆਪਣਾ ਹੋਇਆ ਹੋਇਆ। ਠੀਕ ਆ, ਜਿਹੜਾ ਮੈਂ ਗ੍ਰੀਨ ਕੀਤੇ ਹੋਇਆ ਇਹ ਮੇਰੇ ਕਰਵਾਏ ਹੋਏ ਨੇ ਤੁਹਾਨੂੰ। ਠੀਕ ਆ, ਇਹ ਹੋ ਗਿਆ ਹੋਇਆ। ਹੁਣ ਡਿਵੈਲਪਮੈਂਟ ਆਫ ਲੈਂਗੁਏਜ ਦਾ, ਆਪਣੇ ਭਾਸ਼ਾ ਦਾ ਵਿਕਾਸ ਕਿਵੇਂ ਹੋਇਆ ਸੀ। ਠੀਕ ਆ, ਪੰਜਾਬੀ ਭਾਸ਼ਾ ਦਾ ਉਹ ਪੁੱਛਣਗੇ ਕਿ ਵਿਕਾਸ ਕਿਵੇਂ ਹੋਇਆ, ਸਾਰਾ ਆਪਾਂ ਕੀਤਾ ਹੋਇਆ। ਗੁਰਮੁਖੀ ਲਿਪੀ ਬਾਰੇ ਵੀ ਆਪਾਂ ਪੜ੍ਹਿਆ ਹੋਇਆ ਵਾ ਕਿ ਕਿਹਨਾਂ ਨੇ ਇੰਟਰੋਡਿਊਸ ਕੀਤੀ ਸੀ। ਤਾਂ ਲਿਟਰੇਚਰ ਦਾ ਪੁੱਛਣਗੇ, ਉਹ ਆਰਟਸ ਦਾ ਪੁੱਛਣਗੇ ਕਿ ਵਿਕਾਸ, ਕਲਾ ਦਾ ਵਿਕਾਸ ਕਿਵੇਂ ਹੋਇਆ ਸੀ। ਸੋ ਇਹ ਸਾਰਾ ਆਪਾਂ ਲਿਟਰੇਚਰ, ਮੈਂ ਪੰਜਾਬ ਦਾ ਸਾਹਿਤ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ ਇੱਕ ਵੀਡੀਓ ਦੇ ਵਿੱਚ। ਤੁਸੀਂ ਉਹਦੇ ਵਿੱਚ ਕਵਰ ਕਰ, ਸਾਰਾ ਕੰਪਲੀਟ ਕਵਰ ਹੋ ਜਾਏਗਾ ਤੁਹਾਡਾ ਉਹ। ਠੀਕ ਆ, ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ। ਡਿਵੈਲਪਮੈਂਟ ਆਫ ਲੈਂਗੁਏਜ ਹੋ ਗਈ ਕਿ ਕਿੱਦਾਂ ਭਾਸ਼ਾ ਦੇ ਆਧਾਰ ਦੇ ਉੱਤੇ ਕਿੱਦਾਂ ਪੰਜਾਬੀ ਨੂੰ ਭਾਸ਼ਾ ਦਾ ਕਦੋਂ ਉਹ ਹੋਇਆ ਸੀ। ਠੀਕ ਆ, ਸਾਰਾ ਕੁਛ ਆਪਾਂ 1966 ਦੇ ਵਿੱਚ ਜਿਹੜੀ ਵੰਡ ਹੋਈ ਸੀਗੀ। ਠੀਕ ਆ, ਉਹਦੇ ਬਾਰੇ ਵੀ ਆਪਾਂ ਸਾਰਾ ਡਿਟੇਲ ਦੇ ਵਿੱਚ ਪੰਜਾਬ ਦਾ ਕੀਤਾ ਹੋਇਆ। 1947 'ਚ ਵੰਡ ਵੇਲੇ ਪੰਜਾਬ ਦੀ ਸਥਿਤੀ ਕੀ ਸੀ, ਇਹ ਵੀ ਆਪਾਂ ਕਰ ਚੁੱਕੇ ਹਾਂ। ਪੈਪਸੂ ਬਾਰੇ ਵੀ ਪੜ੍ਹ ਸਕਦੇ ਹਾਂ। ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹਦੇ ਵਿੱਚ ਹੀ ਇਹ ਚੀਜ਼ਾਂ ਆਉਣਗੀਆਂ। ਠੀਕ ਹੈ ਜੀ, ਨੈਕਸਟ ਆ ਗਿਆ ਹਿਸਟਰੀ ਆਫ ਸਿੱਖ ਗੁਰੂ ਐਂਡ ਸੰਤ ਇਨ ਪੰਜਾਬ। ਸੋ ਇਸ ਆਪਣੇ ਸਿੱਖ ਗੁਰੂਆਂ ਦੀ ਤੇ ਸੰਤਾਂ ਦਾ ਇਤਿਹਾਸ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਇੱਕ ਕਲਾਸ 'ਚ ਕਰਵਾਇਆ ਹੋਇਆ। ਥਿਊਰੀ ਵੀ ਕੀਤੀ ਹੋਈ ਆ, ਆਪਣੀ MCQ ਵੀ ਕੀਤੇ ਹੋਇਆ। ਇਹਦੇ ਤੋਂ ਬਾਹਰ ਆਪਣੇ ਕੁਐਸਚਨ ਨਹੀਂ ਜਾਣਗੇ, ਤਾਂ ਇਹ ਤੁਸੀਂ ਆਪਣੀ ਕਲਾਸ ਦੇਖ ਸਕਦੇ ਹੋ ਜਾ ਕੇ, ਮੈਂ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਇਆ ਹੋਇਆ ਵਾ। ਹੋਰ ਕੁਛ ਕਰਨ ਦੀ ਜ਼ਰੂਰਤ ਨਹੀਂ ਗੀ ਇਹਦੇ ਵਿੱਚ। ਹੁਣ ਆਦਿ ਗ੍ਰੰਥ ਸਾਹਿਬ ਦਾ ਅਗਰ ਆਪਾਂ ਗੱਲ ਕਰੀਏ ਤਾਂ ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਵੈਸੇ ਕੀਤਾ ਹੋਇਆ, ਉਹਦੇ ਵਿੱਚ ਕੰਪਲੀਟ ਕੀਤਾ ਹੋਇਆ। ਵੈਸੇ ਇਹਦੀ ਮੈਂ ਨਾ ਤੁਹਾਨੂੰ ਇੱਕ ਕਲਾਸ ਜ਼ਰੂਰ ਦੇ ਦੇਵਾਂਗਾ। ਠੀਕ ਆ, ਇੱਕ ਕਲਾਸ ਮੈਂ ਦੁਬਾਰਾ ਤੋਂ, ਕਿਉਂਕਿ ਉਹਨਾਂ ਨੇ ਅਲੱਗ ਤੋਂ ਟੌਪਿਕ ਮੈਂਸ਼ਨ ਕਰਤਾ ਹੋਇਆ, ਤਾਂ ਉਹਨੂੰ ਮੈਂ ਡਿਟੇਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ। ਠੀਕ ਆ, ਸੋ ਆਪਾਂ ਡਿਟੇਲ ਦੇ ਵਿੱਚ ਇੱਕ ਵਾਰੀ ਪੜ੍ਹ ਲਵਾਂਗੇ। ਠੀਕ ਆ, ਸੋ ਬਾਕੀ ਵੈਸੇ ਮੈਂ ਕਰਵਾਇਆ ਹੋਇਆ ਵਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਠੀਕ ਆ, ਆਪਣੀ ਕਲਾਸ ਦੇ ਵਿੱਚ ਸਿੱਖ ਧਰਮ ਦੇ ਇਤਿਹਾਸ ਦੇ ਵਿੱਚ। ਫਿਰ ਵੀ ਮੈਂ ਇੱਕ ਕਲਾਸ ਤੁਹਾਨੂੰ ਇਹਦੀ ਉਹ ਕਰ ਦੇਵਾਂ। ਜੇਕਰ ਤੁਸੀਂ ਖੁਦ ਪੜ੍ਹਨਾ ਚਾਹੁੰਦੇ ਹੋ, ਮੈਂ ਤੁਹਾਨੂੰ ਪਹਿਲਾਂ ਕਿਹਾ, ਜੇਕਰ ਤੁਸੀਂ ਖੁਦ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਮਿਹਨਤ ਕਰਨੀ ਹੀ ਪੈਣੀ ਆ, ਥੋੜ੍ਹਾ ਬਹੁਤ ਤੁਹਾਨੂੰ ਸਰਚ ਕਰਨਾ ਹੀ ਪੈਣਾ ਵਾ। ਠੀਕ ਆ, ਵੈਸੇ ਇਹਦੇ ਬਾਰੇ ਤੁਹਾਨੂੰ ਵੈਸੇ ਵੀ ਬਹੁਤ ਵਧੀਆ ਤਰੀਕੇ ਨਾਲ ਪਤਾ ਹੋਣਾ ਚਾਹੀਦਾ। ਨੈਕਸਟ ਆ ਗਿਆ ਜੀ ਸਿੱਖ ਰੂਲਰ। ਸਿੱਖ ਰੂਲਰ ਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਕੀਤੇ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਪੜ੍ਹਿਆ ਹੋਇਆ, ਸਿੱਖ ਮਿਸਲਾਂ ਬਾਰੇ ਵੀ ਆਪਾਂ ਪੜ੍ਹਿਆ ਹੋਇਆ। ਉਸ ਤੋਂ ਬਾਅਦ ਆਪਾਂ ਹੋਰ ਕੀ ਕੀਤਾ ਸੀਗਾ, ਇਹਦੇ ਵਿੱਚ ਬੰਦਾ ਸਿੰਘ ਬਹਾਦਰ ਬਾਰੇ ਵੀ ਆਪਾਂ ਪੜ੍ਹਿਆ ਹੋਇਆ ਵਾ। ਠੀਕ ਆ, ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਐਂਗਲੋ ਜਿਹੜੇ ਸਿੱਖ ਯੁੱਧ ਹੋਏ ਸੀ, ਉਹਦੇ ਬਾਰੇ ਵੀ ਆਪਾਂ ਪੜ੍ਹਿਆ ਹੋਇਆ। ਇਹ ਸਾਰਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਿੱਖ ਰੂਲਰਾਂ ਦਾ ਕਰਵਾਇਆ ਹੋਇਆ। ਇਹਦੇ ਤੋਂ ਬਾਹਰ ਆਪਣੇ ਕੁਐਸਚਨ ਨਹੀਂ ਜਾਣਗੇ। ਆਪਣੀਆਂ ਕਲਾਸਾਂ ਤੁਸੀਂ ਫੋਲੋ ਕਰ ਲਓ, ਇਨਫ ਨੇ, ਹੋਰ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਗੀ। ਹੁਣ ਭਗਤੀ ਮੂਵਮੈਂਟ ਜਿਹੜੀਆਂ ਸੀਗੀਆਂ, ਇਹਦੇ ਵਿੱਚ ਵੀ ਮੈਂ ਕਾਫੀ ਹੱਦ ਤੱਕ ਤੁਹਾਨੂੰ ਕਰਵਾਇਆ ਹੋਇਆ ਵਾ। ਇੱਕ ਮੈਂ ਨਾ ਭਗਤੀ ਮੂਵਮੈਂਟ ਦੇ ਉੱਤੇ ਇੱਕ ਲੈਕਚਰ ਜ਼ਰੂਰ ਲੈ ਕੇ ਆਵਾਂਗਾ, ਜਿਹਦੇ ਵਿੱਚ ਕਿ ਆਪਣੀਆਂ ਥੋੜ੍ਹੀਆਂ ਜਾਣੀ ਕਿ ਪੂਰੀ ਪੰਜਾਬ ਦੀਆਂ ਵੀ ਕਵਰ ਹੋ ਜਾਣਗੀਆਂ ਤੇ ਇੰਡੀਆ ਦੇ ਵਿੱਚ ਵੀ ਜਿਹੜੀਆਂ ਭਗਤੀ ਲਹਿਰਾਂ ਹੋਈਆਂ ਸੀ, ਇੱਕ ਮੈਂ ਵੀਡੀਓ ਇਹਦੀ ਜ਼ਰੂਰ ਰੱਖਾਂਗਾ। ਵੈਸੇ ਮੇਰੀਆਂ ਇਹ ਤੁਹਾਨੂੰ ਕਰਵਾਈਆਂ ਹੋਈਆਂ ਨੇ, ਇੱਕ ਵਾਰ ਤੁਸੀਂ ਜਾ ਕੇ ਆਪਣੀ ਪੰਜਾਬ ਜੀਕੇ ਦੀ ਕਲਾਸ ਦੇਖ ਲਓ। ਠੀਕ ਆ, ਸੋਸ਼ਲ ਰਿਲੀਜੀਅਸ ਮੂਵਮੈਂਟ ਸਾਰੀਆਂ ਮੇਰੀਆਂ ਡਿਟੇਲ ਦੇ ਵਿੱਚ ਕਰਵਾਈਆਂ ਹੋਈਆਂ, ਉਹਦੇ ਵਿੱਚ ਤੁਹਾਡਾ ਕਵਰ ਹੋ ਜਾਏਗਾ। ਵੈਸੇ ਫਿਰ ਵੀ ਇੱਕ ਕਲਾਸ ਮੈਂ ਤੁਹਾਡੀ ਇਹਦੀ ਜ਼ਰੂਰ ਪ੍ਰੋਵਾਈਡ ਕਰੂੰਗਾ। ਠੀਕ ਆ, ਨੈਕਸਟ ਆ ਗਿਆ ਜੀ, ਹੁਣ ਇਹਦੇ ਵਿੱਚ ਆ ਗਿਆ ਜੀ ਫਰੀडम ਮੂਵਮੈਂਟ ਆਫ ਪੰਜਾਬ। ਪੰਜਾਬ ਦੇ ਵਿੱਚ ਆਜ਼ਾਦੀ ਦੀ ਲਹਿਰ ਜਦੋਂ ਚੱਲੀ ਸੀ, ਬਸ ਉਹੀ 1919 ਦੇ ਵਿੱਚ ਜੋ ਆਪਣਾ ਹੋਇਆ ਸੀ। ਠੀਕ ਆ, ਜੋ ਜਲਿਆਂਵਾਲੇ ਬਾਗ ਦਾ 1913 ਦੇ ਵਿੱਚ ਗਦਰ ਲਹਿਰ ਜਿਹੜਾ ਹੋਇਆ ਸੀ। ਠੀਕ ਆ, ਸੋ ਇਹ ਸਾਰੀਆਂ ਚੀਜ਼ਾਂ ਹੀ ਪੰਜਾਬ ਦੇ ਵਿੱਚ ਜਿਹੜੇ ਆਜ਼ਾਦੀ ਦੀ ਲਹਿਰ, ਭਗਤ ਸਿੰਘ ਜੀ ਬਾਰੇ ਜਿਹੜੇ ਸੀਗੇ। ਠੀਕ ਆ, ਭਗਤ ਸਿੰਘ ਬਾਰੇ ਸਾਰਾ ਡਿਟੇਲ ਦੇ ਵਿੱਚ, ਸੁਖਦੇਵ ਬਾਰੇ ਪੜਾਂਗੇ, ਸ਼ਹੀਦ ਊਧਮ ਸਿੰਘ ਬਾਰੇ, ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ। ਇਹੀ ਚੀਜ਼ਾਂ ਬਾਰ-ਬਾਰ ਰਿਪੀਟ ਹੋਣਗੀਆਂ। ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਫਰੀडम ਮੂਵਮੈਂਟ ਇਨ ਪੰਜਾਬ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਵਾਈਆਂ ਹੋਈਆਂ ਨੇ। ਸੋ ਇਹਦੇ ਲਈ ਤੁਹਾਨੂੰ ਹੋਰ ਕੁਝ ਅਲੱਗ ਤੋਂ ਪੜ੍ਹਨ ਦੀ ਜ਼ਰੂਰਤ ਨਹੀਂ ਪਏਗੀ, ਉਹਦੇ ਵਿੱਚ ਤੁਹਾਡਾ ਸਾਰਾ ਕਵਰ ਹੋ ਜਾਏਗਾ। ਠੀਕ ਹੈ ਜੀ, ਹੁਣ ਸੋਸ਼ਲ ਰਿਲੀਜੀਅਸ ਐਂਡ ਇਕਨੋਮਿਕ ਲਾਈਫ ਇਨ ਇੰਡੀਆ। ਸੋ ਆਰਥਿਕ ਜੀਵਨ ਸਮਾਜਿਕ। ਸੋ ਸੋਸ਼ਲ ਰਿਲੀਜੀਅਸ ਜਿਹੜਾ ਹੋ ਗਿਆ, ਇਹ ਮੈਂ ਤੁਹਾਨੂੰ ਸਾਰਾ ਕਰਵਾਇਆ ਹੋਇਆ। ਪੰਜਾਬ ਦੀ ਹਿਸਟਰੀ ਦੇ ਵਿੱਚ ਸਾਰਾ ਇਹ ਕੰਪਲੀਟ ਹੋ ਜਾਏਗਾ ਤੁਹਾਡਾ। ਸੋ ਧਾਰਮਿਕ ਲਹਿਰਾਂ ਵੀ ਮੈਂ ਤੁਹਾਨੂੰ ਕਰਵਾਈਆਂ ਹੋਈਆਂ। ਇਕਨੋਮਿਕਸ ਲਾਈਫ ਜਿਹੜੀ ਹੋ ਗਈ, ਉਹ ਵੀ ਆਪਣੀ ਕਵਰ ਹੋ ਜਾਏਗੀ। ਸੋ ਇੱਕ ਨਾ ਸਟੈਟਿਕ ਜੀਕੇ ਦਾ ਆਪਣਾ ਪਾਰਟ ਰਹਿੰਦਾ ਵਾ ਪੰਜਾਬ ਜੀਕੇ ਦੇ ਵਿੱਚ, ਜਿਹਦੇ ਵਿੱਚ ਕਿ ਉਹ ਪੁੱਛਣਗੇ ਕਿ 2011 ਦੀ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਜਿਹੜੇ ਮਤਲਬ ਕਿਹੜਾ ਵੱਧ ਵਸੋਂ ਵਾਲਾ ਵਾ, ਘੱਟ ਵਸੋਂ ਵਾਲਾ, ਉਹਦੀ ਮੈਂ ਇੱਕ ਸਿੰਗਲ ਕਲਾਸ ਮੈਂ ਪੂਰੀ ਉਹ ਮੈਂ ਤੁਹਾਨੂੰ ਸਿਲੇਬਸ ਦੇ ਵਿੱਚ ਵੀ ਮੈਂਸ਼ਨ ਕੀਤਾ ਸੀ। ਆਖਰੀ ਕਲਾਸ ਆਪਣੀ ਉਹ ਹੋਵੇਗੀ। ਠੀਕ ਹੈ ਜੀ, ਪੰਜਾਬ ਜੀਕੇ ਦੀ। ਸੋ ਪੰਜਾਬ ਜੀਕੇ ਤਾਂ ਆਪਣੀ ਆਲਮੋਸਟ ਖਤਮ ਹੋਣ ਵਾਲੀ ਆ, 3-4 ਕਲਾਸਾਂ ਰਹਿ ਗਈਆਂ ਹੋਈਆਂ ਨੇ। ਸੋ ਉਹਦੇ ਵਿੱਚ ਆਪਣੀਆਂ ਕੰਪਲੀਟ ਹੋ ਜਾਏਗਾ। ਠੀਕ ਆ, ਮਤਲਬ ਸੋਸ਼ਲ ਜੋ ਵੀ ਆਪਣੀ ਸੋਸ਼ਲ ਲਾਈਫ ਆ ਇਸ ਟਾਈਮ ਦੇ ਉੱਤੇ, ਮਤਲਬ ਕੀ ਆਪਣੇ ਤਿਉਹਾਰ ਮਨਾਏ ਜਾਂਦੇ ਨੇ ਜਾਂ ਕਿਹੜੇ ਆਪਣੇ, ਉਹ ਮੈਂ ਸਾਰਾ ਤੁਹਾਨੂੰ ਡਿਟੇਲ ਦੇ ਵਿੱਚ ਤਿਉਹਾਰ ਵੀ ਕਰਾ ਚੁੱਕਿਆ, ਮੇਲੇ ਵੀ ਕਰਾ ਚੁੱਕਿਆ ਮੈਂ ਤੁਹਾਨੂੰ, ਆਪਣੇ ਫੋਰਟ ਵੀ ਕਰਾ ਚੁੱਕਿਆ ਮੈਂ, ਕਿਲੇ ਵੀ ਕਰਾ ਚੁੱਕਿਆ ਮੈਂ, ਮਿਊਜ਼ੀਅਮ ਵੀ ਕਰਾ ਚੁੱਕਿਆ। ਸਾਰਾ ਡਿਟੇਲ ਦੇ ਵਿੱਚ ਪੰਜਾਬ ਜੀਕੇ ਦੀਆਂ 18 ਕਲਾਸਾਂ ਦੇ ਵਿੱਚ ਅਜੇ ਤੱਕ ਹੋ ਚੁੱਕੀਆਂ ਨੇ। 3-4 ਕਲਾਸਾਂ ਰਹਿੰਦੀਆਂ, ਜਿਹੜਾ ਬਾਕੀ ਪੈਂਡਿੰਗ ਪਿਆ ਸਾਰਾ ਆਪਣਾ ਕਵਰ ਹੋ ਜਾਏਗਾ। ਠੀਕ ਹੈ, ਇਹਦੇ ਲਈ ਵੀ ਤੁਹਾਨੂੰ ਹੋਰ ਕੁਝ ਨਹੀਂ। ਬਾਕੀ ਜੇਕਰ ਤੁਸੀਂ ਆਪ ਪੜ੍ਹਨਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਆਪ ਪੜ੍ਹਨ ਲਈ ਤੁਸੀਂ ਕਰ ਸਕਦੇ ਹੋ, ਤੁਸੀਂ ਸਾਡਾ ਪੰਜਾਬ ਬੁੱਕ ਫੋਲੋ ਕਰ ਸਕਦੇ ਹੋ।
ਸੋਸ਼ਲ ਐਂਡ ਕਲਚਰ ਆਫ ਪੰਜਾਬ ਡਿਊਰਿੰਗ ਅਫਗਾਨ ਤੇ ਮੁਗਲ ਰੂਲ ਦੀ ਕਲਾਸ ਇੱਕ ਪੈਂਡਿੰਗ ਪਈ ਆ, ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰ ਦਾਂਗਾ। ਵੈਸੇ ਇੱਕ ਕਲਾਸ ਮੇਰੀ 2 ਨੰਬਰ ਕਲਾਸ ਤੁਸੀਂ ਚੈੱਕ ਕਰੋਗੇ ਜਾ ਕੇ, ਪੰਜਾਬ ਜੀ 2 ਨੰਬਰ ਆ, ਸ਼ਾਇਦ 3 ਨੰਬਰ ਕਲਾਸ ਆ, ਉਹਦੇ ਵਿੱਚ ਮੈਂ ਤੁਹਾਨੂੰ ਇਹਦਾ ਓਵਰਵਿਊ ਦਿੱਤਾ ਹੋਇਆ ਪੇਪਰ ਦੇ ਵਿੱਚ। ਇਹਦੇ ਵਿੱਚੋਂ ਜੋ ਵੀ ਕੁਐਸਚਨ ਅਜੇ ਤੱਕ ਪਿਛਲੇ ਪੇਪਰਾਂ 'ਚ ਬਣੇ ਨੇ ਇਹਦੇ ਵਿੱਚੋਂ ਹੀ ਬਣੇ ਹੋਏ ਨੇ ਜਿਹੜਾ ਮੇਰਾ ਕਰਾਇਆ ਹੋਇਆ, ਪਰ ਇਹਦੇ ਵਿੱਚ ਥੋੜਾ ਜਿਹਾ ਸਟ੍ਰੈਸ ਦੇ ਕੇ ਜ਼ਿਆਦਾ ਦਿੱਤਾ ਹੋਇਆ। ਤਾਂ ਮੈਂ ਇੱਕ ਕਲਾਸ ਤੁਹਾਨੂੰ ਮੁਗਲ ਰੂਲ ਦੀ, ਮੈਂ ਤੁਹਾਨੂੰ ਮੈਡੀਵਲ ਹਿਸਟਰੀ ਦੀ ਕਿਹਾ ਸੀ ਕਿ ਮੈਡੀਵਲ ਹਿਸਟਰੀ ਦੀ ਇੱਕ ਕਲਾਸ ਮੈਂ ਤੁਹਾਨੂੰ 1 ਜਾਂ 2 ਕਲਾਸਾਂ ਦੇ ਵਿੱਚ ਮੈਡੀਵਲ ਹਿਸਟਰੀ 'ਚ ਮੈਂ ਕੰਪਲੀਟ ਕਰਵਾਵਾਂਗਾ, ਠੀਕ ਆ। ਸੋ ਇਹਦੇ ਲਈ ਤੁਹਾਨੂੰ ਅਲੱਗ ਤੋਂ ਕੁਝ ਵੀ ਪੜ੍ਹਨ ਦੀ ਜ਼ਰੂਰਤ ਨਹੀਂ, ਮੈਂ ਪੂਰਾ ਡਿਟੇਲ ਦੇ ਵਿੱਚ ਕੰਪਲੀਟ ਕਰਾ ਲਾਂਗਾ। ਤੁਹਾਨੂੰ ਮੁਗਲ ਰੂਲ ਵੀ, ਅਫਗਾਨ ਰੂਲ ਵੀ ਤੁਹਾਨੂੰ ਮੈਂ ਕਰਵਾ ਦਾਂਗਾ ਪੰਜਾਬ ਦੇ ਟਾਈਮ ਦਾ, ਠੀਕ ਆ। ਸੋ ਉਹ ਵੀ ਮੈਂ ਕਵਰ ਵੈਸੇ ਮੇਰਾ ਕਰਵਾਇਆ ਹੋਇਆ ਵਾ ਇਹ, ਠੀਕ ਆ ਜੀ। ਵੈਸੇ ਮੈਂ ਡਿਟੇਲ ਦੇ ਵਿੱਚ ਨਹੀਂ ਕਰਵਾਇਆ, ਮਤਲਬ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇੱਕ ਕਲਾਸ ਦੇ ਵਿੱਚ ਕੰਪਲੀਟ ਕਰ ਦਾਂਗਾ। ਤੇ ਐਂਸ਼ੀਅੰਟ ਹਿਸਟਰੀ ਦੇ ਵਿੱਚ, ਪੁਰਾਤਨ ਇਤਿਹਾਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਪੂਰਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਰਵਾ ਦਾਂਗਾ। ਇੱਕ ਕਲਾਸ ਆਪਣੀ ਐਂਸ਼ੀਅੰਟ ਹਿਸਟਰੀ ਦੀ ਹੋਏਗੀ ਜਿਹਦੇ ਵਿੱਚ ਕਿ ਆਪਾਂ ਜ਼ਿਆਦਾਤਰ ਫੋਕਸ ਕੀਤੇ ਰੱਖਾਂ ਹੜੱਪਾ ਸੱਭਿਅਤਾ, ਜਿਹੜੀ ਹੜੱਪਾ ਦੀ ਜਿਹੜੀ ਆਪਣੀ ਇੰਡਸ ਵੈਲੀ ਆਪਣੀ ਸਿਵਲਾਈਜੇਸ਼ਨ ਸੀ, ਸਿੰਧੂ ਘਾਟੀ ਦੀ ਸੱਭਿਅਤਾ ਸੀ, ਉਹਦੇ ਬਾਰੇ ਆਪਾਂ ਡਿਟੇਲ 'ਚ ਪੜਾਂਗੇ, ਕਿਉਂਕਿ ਉਹਦੇ ਵਿੱਚੋਂ ਕੁਐਸਚਨ 1-2 ਪੁੱਛੇ ਜਾਂਦੇ ਨੇ। ਉਹ ਆਪਣੇ ਉਹਦੇ ਵਿੱਚ ਵੀ ਕਵਰ ਹੋ ਜਾਣਗੇ, ਇਹਦੇ ਵਿੱਚ ਵੀ ਕਵਰ ਹੋ ਜਾਣਗੇ। ਸੋ ਇੱਕ ਕਲਾਸ ਦੇ ਵਿੱਚ ਸਾਰਾ ਕਵਰ ਹੋ ਜਾਏਗਾ ਆਪਣਾ। ਸੋ 2 ਕਲਾਸਾਂ ਆਪਣੀਆਂ ਮੈਡੀਵਲ ਹਿਸਟਰੀ ਦੀਆਂ ਹੋਣਗੀਆਂ, ਇੱਕ ਕਲਾਸ ਆਪਣੀ ਐਂਸ਼ੀਅੰਟ ਹਿਸਟਰੀ ਦੀ। ਪੇਪਰ ਦੇ ਵਿੱਚ ਇਹੀ ਚੀਜ਼ਾਂ ਦੇ ਵਿੱਚੋਂ ਕੁਐਸਚਨ ਘੁਮਾ ਕੇ ਹੋਰ ਰਿਪੀਟ ਕਰਦੇ ਨੇ, ਉਹ ਆਪਾਂ ਕਰਵਾਵਾਂਗੇ। ਉਹਦੇ ਲਈ ਤੁਹਾਨੂੰ ਹੋਰ ਕਿਤੋਂ ਵੀ ਫੋਲੋ ਕਰਨ ਦੀ ਜ਼ਰੂਰਤ ਨਹੀਂ। ਹੁਣ ਸੂਫੀਜ਼ਮ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਵਾ, ਠੀਕ ਆ। ਇੱਕ ਕਲਾਸ ਜਿੰਨਾ ਵੀ ਮੈਨੂੰ ਡਾਟਾ ਮਿਲਿਆ ਸੀ ਮੈਂ ਤੁਹਾਨੂੰ ਕਰਵਾ ਦਿੱਤਾ ਵਾ। ਸੋ ਇਹਦੇ ਲਈ ਤੁਹਾਨੂੰ ਅਗਰ ਤੁਹਾਡੇ ਕੋਲੇ ਕੋਈ ਹੋਰ ਸੋਰਸ ਵੀ ਤੁਹਾਨੂੰ ਮਿਲਦਾ ਤਾਂ ਇਹ ਜ਼ਰੂਰ ਕਰ ਲਓ, ਕਿਉਂਕਿ PSSB ਕਲਰਕ ਦੇ ਵਿੱਚ 3-4 ਕੁਐਸਚਨ ਇਹਦੇ ਆ ਰਹੇ ਸੀ। ਵੈਸੇ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਡਿਟੇਲ ਦੇ ਵਿੱਚ ਕਰਵਾਇਆ ਹੋਇਆ ਵਾ, ਪਰ ਫਿਰ ਵੀ ਅਗਰ ਤੁਹਾਨੂੰ ਕਿਤੋਂ ਹੋਰ ਵੀ ਡਾਟਾ ਮਿਲਦਾ, ਕਿਉਂਕਿ ਇਹ ਨਵਾਂ ਟੌਪਿਕ ਹੈ, ਪਹਿਲਾਂ ਇਹ ਟੌਪਿਕ ਆਪਣੇ ਪੰਜਾਬ ਦੇ ਪੇਪਰਾਂ 'ਚ ਨਹੀਂ ਪੁੱਛਿਆ ਜਾਂਦਾ ਸੀ। ਸੂਫੀਜ਼ਮ ਤੇ ਬਹੁਤ ਸੌਖੇ ਕੁਐਸਚਨ, ਸਾਹਿਤ ਦੇ ਉੱਤੇ ਹੀ ਕੁਐਸਚਨ ਜ਼ਿਆਦਾਤਰ ਪੁੱਛੇ ਜਾਂਦੇ ਸੀ, ਪਰ ਇਸ ਵਾਰ ਉਹਨਾਂ ਨੇ ਸੂਫੀਜ਼ਮ ਤੋਂ ਵੀ ਬਹੁਤ ਹੀ ਵਧੀਆ ਲੈਵਲ ਦੇ ਕੁਐਸਚਨ ਪਾਏ ਹੋਏ ਸੀ। ਤਾਂ ਸੂਫੀਜ਼ਮ ਵੈਸੇ ਮੈਂ ਕੋਸ਼ਿਸ਼ ਕੀਤੀ ਆ ਕਿ ਕਰਵਾ ਸਕਾਂ, ਪਰ ਜੇਕਰ ਤੁਹਾਨੂੰ, ਮੈਂ ਬਾਰ-ਬਾਰ ਕਹਿ ਰਿਹਾ, ਜੇਕਰ ਤੁਹਾਨੂੰ ਸੂਫੀਜ਼ਮ ਦੇ ਕਿਤੋਂ ਹੋਰ ਨੋਟਸ ਮਿਲਦੇ ਨੇ, ਕੋਈ ਹੋਰ YouTube ਦੇ ਉੱਤੇ ਕੋਈ ਚੈਨਲ ਕਲਾਸ ਕਰਾ ਰਿਹਾ ਵਾ, ਕਿਤੋਂ ਵੀ ਕਰਵਾ ਰਿਹਾ, ਤੁਸੀਂ ਆਰਾਮ ਦੇ ਨਾਲ ਉਹਨੂੰ ਫੋਲੋ ਕਰ ਲਓ, ਠੀਕ ਹੈ ਜੀ। ਕਿਉਂਕਿ ਇਹ ਤੁਸੀਂ ਜਿੰਨਾ ਵੱਧ ਤੋਂ ਵੱਧ ਕਰ ਸਕੋਗੇ, ਜਿੱਥੋਂ ਵੀ ਤੁਹਾਨੂੰ ਸੋਰਸ ਮਿਲਦਾ ਵਾ ਤੁਸੀਂ ਕਰਵਾ ਸਕੋ। ਜਿੱਦਾਂ ਕਿ ਮੈਂ ਉੱਪਰ ਵਾਲੇ ਤੁਹਾਨੂੰ ਕਿਹਾ ਕਿ ਇਹਦੇ ਲਈ ਤੁਹਾਨੂੰ ਹੋਰ ਕੁਝ ਵੀ ਫੋਲੋ ਕਰਨ ਦੀ ਜ਼ਰੂਰਤ ਨਹੀਂ, ਜੋ ਮੈਂ ਤੁਹਾਨੂੰ ਕਰਵਾਤਾ ਉਹਦੇ ਵਿੱਚੋਂ ਹੀ ਕੁਐਸਚਨ ਰਿਪੀਟ ਹੋਣਗੇ, ਠੀਕ ਆ। ਸੋ ਨੀਚੇ ਵਾਲੇ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕਿਤੋਂ ਹੋਰ ਵੀ ਫੋਲੋ ਕਰ ਸਕਦੇ ਹੋ, ਉਹ ਜ਼ਰੂਰ ਤੁਸੀਂ ਕਰ ਸਕਦੇ ਹੋ, ਕਿਉਂਕਿ ਉਹਦੇ ਉੱਤੇ ਜਿੰਨਾ ਵੀ ਮੈਨੂੰ ਜਿੱਥੋਂ ਤੱਕ ਮੈਂ ਅੰਦਾਜ਼ਾ ਲਗਾਇਆ ਵਾ ਕਿ ਇਹਦੇ ਵਿੱਚੋਂ ਕੁਐਸਚਨ ਅਜੇ ਤੱਕ ਆਪਾਂ ਨੂੰ ਪਤਾ ਨਹੀਂ ਕਿ ਕਿੱਥੋਂ ਆਉਣਗੇ ਰਿਪੀਟ ਹੋਣਗੇ। ਸੋ ਇਹਦਾ ਕੋਈ ਆਥੈਂਟਿਕ ਸੋਰਸ ਵੀ ਨਹੀਂ ਮਿਲ ਰਿਹਾ ਕਿ ਕੋਈ ਆਪਾਂ ਬੁੱਕ ਫੋਲੋ ਕਰਕੇ ਜਾਂ ਕੋਈ ਆਥੈਂਟਿਕ ਬੁੱਕ ਫੋਲੋ ਕਰਕੇ ਆਪਾਂ ਇਹਨੂੰ ਕੰਪਲੀਟ ਕਰਾ ਸਕੀਏ। ਸੋ ਜਿੰਨਾ ਕੰਪਲੀਟ ਹੋ ਪਾਇਆ ਮੈਂ ਤੁਹਾਨੂੰ ਕਰਵਾ ਦਿੱਤਾ ਹੋਇਆ, ਠੀਕ ਹੈ ਜੀ। ਸੋ ਬਸ ਆਹ 10 ਟੌਪਿਕ ਇਹ ਨੇ, ਇਹਦੇ ਵਿੱਚੋਂ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕਿਆ ਵਾਂ ਕਿ ਆਹ ਕਲਾਸ ਪੈਂਡਿੰਗ ਆ। ਪੰਜਾਬ ਜੀਕੇ ਲਈ ਤੁਹਾਨੂੰ ਸਾਡਾ ਪੰਜਾਬ ਫੋਲੋ ਕਰ ਲਓ। ਵੈਸੇ ਮੈਂ ਸਾਰੀ ਪੰਜਾਬ ਜੀਕੇ ਤੁਹਾਨੂੰ ਕਰਵਾਈ ਹੋਈ ਆ, ਠੀਕ ਹੈ ਜੀ, ਕਰਵਾਤੀ ਹੋਈ ਆ ਆਲਰੇਡੀ। 3-4 ਕਲਾਸਾਂ ਰਹਿੰਦੀਆਂ ਨੇ, ਜੇਕਰ ਤੁਹਾਡੇ ਕੋਲ ਸਮਾਂ ਬਚਦਾ ਵਾ, ਜੇਕਰ ਤੁਹਾਨੂੰ ਲੱਗਦਾ ਕਿ ਹਾਂ ਕੋਈ ਚੀਜ਼ ਪੈਂਡਿੰਗ ਪਈ ਆ ਤਾਂ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਨੈਕਸਟ ਆਪਣੀ ਆ ਗਈ ਹੁਣ ਉੱਪਰ ਤੁਹਾਨੂੰ ਜੀਕੇ ਦੇ ਵਿੱਚ ਮੈਂ ਤੁਹਾਨੂੰ ਆ ਜਿਹੜੇ ਯੈਲੋ ਕੀਤੇ ਹੋਏ ਇਹ ਅਜੇ ਪੈਂਡਿੰਗ ਪਏ ਨੇ ਆਪਣੇ। ਸਾਇੰਸ ਐਂਡ ਟੈਕਨੋਲੋਜੀ ਲਈ ਵੀ ਮੈਂ ਤੁਹਾਨੂੰ ਦੱਸਤਾ ਕਿ ਤੁਸੀਂ ਕੀ ਫੋਲੋ ਕਰ ਸਕਦੇ ਹੋ, ਕਿਹੜੀ ਬੁੱਕ ਫੋਲੋ ਕਰ ਸਕਦੇ ਹੋ। ਐਨਵਾਇਰਨਮੈਂਟ ਇਸ਼ੂ ਵੀ ਮੈਂ ਤੁਹਾਨੂੰ ਦੱਸਤਾ ਹੋਇਆ। ਇਕਨੋਮਿਕ ਇਸ਼ੂ ਦੇ ਵੀ ਮੈਂ ਤੁਹਾਨੂੰ ਟੌਪਿਕ ਵਾਈਜ਼ ਤੁਹਾਨੂੰ ਦੱਸ ਚੁੱਕਿਆ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਤੁਸੀਂ ਮੇਨ ਫੋਕਸ ਕਰਨਾ ਵਾ। ਕਰੰਟ ਅਫੇਅਰ ਵੀ ਮੈਂ ਤੁਹਾਨੂੰ ਦੱਸਤਾ, ਇਹ ਮੈਂ ਕਵਰ ਕਰਵਾ ਦੇਵਾਂਗਾ। ਜੇਕਰ ਤੁਸੀਂ ਖੁਦ ਤੋਂ ਪੜ੍ਹਨਾ ਚਾਹੁੰਦੇ ਹੋ, ਕੋਈ ਹੋਰ ਚੈਨਲ ਫੋਲੋ ਕਰ ਰਹੇ ਹੋ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚੋਂ ਪਹਿਲਾਂ ਜਿਹੜੇ 2021 'ਚ ਪੇਪਰ ਹੋਏ ਸੀ ਉਹਦੇ 'ਚ 1-2 ਕੁਐਸਚਨ ਹੀ ਕਰੰਟ ਅਫੇਅਰ ਦੇ ਪੁੱਛਦੇ ਸੀ, ਪਰ ਇਸ ਵਾਰ ਮੈਨੂੰ ਲੱਗ ਰਿਹਾ ਕਿ ਜਿਹੜਾ ਇਹਨਾਂ ਨੇ ਪੇਪਰ ਦਾ ਵੇਟੇਜ ਵਧਾਇਆ ਤਾਂ ਥੋੜ੍ਹੇ ਜਿਹੇ ਡਿਵਾਈਡ ਕਰਨਗੇ ਤਾਂ 3-4-5 ਨੰਬਰ ਦੇ ਕਰੰਟ ਅਫੇਅਰ ਆ ਸਕਦੇ ਨੇ, ਠੀਕ ਹੈ ਜੀ, ਰਿਲੇਟ ਹੋ ਗਏ। ਸੋ ਇਹ ਵੀ ਹੋ ਗਿਆ ਆਪਣਾ। ਸਪੋਰਟਸ ਮੈਂ ਤੁਹਾਨੂੰ ਕਰਵਾ ਦੇਵਾਂਗਾ, ਇਹਦੇ ਲਈ ਤੁਹਾਨੂੰ ਕਿਤੋਂ ਵੀ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ ਪੜੇਗੀ। ਮੈਂ ਸਟੈਟਿਕ ਵੀ ਕਰਾ ਦੂੰਗਾ, ਕਰੰਟ ਵੀ ਕਰਾ ਦੂੰਗਾ। ਅਗਲੀ ਕਲਾਸ ਆਪਣੀ ਸਪੋਰਟਸ ਦੀ ਹੀ ਹੋਵੇਗੀ। ਲਿਟਰੇਚਰ ਮੈਂ ਤੁਹਾਨੂੰ ਕਰਵਾ ਚੁੱਕਿਆ ਵਾਂ, ਠੀਕ ਆ ਜੀ, ਚੰਗੀ ਤਰ੍ਹਾਂ। ਆਪਣੇ ਜਿਹੜੇ ਅਕੈਡਮੀ ਅਵਾਰਡ ਹੁੰਦੇ ਨੇ, ਸਾਹਿਤ ਅਕੈਡਮੀ ਅਵਾਰਡ ਹੋ ਗਏ ਜਾਂ ਗਿਆਨਪੀਠ ਅਵਾਰਡ ਹੋ ਗਏ, ਇਹਨਾਂ ਦੇ ਵਿੱਚੋਂ ਕੁਐਸਚਨ ਬਣਦਾ, ਬਾਕੀ ਆਪਣੇ ਕਰੰਟ ਅਫੇਅਰ 'ਚ ਕਵਰ ਹੋ ਜਾਣਗੇ। ਸਿਨੇਮਾ ਮੈਂ ਤੁਹਾਨੂੰ ਕਰਵਾ ਚੁੱਕਿਆ ਵਾਂ। ਤਾਂ ਹਿਸਟਰੀ ਆਫ ਪੰਜਾਬ 14th ਸੈਂਚੁਰੀ ਔਨਵਰਡ ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਵਾਈ ਹੋਈ ਹੈ। ਇਹਦੇ ਵਿੱਚ ਵੀ ਤੁਹਾਨੂੰ ਹੋਰ ਕੁਝ ਵੀ ਫੋਲੋ ਕਰਨ ਦੀ ਜ਼ਰੂਰਤ ਨਹੀਂ ਪਏਗੀ। ਮਾਡਰਨ ਹਿਸਟਰੀ ਆਪਾਂ ਬਹੁਤ ਡਿਟੇਲ ਦੇ ਵਿੱਚ ਕੀਤੀ ਹੋਈ ਆ। ਸੋ ਇਹਦੇ ਤੋਂ ਬਾਹਰ, ਆਪਣੀ ਮਾਡਰਨ ਹਿਸਟਰੀ ਤੋਂ ਬਾਹਰ ਨਹੀਂ ਆਉਣਗੇ, ਠੀਕ ਆ, ਕੁਐਸਚਨ ਜਿਹੜੇ ਆਪਾਂ ਕਰਵਾਤੇ ਹੋਏ ਆ। 2 ਕਲਾਸਾਂ ਪੈਂਡਿੰਗ ਪਈਆਂ ਨੇ, ਉਹ ਮੈਂ ਕਰਵਾ ਦੂੰਗਾ, ਠੀਕ ਆ। ਸੋ 15 ਕਲਾਸਾਂ ਦੇ ਵਿੱਚ ਆਪਾਂ ਇਹ ਕੰਪਲੀਟ ਕੀਤੀਆਂ। 15-15 20-20 ਮਿੰਟ ਦੀ ਹੀ ਕਲਾਸ ਆ, ਤੁਸੀਂ ਜਾ ਕੇ ਦੇਖ ਸਕਦੇ ਹੋ। ਪੋਲੀਟੀਕਲ ਇਸ਼ੂ ਦਾ ਮੈਂ ਤੁਹਾਨੂੰ ਦੱਸਦਾ ਕਿ 23 ਕਲਾਸਾਂ ਹੋ ਚੁੱਕੀਆਂ ਨੇ, 7 ਕਲਾਸਾਂ ਹੋ ਚੁੱਕੀਆਂ ਨੇ। ਜਿੱਦਣ ਆਪਣੀਆਂ ਇਹ 30 ਕਲਾਸਾਂ ਪੂਰੀਆਂ ਹੋਈਆਂ, ਪੋਲਿਟੀ ਦੇ ਵਿੱਚੋਂ ਚਾਹੇ ਉਹ ਸਟੇਟਮੈਂਟ ਬੇਸਡ ਕੁਐਸਚਨ ਪਾ ਦੇਣ, ਚਾਹੇ ਉਹ ਸਿੰਪਲ ਕੁਐਸਚਨ ਪਾ ਦੇਣ ਨਾਰਮਲ, ਇੰਨੀ ਵਧੀਆ ਤਰੀਕੇ ਨਾਲ ਆਪਾਂ ਪੋਲਿਟੀ ਕੀਤੀ ਹੋਈ ਆ ਕਿ ਇਹਦੇ ਵਿੱਚੋਂ ਬਾਹਰ ਤੁਹਾਡਾ ਇੱਕ ਕੁਐਸਚਨ ਵੀ ਨਹੀਂ ਜਾਏਗਾ। ਚਾਹੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ PPSC ਦੇ ਪੁਰਾਣੇ ਪੇਪਰ ਚੱਕ ਕੇ ਉਹਦੇ ਨਾਲ ਆਪਣੇ ਜੋ ਕੰਟੈਂਟ ਮੈਂ ਤੁਹਾਨੂੰ ਪ੍ਰੋਵਾਈਡ ਕੀਤਾ ਉਹਦੇ ਨਾਲ ਤੁਸੀਂ ਮੈਚ ਕਰ ਸਕਦੇ ਹੋ ਕਿ ਕਿੰਨੇ ਕੁਐਸਚਨ ਆਪਣੇ ਉਹਦੇ ਵਿੱਚੋਂ ਬਣ ਰਹੇ ਨੇ ਤੇ ਕਿਹੜੇ ਟੌਪਿਕ ਆਪਣੇ ਜਿਹੜੇ ਰਹਿੰਦੇ ਨੇ ਉਹ ਆਪਣੇ ਉਹਦੇ ਵਿੱਚ ਕਵਰ ਹੋ ਜਾਣਗੇ, ਠੀਕ ਹੈ ਜੀ। ਸੋ ਜੇਲ੍ਹ ਵਾਰਡਨ ਦੇ ਵਿੱਚ 20-20 ਨੰਬਰ ਦੀ 15-15 ਨੰਬਰ ਦੀ ਪੋਲਿਟੀ ਆ ਰਹੀ ਸੀ, ਤੁਸੀਂ ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਆਪਣੇ ਕਰਵਾਏ ਹੋਏ ਕੰਟੈਂਟ ਦੇ ਵਿੱਚੋਂ ਕਿੰਨੇ ਪੋਲਿਟੀ ਦੇ
ਕੁਐਸਚਨ ਕਵਰ ਹੁੰਦੇ ਨੇ, ਠੀਕ ਹੈ ਜੀ। ਸੋ ਕਿਸੇ ਵੀ ਚੈਨਲ ਦੇ ਉੱਤੇ, ਚਾਹੇ ਉਹ ਪੇਡ ਆ ਚਾਹੇ ਉਹ ਆਪਣਾ ਫ੍ਰੀ ਵਾ, ਉਹਦੇ ਤੇ ਟਰਸਟ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਇਹ ਜ਼ਰੂਰ ਦੇਖ ਲਿਆ ਕਰੋ ਕਿ ਪੁਰਾਣੇ ਪੇਪਰਾਂ ਦੇ ਵਿੱਚੋਂ ਉਹਨਾਂ ਦੇ ਕਿੰਨਾ ਕੰਟੈਂਟ ਉਹਨਾਂ ਦਾ ਰਿਪੀਟ ਹੋ ਰਿਹਾ ਵਾ, ਠੀਕ ਆ। ਸੋ ਬਾਕੀ ਹਰੇਕ ਦਿਨ ਹਰੇਕ ਨਵਾਂ ਪੇਪਰ ਹੁੰਦਾ ਵਾ, ਹਰੇਕ ਚੀਜ਼ ਦਾ ਅੱਜ ਤੱਕ ਕਿਸੇ ਨੇ ਨਾ ਕਿਤੇ ਕੋਈ ਗਰੰਟੀ ਲਈ ਆ ਤੇ ਨਾ ਹੀ ਕੋਈ ਗਰੰਟੀ ਲਏਗਾ ਕਿ ਹਾਂ ਸਾਡੇ ਸਿਲੇਬਸ ਦੇ ਵਿੱਚੋਂ 100% ਜਿਹੜਾ ਅਸੀਂ ਕਰਵਾਤਾ 100% ਪੇਪਰ 'ਚ ਉਹੀ ਆਏਗਾ, ਠੀਕ ਆ ਜੀ। ਸੋ ਉਹ ਐਗਜ਼ਾਮੀਨਰ ਤੇ ਡਿਪੈਂਡ ਕਰਦਾ ਹੁੰਦਾ, ਪਰ ਆਪਾਂ ਪ੍ਰੀਵੀਅਸ ਈਅਰ ਪੇਪਰਾਂ ਨੂੰ ਫੋਲੋ ਕਰਕੇ ਹੀ ਆਪਾਂ ਪੜ੍ਹਨਾ ਹੁੰਦਾ, ਕਿਉਂਕਿ A to Z ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਵਾਂ ਕਿ A to Z GK ਕਵਰ ਨਹੀਂ ਹੁੰਦੀ ਆਪਾਂ ਮੇਨ ਇੰਪੋਰਟੈਂਟ ਟੌਪਿਕ ਆਪਾਂ ਕਵਰ ਕਰਨੇ ਆ, ਜਿਹਦੇ ਵਿੱਚੋਂ ਸਾਨੂੰ ਪਤਾ ਕਿ ਪਿਛਲੇ ਪੇਪਰਾਂ 'ਚੋਂ ਐਗਜ਼ਾਮੀਨਰ ਕੁਐਸਚਨ ਪੁੱਛਦਾ ਹੀ ਪੁੱਛਦਾ। ਵੈਸੇ ਤੁਸੀਂ ਇੰਨੀਆਂ ਕਿਤਾਬਾਂ 10 ਕਿਤਾਬਾਂ ਦਾ ਲਿਆ ਕੇ ਤੁਸੀਂ ਢੇਰ ਲਾ ਲਓਗੇ ਤਾਂ 10 ਕਿਤਾਬਾਂ ਤੁਸੀਂ ਪੜ੍ਹ ਹੀ ਨਹੀਂ ਸਕਦੇ। ਲੂਸ਼ਨ ਤੇ ਅਰੀਹੰਤ ਵੀ ਮੈਂ ਤੁਹਾਨੂੰ ਕਿਹਾ ਵਾ ਕਿ ਇਹ ਵੀ ਤੁਸੀਂ ਪੂਰੀ ਡਿਟੇਲ ਦੇ ਵਿੱਚ ਵੀ ਪੜ੍ਹ ਲਓਗੇ ਤਾਂ ਵੀ ਤੁਹਾਡੇ 30 ਚੋਂ 30 ਨੰਬਰ ਨਹੀਂ ਆਉਣਗੇ। ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਲਈ ਆਪਾਂ ਨੂੰ ਸਮਾਰਟ ਵੇ ਨਾਲ ਤਿਆਰੀ ਕਰਨੀ ਪੈਣੀ ਆ, ਠੀਕ ਹੈ ਜੀ। ਸੋ ਧੰਨਵਾਦ ਜੀ। ਹੁਣ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ। ਜੇਕਰ ਤੁਹਾਨੂੰ ਕੋਈ ਹੋਰ ਵੀ ਡਾਊਟ ਹੋਵੇ ਕਿਸੇ ਵੀ ਚੀਜ਼ ਨਾਲ ਰਿਲੇਟਡ ਤਾਂ ਤੁਸੀਂ ਆਪਣੇ ਕਮੈਂਟ ਬਾਕਸ ਦੇ ਉੱਤੇ ਜਾਂ ਟੈਲੀਗ੍ਰਾਮ ਦੇ ਉੱਤੇ ਮੈਨੂੰ ਮੈਸੇਜ ਕਰ ਸਕਦੇ ਹੋ। ਸੋ ਆਪਣੇ ਕੰਟੈਂਟ ਨੂੰ ਤੁਸੀਂ ਆਪਣਾ ਸ਼ੇਅਰ ਜ਼ਰੂਰ ਕਰਨਾ ਵਾ ਆਪਣੇ ਚੈਨਲ ਨੂੰ, ਠੀਕ ਹੈ। ਜੇਕਰ ਤੁਹਾਨੂੰ ਵਧੀਆ ਲੱਗੇ, ਜੇਕਰ ਤੁਸੀਂ ਆਪਣੇ ਚੈਨਲ ਤੋਂ GK ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਫਰੈਂਡ ਫ੍ਰੀ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਆ ਤਾਂ ਉਹ ਆਪਣੀ ਤਿਆਰੀ ਕਰ ਸਕਦਾ ਵਾ, ਠੀਕ ਹੈ ਜੀ। ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਜਾਂ ਅਪਡੇਟ ਦੇ ਵਿੱਚ।